ਜਿਵੇਂ ਤੁਹਾਨੂੰ ਹਰ ਵਾਰ ਇੱਕ ਨਾਮਵਰ ਚਿਹਰੇ ਨਾਲ ਮਿਲਾਇਆ, ਸੋ ਅੱਜ ਸਾਡੇ ਸਟੂਡੀਓ ਪਹੁੰਚੇ ਨੇ ਪੰਜਾਬ ਦੇ ਉਹ ਦਾਨੀ ਸੱਜਣ, ਸਮਾਜ ਸੇਵਕ, ਜਿਨ੍ਹਾਂ ਨੇ ਲੋਕਡਾਊਨ ਦੇ ਵਿੱਚ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਬਹੁਤ ਮੂਹਰੇ ਹੋ ਕੇ ਸੇਵਾ ਕੀਤੀ ਆ ਜੀ। ਸੋ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਵੀਰ ਨੇ। ਸੋ ਉਹਨਾਂ ਦਾ ਨਾਮ ਆ ਪ੍ਰਭਜੋਤ ਸਿੰਘ ਢਾਲੀਵਾਲ। ਸੋ ਪ੍ਰਭਜੋਤ ਜੀ, ਤੁਹਾਡਾ ਤੁਹਾਨੂੰ ਚੈਨਲ ਤੇ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਰੂਬਰੂ ਕਰਾ ਰਹੇ ਹੋ ਤੁਸੀਂ। ਜੀ ਹੋਰ ਸੁਣਾਓ ਪ੍ਰਭਜੋਤ ਜੀ, ਕਿੱਦਾਂ ਹਾਲ ਚਾਲ? ਬਹੁਤ ਵਧੀਆ ਜੀ, ਚੜ੍ਹਦੀ ਕਲਾ, ਗੁਰੂ ਮਹਾਰਾਜ ਦੀ ਪੂਰੀ ਕਿਰਪਾ ਜੀ। ਜੀ ਪ੍ਰਭਜੋਤ ਜੀ, ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਜਨਮ ਤੁਹਾਡਾ ਕਦੋਂ ਹੋਇਆ ਜੀ? ਮੈਂ ਜੀ ਸੁਧਾਰ ਦਾ ਰਹਿਣ ਵਾਲਾ ਪਿੰਡ ਦਾ ਜੀ। ਜੀ ਸੁਧਾਰ ਹੀ ਜਨਮ ਹੋਇਆ ਮੇਰਾ, ਪ੍ਰੇਮਜੀਤ ਹਸਪੀਟਲ ਜਿਹੜਾ ਸਰਕਾਰੀ, ਉੱਥੇ ਜਨਮ ਹੋਇਆ ਜੀ। ਜੀ ਉਸ ਤੋਂ ਬਾਅਦ ਚਲੋ ਕਾਰੋਬਾਰ, ਬਜ਼ੁਰਗਾਂ ਦਾ ਟਰਾਂਸਪੋਰਟ ਦਾ ਕਾਰੋਬਾਰ ਸੀਗਾ ਜੀ। ਜੀ ਉਹ ਕਰਦੇ ਦੇ ਸਾਰੇ ਪਾਸੇ, ਜਿਵੇਂ ਝਾਰਖੰਡ ਜਾਂ ਟਾਟਾ ਨਗਰ, ਉੱਥੇ ਵੀ ਸਾਡਾ ਟਰਾਂਸਪੋਰਟ ਹੈ ਜੀ। ਜੀ ਤੇ ਉਸ ਤੋਂ ਬਾਅਦ ਜੀ ਪੜ੍ਹਾਈ ਮੇਰੀ ਤਕਰੀਬਨ ਪੰਜਾਬ ਤੋਂ ਬਾਹਰ ਹੋਈ ਹੈ। 10ਵੀਂ ਕਲਾਸ ਤੱਕ ਮੈਂ ਉੱਥੇ ਰਿਹਾ ਜੀ, ਤੇ ਟਰਾਂਸਪੋਰਟ ਸਾਡੀ ਝਾਰਖੰਡ 'ਚ। ਉਸ ਤੋਂ ਬਾਅਦ ਗਵਰਨਮੈਂਟ ਕਾਲਜ ਲੁਧਿਆਣੇ ਮੈਂ ਗ੍ਰੈਜੂਏਸ਼ਨ ਕੀਤੀ ਹੈ, ਡਿਗਰੀ ਕੀਤੀ ਹੈ ਜੀ। ਤੇ ਉਸ ਤੋਂ ਬਾਅਦ ਬਸ ਨਾਲ ਦੀ ਨਾਲ ਕਾਰੋਬਾਰ ਵੀ ਚੱਲ ਰਿਹਾ, ਤੇ ਨਾਲ ਦੀ ਨਾਲ ਸਮਾਜ ਸੇਵਾ ਵੀ ਚੱਲ ਰਹੀ ਹੈ, ਤੇ ਨਾਲ ਦੀ ਨਾਲ ਸਿਆਸਤ ਚੱਲ ਰਹੀ ਹੈ ਜੀ। ਸ਼ੁਰੂ ਤੋਂ ਸ਼ੌਂਕ ਸੀਗਾ ਜੀ, ਜਦੋਂ ਕਾਲਜ ਪੜ੍ਹਦੇ ਹਾਂ ਉਦੋਂ ਦਾ ਥੋੜ੍ਹਾ ਜਿਹਾ ਅੱਗੇ ਹੋ ਕੇ ਚੱਲਣ ਦਾ, ਥੋੜ੍ਹਾ ਜਿਹਾ ਸਮਾਜ ਸੇਵਾ ਦਾ, ਪੋਲੀਟਿਕਸ ਦਾ, ਉਹ ਸ਼ੌਂਕ ਅੱਜ ਬਿਲਕੁਲ ਜੀ ਸਮਾਜ ਦੇ ਵਿੱਚ ਉਹਦੇ ਸ਼ੌਂਕ ਦੇ ਨਾਲ ਵੀ ਚੱਲ ਰਿਹਾ ਹੈ ਜੀ। ਤੇ ਆਪਣੇ ਮਾਤਾ ਪਿਤਾ ਬਾਰੇ ਵੀ ਜ਼ਰੂਰ ਜਾਣਨਾ ਪਾਓ ਜੀ। ਮੇਰੇ ਜੀ ਫਾਦਰ ਸਾਹਿਬ ਕੋਲ ਦੋ ਭਰਾ ਸੀਗੇ ਜੀ। ਫਾਦਰ ਸਾਹਿਬ ਦਾ ਨਾਮ ਬਲਵਿੰਦਰ ਸਿੰਘ ਨੇ ਜੀ। ਛੋਟੇ ਜਿਹੜੇ ਭਰਾ ਸੀਗੇ ਉਹਨਾਂ ਦੇ ਬਿਮਾਰ ਸੀ, ਕਾਫੀ ਟਾਈਮ ਬਿਮਾਰ ਰਹਿੰਦੇ ਰਹੇ, ਉਹਨਾਂ ਦੀ ਡੈਥ ਹੋ ਗਈ ਜੀ। ਫਾਦਰ ਸਾਹਿਬ ਨੇ ਬਹੁਤ ਹੀ ਮਿਹਨਤ ਕਰਕੇ ਜੀ ਇੱਕ ਟਰੱਕ ਦੀ ਡਰਾਈਵਰੀ ਕਰਕੇ ਸਾਨੂੰ ਪਾਲਿਆ ਪੋਸਿਆ ਜੀ ਤੇ ਸਮਾਜ ਦੇ ਵਿੱਚ ਇੱਥੇ ਖੜਨ ਜੋਗਾ ਕੀਤਾ, ਵੀ ਵਧੀਆ ਪੜ੍ਹਾਈ ਕਰਾਈ, ਵਧੀਆ ਕਾਲਜਾਂ ਵਿੱਚ ਪੜ੍ਹਾਈ ਕਰਾਈ। ਉਹਨਾਂ ਦੀ ਮਿਹਨਤ ਸਦਕਾ ਹੀ ਅੱਜ ਸਮਾਜ ਦੇ ਵਿੱਚ ਜਿੰਨਾ ਵੀ ਨਾਮ ਬਣਿਆ, ਸਾਡੇ ਬਜ਼ੁਰਗ ਦਾ ਬਹੁਤ ਵੱਡਾ ਹੱਥ ਆ। ਮਾਤਾ ਜੀ ਦਾ ਸਾਡਾ ਹਮੇਸ਼ਾ ਸਿੱਖਿਆ ਦਿੱਤੀ ਹੈ ਉਹਨਾਂ ਨੇ, ਬਿਲਕੁਲ ਜੀ, ਵੀ ਸਮਾਜ ਦੇ ਵਿੱਚ ਵਿਚਰਦੇ ਹੋਏ ਕਾਲਜਾਂ 'ਚ ਰਹੇ, ਬਾਹਰ ਹੋਸਟਲਾਂ 'ਚ ਰਹੇ, ਵੀ ਨਸ਼ੇ ਪੱਤੇ ਤੋਂ ਦੂਰ ਰਹੇ। ਜੀ ਉਹਨਾਂ ਦੀ ਨੇਕ ਕਮਾਈ ਹੈ ਜਿਹੜੀ ਸਾਨੂੰ ਇੱਥੇ ਤੱਕ ਲੈ ਕੇ ਆਈ। ਬਿਲਕੁਲ ਜੀ, ਇੱਕ ਚੰਗੀ ਸਿਹਤ ਦੇਣ ਲਈ ਮਾਂ ਬਾਪ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਬਿਲਕੁਲ ਜੀ। ਹਾਂ, ਉਹਨਾਂ ਦੀ ਨੇਕ ਕਮਾਈ ਹੈ, ਨੇਕ ਸੋਚ ਦਾ ਸਦਕਾ ਹੀ ਹੈ ਵੀ ਅੱਜ ਸਮਾਜ ਦੇ ਵਿੱਚ ਜੇ ਥੋੜਾ ਜਿਹਾ ਵੀ ਕੋਈ ਕਿਤੇ ਮਾੜਾ ਮੋਟਾ ਸਾਨੂੰ ਮਾਣ ਤਾਣ ਮਿਲਦਾ, ਉਹਦੇ ਵਿੱਚ ਬਜ਼ੁਰਗਾਂ ਦਾ ਬੜਾ ਵੱਡਾ ਹੱਥ ਆ। ਉਹਨਾਂ ਦੀ ਸਿਹਤ ਆ ਸਾਨੂੰ ਜਿਹੜੀ ਸਮਾਜ ਦੇ ਵਿੱਚ ਅਜੇ ਵਿਚਰ ਰਹੇ। ਜੀ ਜਿਵੇਂ ਕਿ ਤੁਹਾਨੂੰ ਮੈਂ ਹਮੇਸ਼ਾ ਹੀ ਕੁੜਤੇ ਪਜਾਮੇ ਦੇ ਵਿੱਚ ਦੇਖਿਆ, ਹਾਂਜੀ, ਤਾਂ ਅੱਜ ਤੁਹਾਡਾ ਗੈਟਅਪ ਜਿਹੜਾ ਹੈਗਾ ਬੜਾ ਹੀ ਫਾਰਮਲ ਦੇ ਵਿੱਚ ਆਏ ਹੋਏ, ਇਹਦਾ ਕੀ ਰੀਜ਼ਨ ਹੈ ਜੀ? ਦੇਖੋ ਜੀ, ਮਤਲਬ ਵੀ ਮੈਂ ਤਾਂ ਸਾਰੇ ਤਰ੍ਹਾਂ ਦੇ ਕੱਪੜੇ ਪਾਉਂਦਾ, ਕੁੜਤੇ ਪਜਾਮੇ। ਜਦੋਂ ਪਿੰਡਾਂ ਦੇ ਵਿੱਚ ਸਾਡੇ ਰੂਟ ਚੱਲਦੇ ਹੁੰਦੇ ਆ, ਪੋਲੀਟੀਕਲ ਫੰਕਸ਼ਨ ਚੱਲਦੇ, ਉਦੋਂ ਜ਼ਿਆਦਾਤਰ ਕੁੜਤੇ ਪਜਾਮੇ ਪਾਏ ਹੁੰਦੇ ਆ। ਅੱਜ ਸਾਡੇ ਇੱਕ ਦੋ ਮੀਟਿੰਗ ਸੀਗੀਆਂ, ਕਿਉਂਕਿ ਕੰਮ ਦੇ ਕਾਰੋਬਾਰ ਦੇ ਤੌਰ 'ਤੇ ਵੀ ਕੁਝ ਮੀਟਿੰਗਸ ਹੁੰਦੀਆਂ, ਕਲੋਨੀਆਂ ਕੱਟਦੇ ਹਾਂ ਅਸੀਂ, ਉਸ ਸੰਬੰਧ ਵਿੱਚ ਫਿਰ ਪੈਂਟ ਸ਼ਰਟ ਪਾ ਲਈਦੇ। ਕੋਈ ਮਤਲਬ ਕੋਈ ਬੋੜਾ ਉਹ ਨਹੀਂਗਾ, ਜਦੋਂ ਲੋਟ ਆਉਂਦਾ ਉਦੋਂ ਪਾ ਲਈਦਾ। ਧਾਲੀਵਾਲ ਸਾਹਿਬ, ਇੱਕ ਗੱਲ ਦੱਸੋ, ਤੁਹਾਡੇ ਕੋਲ ਇੱਦਾਂ ਦਾ ਕੋਈ ਮਰੇਕਲ ਹੈ ਜਾਂ ਜਿੱਥੇ ਵੀ ਕੋਈ ਮਿਸਹੈਪਨਿੰਗ ਹੁੰਦੀ ਹੈ ਜਾਂ ਕੋਈ ਵੀ ਵਾਕਿਆ ਗਲਤ ਹੁੰਦਾ ਹੈ, ਤਾਂ ਤੁਸੀਂ ਉੱਥੇ ਬੜਾ ਹੀ ਸਾਥ ਦਿੰਦੇ ਹੋ, ਯਾਨੀ ਕਿ ਜੋ ਬੰਦਾ ਸਹੀ ਹੋਵੇ ਉੱਥੇ। ਮੈਂ ਇੱਕ ਟੂਸੇ ਤੇ ਜਿੱਥੇ ਆਪਣੇ ਨਾਲ ਆਪਣੇ ਸਟੂਡੀਓ ਦੇ ਵਿੱਚ ਵੀ ਆਏ ਸੀ ਇਕਬਾਲ ਸਿੰਘ ਜੀ, ਉੱਥੇ ਕੋਈ ਵੀ ਪੋਲੀਟੀਕਲ ਨੇਤਾ ਨਹੀਂ ਪਹੁੰਚਿਆ, ਤੁਸੀਂ ਇਕੱਲੇ ਪਹੁੰਚੇ ਸੀਗੇ। ਉਹਨਾਂ ਦੇ ਬਾਰੇ ਤੁਹਾਨੂੰ ਕਿੱਥੋਂ ਪਤਾ ਲੱਗਿਆ ਸੀ? ਦੇਖੋ ਜਿਵੇਂ ਵੀਰ ਮੈਨੂੰ ਦੱਸ ਰਹੇ ਰਾਜੂ ਜੀ, ਵੀ ਆਪਾਂ ਕਰੋਨਾ ਦੌਰਾਨ, ਲਾਕਡਾਊਨ ਦੌਰਾਨ ਕਾਫੀ ਸੇਵਾ ਕੀਤੀ ਹੈ ਸਮਾਜ ਦੇ ਵਿੱਚ ਵਿਚਰਨ ਦਾ। ਮਤਲਬ ਕਿ ਸੋਸ਼ਲ ਕੰਮ ਜੇ ਕੋਈ ਬੰਦਾ ਕਰਦਾ ਵਾ ਜੀ, ਉਹਦੀ ਹੀ ਸਮਾਜ ਦੇ ਵਿੱਚ ਰਹਿਣ ਦੀ ਆ ਬੁੱਕਤ ਸਾਨੂੰ ਪਰਮਾਤਮਾ ਨੇ ਭੇਜਿਆ। ਆਪਦੇ ਵਾਸਤੇ ਤਾਂ ਹਰੇਕ ਹੀ, ਸਾਰੇ ਬੰਦੇ ਜਿਉਂਦੇ ਆ, ਅਸਲ ਇਨਸਾਨ ਉਹ ਹੁੰਦਾ ਜੋ ਲੋਕਾਂ ਵਾਸਤੇ ਜਿਉਂਦਾ ਜੀ। ਬਿਲਕੁਲ ਢਾਲੀਵਾਲ ਸਾਹਿਬ, ਜਿਵੇਂ ਆਪਾਂ ਦੇਖਦੇ ਆ ਜੀ, ਪ੍ਰਭਾਵਿਤ ਹੁੰਦੇ ਆ ਕਿਸੇ ਨਾ ਕਿਸੇ ਨੂੰ ਦੇਖ ਕੇ। ਸਮਾਜ ਦੇ ਕੰਮਾਂ 'ਚ ਤੁਸੀਂ ਬਹੁਤ ਰੁਚੀ ਰੱਖਦੇ ਹੋ ਜੀ। ਤੇ ਆਪਣੇ ਘਰਾਂ ਦੇ ਵਿੱਚ ਜਿਵੇਂ ਕੋਈ ਹੁੰਦਾ ਚਾਚਾ ਤਾਇਆ ਜੀ ਜਾਂ ਕੋਈ ਦੋਸਤ ਇਦਾਂ ਦਾ ਹੋਵੇ ਜਿਨ੍ਹਾਂ ਦੀ ਆਪਾਂ ਸੰਗਤ ਕਰਕੇ ਲੈਣ ਦੇ ਵਿੱਚ ਆਏ ਜੀ, ਕਿਉਂਕਿ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਸਮਾਜ ਨੂੰ ਦੇਣ ਦੀ। ਸਾਡੇ ਨਾ ਮਤਲਬ ਕਿ ਪਰਿਵਾਰ ਦੇ ਵਿੱਚ ਇੱਕ ਬਹੁਤ ਹੀ ਸਿੰਪਲ ਸਾਦਾ ਪਰਿਵਾਰ ਆ ਜੀ। ਸਾਡੇ ਪਰਿਵਾਰ ਦੇ ਵਿੱਚ ਕੋਈ ਜਿਹੜੀ ਮੈਂ ਤੁਹਾਨੂੰ ਕਹਿੰਦਾ ਵੀ ਕੋਈ ਮੈਂਬਰ ਪੰਚਾਇਤ ਵੀ ਨਹੀਂ ਬਣਿਆ ਜੀ। ਤਕਰੀਬਨ ਸਾਰੇ ਬਸ ਆਪਦੇ ਕੰਮਕਾਰ ਕਰਕੇ ਕਮਾਉਣ ਖਾਣ ਵਾਲੇ ਸੀਗੇ। ਤੇ ਮੈਂ ਹੌਸਟਲਾਂ 'ਚ ਪੜ੍ਹਨ ਕਰਕੇ ਵਧੀਆ ਕਾਲਜਾਂ 'ਚ ਪੜ੍ਹਿਆ, ਟੀਚਰਾਂ ਨੂੰ, ਸਾਡੇ ਲੈਕਚਰਾਂ ਨੂੰ, ਪ੍ਰੋਫੈਸਰਾਂ ਨੂੰ ਮਿਲਦਾ ਰਿਹਾ। ਉਸ ਤੋਂ ਬਾਅਦ ਸਮਾਜ ਦੇ ਵਿੱਚ ਦੋਸਤ ਮਿੱਤਰ ਕੋਈ ਇੱਦਾਂ ਦੇ ਬਣ ਗਏ। ਸ਼ੁਰੂ ਤੋਂ ਹੀ ਰੁਚੀ ਕੁਛ ਪੜ੍ਹਨ ਲਿਖਣ ਕਰਕੇ ਸਾਡੀ ਰੁਚੀ ਸ਼ੁਰੂ ਤੋਂ ਇਸ ਗੱਲ ਹੋ ਗਈ ਵੀ ਸਮਾਜ ਭਲਾਈ ਦੇ ਕੋਈ ਨਾ ਕੋਈ ਕੰਮ ਕਰੀਏ। ਤੇ ਕੋਈ ਇੱਦਾਂ ਕੋਈ ਸਪੈਸ਼ਲ ਆਈਡੀਅਲ ਨਹੀਂ, ਬਸ ਕਿਤਾਬਾਂ ਪੜ੍ਹ ਕੇ ਹੀ ਥੋੜ੍ਹੀ ਜਿਹੀ ਮਨ ਨੂੰ ਇਹ ਹੋਇਆ ਵੀ ਚੰਗਾ ਕੰਮ ਕਰੀਏ। ਵੀਰ ਮੇਰੇ ਨਾਲ ਗੱਲ ਕਰਦੇ ਸੀਗੇ ਉਸੇ ਵੀ ਕਿਵੇਂ ਪਹੁੰਚੇ ਤੁਸੀਂ। ਲਾਕਡਾਊਨ ਤੋਂ ਬਾਅਦ ਜਦੋਂ ਕਿਸਾਨੀ ਅੰਦੋਲਨ ਚੱਲਿਆ ਜੀ, ਲਾਕਡਾਊਨ ਜਦੋਂ ਚੱਲ ਰਿਹਾ ਸੀ ਨਾ, ਉਦੋਂ ਹੀ ਦੇਖੋ ਜੀ ਮੋਦੀ ਸਰਕਾਰ ਨੇ ਬਿੱਲ ਲਾਗੂ ਕੀਤੇ। ਇੱਕ ਪਾਸੇ ਤਾਂ ਲਾਕਡਾਊਨ ਚੱਲ ਰਿਹਾ, ਲੋਕਾਂ ਦੇ ਤਰਾਹੀ ਹੋਈ ਵੀ ਆ, ਵੀ ਮਰ ਰਹੇ ਆ ਲੋਕ ਜੀ। ਕਾਰੋਬਾਰ ਬੰਦ ਕਰਤੇ, ਸੜਕਾਂ 'ਤੇ ਨਿਕਲਣ ਨੂੰ ਲੋਕਾਂ ਨੂੰ ਬੰਦ ਕਰਤਾ ਸੀਗਾ, ਤੁਸੀਂ ਸਾਰਾ ਦੇਖਿਆ ਆਪ। ਉਸ ਦੌਰਾਨ ਨਾਲ ਦੀ ਨਾਲ ਉਹਨਾਂ ਨੇ ਬਿੱਲ ਲਾਗੂ ਕਰਤੇ ਜੀ। ਜਦੋਂ ਬਿੱਲ ਲਾਗੂ ਹੋਏ, ਪੰਜਾਬ ਦੇ ਵਿੱਚੋਂ ਇੱਕ ਲਹਿਰ ਉੱਠੀ ਮੋਦੀ ਦੇ ਖਿਲਾਫ। ਅੱਜ ਤੱਕ ਵੀ ਮੋਦੀ ਨੇ ਜੋ ਫੈਸਲੇ ਲਏ ਆ, ਮੈਨੂੰ ਲੱਗਦਾ ਨਹੀਂ ਵੀ ਕਿਸੇ ਨੇ ਡਟ ਕੇ ਕੋਈ ਵਿਰੋਧ ਕੀਤਾ ਹੋ। ਜੇ ਕੀਤਾ ਵੀ ਹੋਊਗਾ ਵਿਰੋਧ, ਉਹਦਾ ਕੋਈ ਹੱਲ ਨਹੀਂ ਹੋਇਆ। ਸੋ ਪੰਜਾਬ ਦੇ ਵਿੱਚ ਇੱਕ ਲਹਿਰ ਉੱਠੀ, ਅਸੀਂ ਸਾਰੇ ਵੀ ਉਸ ਲਹਿਰ ਦੇ ਵਿੱਚ, ਕਿਉਂਕਿ
ਆਮ ਤਾਂ ਅਸੀਂ ਕਿਸਾਨ ਪਰਿਵਾਰ ਆ, ਜੱਟ ਹੈਗੇ ਜੀ, ਜ਼ਮੀਨ ਦੇ ਨਾਲ ਜੁੜੇ ਹੋਏ ਆ ਜੀ। ਹਰੇਕ ਬੰਦੇ ਨੂੰ ਆਪਦੀ ਜ਼ਮੀਨ ਪਿਆਰੀ ਹੈ ਜੀ। ਜਦੋਂ ਉਹ ਲਹਿਰ ਉੱਠੀ ਉਹਦੇ ਨਾਲ ਵੀ ਅਸੀਂ ਅੱਗੇ ਹੋ ਕੇ ਲੜਾਈ ਲੜੀ, ਭਾਵੇਂ ਪੰਜਾਬ ਦੇ ਵਿੱਚ ਧਰਨੇ ਦੇਣੇ ਪਏ। ਉਸ ਤੋਂ ਬਾਅਦ ਜਦੋਂ ਦਿੱਲੀ ਗਏ, ਦਿੱਲੀ ਨਾਲ ਗਏ, ਤਕਰੀਬਨ ਉੱਥੇ ਵੀ ਕਾਫੀ ਸਮਾਂ, ਹੁਣ ਵੀ ਲਗਾਤਾਰ ਉੱਥੇ ਸਾਡਾ ਲੰਗਰ ਵਗੈਰਾ ਚੱਲ ਰਿਹਾ ਜੀ, ਨਾਲ ਸਾਥੀਆਂ ਦਾ ਸਾਰੇ ਸਿਸਟਮ ਉੱਥੇ ਰਹੇ ਆ। ਸੋ ਉਸ ਤਰ੍ਹਾਂ ਜਦੋਂ 26 ਜਨਵਰੀ ਦੀ ਘਟਨਾ ਹੋਈ ਉਸ ਤੋਂ ਬਾਅਦ ਬੰਦੇ ਅਰੈਸਟ ਹੋਏ, ਬਹੁਤ ਕੁਝ ਹੋਇਆ ਜੀ। ਟੂਸਿਆਂ ਦੀ ਗੱਲ, ਜਦੋਂ ਟੂਸਿਆਂ ਦੇ ਸਾਡੇ ਹਲਕੇ ਦਾ ਪਰਿਵਾਰ ਹੈ ਕਿ ਉੱਥੇ ਜਿਹੜੇ ਬੰਦੇ ਦੀ ਪੈਰਵਾਈ ਕਰ ਰਹੇ ਕੇਸਾਂ ਦੀ, ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਹੋ ਕੇ ਸੇਵਾ ਕਰ ਰਹੀ ਹੈ, ਨਾਲ ਸੰਯੁਕਤ ਕਿਸਾਨ ਮੋਰਚਾ ਵੀ ਹੈ। ਸੋ ਸਿਰਸਾ ਸਾਹਿਬ ਨਾਲ ਜਿੱਥੇ ਸਾਡੇ ਨਾਲ ਵੈਸੇ ਸੰਬੰਧ ਹੈ, ਮੇਰਾ ਪਰਸਨਲ ਬਹੁਤ ਪਿਆਰ ਉਹਨਾਂ ਨਾਲ ਜੀ। ਮੇਰੇ ਵਧੀਆ ਜਾਣਕਾਰ ਨੇ, ਮੈਂ ਤਕਰੀਬਨ ਉਹਨਾਂ ਨਾਲ ਕਾਫੀ ਸਮੇਂ ਤੋਂ, ਅੱਜ ਤੋਂ 10 ਸਾਲ ਤੋਂ ਵਿਚਰਦਾ ਉਹਨਾਂ ਨਾਲ। ਉਹਨਾਂ ਦੇ ਇਲੈਕਸ਼ਨਾਂ ਜਾਣਾ ਆਉਣਾ, ਰਾਬਤਾ ਮੇਰਾ ਬਣਿਆ ਰਹਿੰਦਾ। ਇਸ ਕਰਕੇ ਉਦੋਂ ਹੀ ਮੈਂ ਉਹਨਾਂ ਨਾਲ ਰਾਬਤਾ ਰੱਖਿਆ ਸੀ ਵੀ ਕੋਈ ਸਾਡੇ ਪੰਜਾਬ ਦਾ, ਸਾਡੇ ਏਰੀਆ ਦਾ ਨੌਜਵਾਨ ਹੁੰਦਾ ਵੀ ਤੁਸੀਂ ਸਾਨੂੰ ਦੱਸਣਾ ਵਾ ਤੇ ਅਸੀਂ ਉਹਦੀ ਪੈਰਵਾਈ ਕਰਨੀ ਹੈ। ਜਦੋਂ ਲਿਸਟ 'ਚ ਉਹਦਾ ਨਾਮ ਆਇਆ, ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇਹ ਤੁਹਾਡੇ ਏਰੀਆ ਦਾ ਮੁੰਡਾ ਨੌਜਵਾਨ ਟੂਸੇ ਦਾ, ਵੀ ਸਾਡੀ ਗੱਲ ਹੋ ਗਈ, ਅਸੀਂ ਬੇਲ ਕਰਾਵਾਂਗੇ। ਫਿਰ ਮੈਂ ਘਰ ਜਾ ਕੇ ਉਹਨਾਂ ਦੇ ਫਾਦਰ ਸਾਹਿਬ ਬੜੇ ਚਿੰਤਾ ਸੀ, ਉਹਨਾਂ ਦੀ ਸਿਰਸਾ ਜੀ ਨਾਲ ਗੱਲ ਕਰਾਈ, ਉਹਨਾਂ ਨੂੰ ਹੌਸਲਾ ਦਵਾਇਆ ਵੀ ਤੁਸੀਂ ਬੇਫਿਕਰ ਹੋ ਜਾਓ, ਵੀ ਤੁਹਾਡਾ ਬੇਟਾ ਕੋਈ ਆਪਦੇ ਹੱਕਾਂ ਵਾਸਤੇ ਨਹੀਂ ਜੇਲ੍ਹ 'ਚ ਗਿਆ, ਉਹ ਕੌਮ ਵਾਸਤੇ ਗਿਆ, ਪੰਜਾਬ ਵਾਸਤੇ ਗਿਆ, ਪੰਜਾਬੀ ਵਾਸਤੇ ਗਿਆ। ਵੀ ਜਿੰਨੇ ਜੋਗੇ ਅਸੀਂ ਹੈਗੇ ਹਾਂ, ਅਸੀਂ ਉਹਦੇ ਵਾਸਤੇ ਖੜਾਂਗੇ ਜਦ ਤੱਕ ਉਹ ਵਾਪਸ ਨਹੀਂ ਹੁੰਦਾ। ਤੇ ਇਸ ਤੋਂ ਬਾਅਦ ਵੀ ਕੱਲੀ ਜ਼ਮਾਨਤ ਤੱਕ ਨਹੀਂ, ਇਸ ਤੋਂ ਬਾਅਦ ਵੀ ਜਿਹੜੀ ਲੜਾਈ ਲੜਨੀ ਪਊਗੀ, ਭਾਵੇਂ ਇਸ ਕੇਸ ਦੇ ਵਾਸਤੇ ਜਾਂ ਹੋਰ ਸੰਬੰਧ 'ਚ ਕਿਤੇ ਵੀ ਆਉਣਾ ਜਿਹੜਾ ਕੁਝ ਕਰਨਾ ਪਿਆ, ਉਹਦੀ ਪੈਰਵਾਈ ਅਸੀਂ ਕਰਾਂਗੇ। ਸੋ ਉਸ ਸੰਬੰਧ 'ਚ ਅਸੀਂ ਉਹਨਾਂ ਦੇ ਕੋਲ ਗਏ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜ਼ਮਾਨਤ ਵੀ, ਤੇ ਅੱਜ ਬੇਟਾ ਆਪਦੇ ਘਰ ਦੇ ਵਿੱਚ ਵਧੀਆ ਪਰਿਵਾਰ ਦੇ ਵਿੱਚ ਬੈਠਾ ਜੀ। ਤਾਂ ਧਾਲੀਵਾਲ ਸਾਹਿਬ, ਮੇਰਾ ਅਗਲਾ ਸਵਾਲ ਇਹੀ ਹੈ ਕਿ ਤੁਹਾਨੂੰ ਅਕਾਲੀ ਪਾਰਟੀ ਨਾਲ ਜੁੜੇ ਨੂੰ ਕਿੰਨਾ ਸਮਾਂ ਹੋ ਗਿਆ? ਦੇਖੋ ਜੀ, ਮੈਂ ਤਕਰੀਬਨ 2006 'ਚ ਤਕਰੀਬਨ ਜਦੋਂ ਕਾਲਜ ਤੋਂ ਫ੍ਰੀ ਹੋਏ, ਥੋੜ੍ਹਾ ਬਹੁਤ ਕਾਰੋਬਾਰ ਸ਼ੁਰੂ ਕੀਤਾ। ਉਦੋਂ ਰੁਚੀ ਸੀਗੀ ਕਾਲਜ ਦੇ ਵਿੱਚ, ਪੋਲੀਟਿਕਸ ਦੇ ਵਿੱਚ ਯੋਗਦਾਨ ਪਾਉਂਦੇ ਹੁੰਦੇ ਸੀਗੇ। ਉਦੋਂ ਸਭ ਤੋਂ ਪਹਿਲਾਂ ਸਾਡੇ ਰਾਏਕੋਟ ਏਰੀਏ 'ਚੋਂ ਅਕਾਲੀ ਦਲ ਦੇ ਉਹਨਾਂ ਸਮੇਂ 'ਚ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਤਲਵੰਡੀ ਅਕਾਲੀ ਦਲ ਦੇ ਕੈਂਡੀਡੇਟ ਸੀਗੇ, ਉਹਨਾਂ ਨਾਲ ਸੰਪਰਕ ਬਣਿਆ। ਉਹਨਾਂ ਨੇ ਕਿਹਾ ਵੀ ਪ੍ਰੋਗਰਾਮ ਰੱਖੋ, ਨੌਜਵਾਨਾਂ ਦਾ ਇਕੱਠ ਬਹੁਤ ਜ਼ਿਆਦਾ ਸ਼ੁਰੂ ਤੋਂ ਸਾਡੇ ਨਾਲ ਰਿਹਾ, ਇਕੱਠ ਕੀਤਾ ਸਰਦਾਰ, ਵੱਡਾ ਪ੍ਰੋਗਰਾਮ ਹੋਇਆ, ਬੜਾ ਲੋਕਾਂ ਦੇ ਉਤਸ਼ਾਹ ਆਇਆ। ਉਦੋਂ ਮੈਨੂੰ 2006 'ਚ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਾਰਟੀ ਵੱਲੋਂ। ਉਸ ਤੋਂ ਬਾਅਦ ਮੈਂ ਰਾਏਕੋਟ ਹਲਕੇ ਦਾ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਿਆ। ਫਿਰ ਪੰਜਾਬ ਦੀ ਬੋਡੀ ਬਣੀ, ਮਜੀਠੀਆ ਸਾਹਿਬ ਨਾਲ ਕੰਮ ਕੀਤਾ, ਉਹਨਾਂ ਨਾਲ ਪੰਜਾਬ ਦਾ ਉਹਨਾਂ ਨੇ ਮੈਨੂੰ ਵਾਈਸ ਪ੍ਰਧਾਨ ਬਣਾਇਆ, ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਫਿਰ ਉਹਨਾਂ ਦੇ ਨਾਲ ਲੱਗਦੇ ਹੋਏ ਜਦੋਂ ਨਾਲ ਉਹਨਾਂ ਦੇ ਕੰਮ ਕੀਤਾ, ਉਹਨਾਂ ਤੋਂ ਅਸੀਂ ਮਜੀਠੀਆ ਸਾਹਿਬ ਦੀ ਛਵੀ ਤੋਂ ਬੜੇ ਪ੍ਰਭਾਵਿਤ ਹਾਂ, ਕਿਉਂਕਿ ਲੋਕਾਂ ਵਾਸਤੇ ਕੰਮ ਕਰਨ ਦਾ ਬੜਾ ਜਜ਼ਬਾ ਉਹਨਾਂ 'ਚ। ਕਿਸੇ ਵਰਕਰ ਦੇ ਮਗਰ ਜੇ ਸਟੈਂਡ ਕੋਈ ਲੈਂਦਾ, ਸਾਡੀ ਪਾਰਟੀ 'ਚ ਅਕਸਰ ਗੱਲ ਹੁੰਦੀ ਹੈ ਵੀ ਮਜੀਠੀਆ ਸਾਹਿਬ ਜਿਹਦੇ ਨਾਲ ਖੜ ਜਾਣਾ ਤੇ ਉਹ ਸਿਰੇ ਤੱਕ ਨਿਭਾਉਂਦੇ ਆ। ਸੋ ਉਹਨਾਂ ਦਾ ਸਾਥ ਜਦੋਂ ਮਿਲਿਆ, ਉਹਨਾਂ ਨੇ ਸਾਨੂੰ, ਕਿਉਂਕਿ ਸਾਡੀ ਪਾਰਟੀ ਦੇ ਵਿੱਚ ਆਮ ਵਰਕਰਾਂ ਨੂੰ ਜੇ ਕਿਸੇ ਨੇ ਬਾਂਹ ਚੱਕ ਕੇ ਭੀੜ 'ਚੋਂ ਕੱਢ ਕੇ ਲੀਡਰ ਬਣਾਇਆ ਤਾਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ। ਜਦੋਂ ਉਹਨਾਂ ਨਾਲ ਮਿਲੇ, ਉਹਨਾਂ ਦੇ ਨਾਲ ਕੰਮ ਕੀਤਾ ਤੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ, ਵੱਧਦੇ ਗਏ। ਉਸ ਤੋਂ ਬਾਅਦ ਪਾਰਟੀ ਨੇ SOA ਦੀ ਜ਼ਿੰਮੇਵਾਰੀ ਦਿੱਤੀ ਪੰਜਾਬ ਦੀ। ਫਿਰ ਉਸ ਤੋਂ ਬਾਅਦ ਅੱਜ ਮੈਨੂੰ ਹੁਣ ਯੂਥ ਅਕਾਲੀ ਦਲ ਦਾ ਜ਼ਿਲ੍ਹਾ ਦੀ ਸੇਵਾ ਨਿਭਾ ਰਿਹਾ, ਪਾਰਟੀ ਵੱਲੋਂ ਸੇਵਾ ਮਿਲੀ ਹੋਈ ਹੈ ਜੀ। ਸੋ 2006 ਦੇ ਲੱਗੇ ਹੋਏ ਆ ਜੀ, ਹੁਣ ਤੱਕ ਬਸ ਉਧਰ ਹੀ ਚੱਲੀ ਜਾਂਦਾ ਜੀ। ਇਸ ਜਿਹੜੀ ਅਕਾਲੀ ਪਾਰਟੀ ਨਾਲ ਤੁਸੀਂ ਜੁੜੇ ਹੋ, ਇਸ ਦੇ ਵਿੱਚ ਤੁਹਾਨੂੰ ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਸਫ਼ਰ ਤੋਂ ਲੈ ਕੇ ਹੁਣ ਤੱਕ ਜਿਹੜੀ ਦਿੱਕਤ ਅਕਾਲੀ ਪਾਰਟੀ ਨੂੰ ਅੱਜ ਕੱਲ੍ਹ ਜ਼ਿਆਦਾ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ? ਰੀਸੈਂਟਲੀ ਖਬਰ ਆਈ ਹੈ, ਮਤਲਬ ਉੱਥੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਜੀ 'ਤੇ ਹਮਲਾ ਵੀ ਕੀਤਾ ਗਿਆ ਸੀ ਜੀ, ਉਹਦੇ ਬਾਰੇ ਤੁਸੀਂ ਮਾੜਾ ਦੱਸੋ ਜੀ। ਦੇਖੋ ਜੀ, ਰਾਜਨੀਤੀ ਦੇ ਵਿੱਚ ਅੱਜ ਜੇ ਆਪਾਂ ਵਿਚਾਰ ਕਰੀਏ, ਸਭ ਕਹਿੰਦੇ ਵੀ ਸਭ ਤੋਂ ਔਖਾ ਕੰਮ ਰਾਜਨੀਤੀ ਹੈ ਜੀ। ਠੀਕ ਹੈ ਜੀ, ਹੋਰ ਕੋਈ ਕੰਮ ਕਰ ਲਓ ਤੁਸੀਂ, ਕਿਉਂਕਿ ਰਾਜਨੀਤੀ ਦੇ ਵਿੱਚ ਕੁਝ ਪਤਾ ਨਹੀਂ ਹੁੰਦਾ ਵੀ ਤੁਹਾਡੇ ਨਾਲ ਹੀ ਜਿਹੜਾ ਬੰਦਾ ਬੈਠਾ ਹੋਵੇ ਤੁਹਾਡਾ ਦੁਸ਼ਮਣ ਹੋਵੇ। ਪਾਰਟੀ ਤੋਂ ਬਾਹਰ ਵਾਲੇ ਤਾਂ ਦੁਸ਼ਮਣ ਹੁੰਦੇ ਆ, ਕੁਝ ਵਿੱਚ ਵੀ ਹੁੰਦੇ ਆ, ਧੜੇਬਾਜ਼ੀ ਹੁੰਦੀ ਹੈ, ਬਹੁਤ ਕੁਝ ਹੁੰਦਾ। ਸੋ ਇਹ ਇਟਸ ਪਾਰਟ ਆਫ ਲਾਈਫ, ਚੱਲਦਾ ਰਹਿੰਦਾ ਜੀ। ਕੋਈ ਆ ਗਿਆ, ਕੋਈ ਚਲੇ ਗਿਆ, ਸਿਸਟਮ ਚੱਲੀ ਜਾਂਦਾ ਜੀ। ਪਰ ਆਪਾਂ ਹਮੇਸ਼ਾ ਮੈਂ ਸੋਚੇ ਰੱਖੀ ਆ ਵੀ ਪੋਜ਼ਿਟਿਵ ਤਰੀਕੇ ਨਾਲ ਚੱਲਣਾ ਜੀ। ਕਦੇ ਵੀ ਮੈਂ ਕੋਈ ਕਿਸੇ ਦੀ ਨਿਖੇਧੀ ਜਾਂ ਕਿਸੇ ਦੀ ਕੋਈ ਨਿੰਦਿਆ ਵਿਚੁਗਲੀ ਉਹਨਾਂ ਕੰਮਾਂ 'ਚ ਨਹੀਂ ਪੈਂਦਾ। ਆਪਦੇ ਕੰਮ ਨੂੰ ਕੰਸਨਟਰੇਟ ਕਰਨ ਦੀ ਕੋਸ਼ਿਸ਼ ਕੀਤੀ ਆ, ਆਪਦੇ ਕੰਮ ਪ੍ਰਤੀ ਇਮਾਨਦਾਰ ਰਹੀਦਾ ਤੇ ਕੋਸ਼ਿਸ਼ ਕਰੀਦੀ ਆ ਵੀ ਜੇ ਜਿਹੜੀ ਕੋਈ ਟੀਮ ਆ ਨਾਲ, ਸਾਡੇ ਨੌਜਵਾਨਾਂ ਦੀ ਬੜੀ ਵਧੀਆ ਟੀਮ ਸਰ। ਮੈਨੂੰ ਮੇਰੇ ਹਲਕੇ 'ਚੋਂ ਜਿਵੇਂ ਸੁਧਾਰ ਤੋਂ ਸਾਡੇ ਕਰਮਜੀਤ ਸਿੰਘ ਗੋਲਡੀ ਸਰਕਲ ਪ੍ਰਧਾਨ ਆ, ਰਾਏਕੋਟ ਗਗਨਪ੍ਰੀਤ ਛੰਨਾ ਵਾ, ਮਤਲਬ ਪਾਰਟੀ ਦੇ ਵੀ ਜਿਹੜੇ ਨੌਜਵਾਨ ਇੱਕ ਪਰਿਵਾਰ ਵਾਲੀ ਗੱਲ ਹੀ ਹੋ ਜਾਂਦੀ ਹੈ। ਉਹ ਬਾਹਾਂ ਬਣ ਕੇ ਨਾਲ ਚੱਲਦੇ ਆ। ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਨੌਜਵਾਨ ਜਾਂ ਜਿਹੜੇ ਬੰਦੇ ਨਾਲ ਆ ਵੀ ਉਹਨਾਂ ਦੇ ਨਾਲ ਵਫਾਦਾਰੀ, ਆਪਦੀ ਪਾਰਟੀ ਦੇ ਨਾਲ ਵਫਾਦਾਰੀ, ਆਪਦੇ ਹਲਕੇ ਦੇ ਲੋਕਾਂ ਨਾਲ ਵਫਾਦਾਰੀ ਨਾਲ ਚੱਲੀਏ ਤੇ ਜੋ ਉਹਨਾਂ ਵਾਸਤੇ ਕਰ ਸਕਦੇ ਆ ਕਰੀਏ। ਸੋ ਉਹ ਕਰ ਰਹੇ ਆ ਜੀ। ਜਿਹੜੇ ਮਾੜੀ ਮੋਟੇ ਦਿੱਕਤਾਂ ਆਉਂਦੀਆਂ ਉਹ ਚੱਲਦਾ ਰਹਿੰਦਾ ਜੀ, ਇਟਸ ਪਾਰਟ ਆਫ ਲਾਈਫ। ਧਾਲੀਵਾਲ ਸਾਹਿਬ, ਕੁਛ ਆਪਾਂ ਤੁਹਾਡੀਆਂ ਵੀਡੀਓ ਦੇਖੀਆਂ ਜੀ, ਵਿਦੇਸ਼ਾਂ ਦੇ ਵਿੱਚ ਮੁੰਡੇ ਫਸੇ ਹੋਏ ਸੀਗੇ। ਹਾਂਜੀ, ਤੁਸੀਂ ਬੜੀ ਉਹਨਾਂ ਦੀ ਹੈਲਪ ਕੀਤੀ ਆ ਜੀ। ਸੋ ਵੀਰਾਂ ਦਾ ਪੂਰਾ ਸਾਥ ਦਿੱਤਾ ਜੀ। ਉਹਨਾਂ ਦੀ ਜਾਣਕਾਰੀ ਤੁਹਾਨੂੰ ਕਿਵੇਂ ਮਿਲੀ ਜੀ? ਦੇਖੋ, ਜਦੋਂ ਕਰੋਨਾ ਚੱਲ ਰਿਹਾ ਸੀਗਾ, ਜਿੱਥੇ ਪੰਜਾਬ ਦੇ ਵਿੱਚ ਬੜੀ ਪ੍ਰੋਬਲਮ ਸੀ, ਦੇਸ਼ ਦੇ ਵਿੱਚ ਕਈ ਨੌਜਵਾਨ ਸਾਡੇ ਜਿਹੜੇ ਬਾਹਰ ਬੈਠੇ ਸੀ, ਕੋਈ ਸਾਈਪਰਸ ਬੈਠਾ ਸੀ, ਕੋਈ ਦੁਬਈ ਬੈਠੇ, ਕੋਈ ਕਿਤੇ ਬੈਠੇ ਆ, ਜਿਹੜੇ ਉੱਥੇ ਏਜੰਟ ਵਿਚਾਰੇ ਲਾ ਜਾਂਦੇ ਆ ਜਾਲ 'ਚ ਲੈ ਕੇ ਵੀ ਤੁਹਾਨੂੰ ਕੰਮ ਮਿਲੂਗਾ, ਇਹ ਮਿਲੂਗਾ, ਉਹ ਮਿਲੂਗਾ। ਜਦੋਂ ਕਾਰੋਬਾਰ ਠੱਪ ਹੋ ਗਿਆ, ਉੱਥੇ ਕੰਮ ਮਿਲਣੇ ਬੰਦ ਹੋ ਗਏ ਤਾਂ ਇਹ ਵਿਚਾਰੇ ਮਲੇਸ਼ੀਆ, ਸਾਈਪਰਸ, ਇੱਥੋਂ ਨੌਜਵਾਨ
ਬੜੇ ਫਸ ਗਏ ਸੀਗੇ ਜੀ। ਸੋ ਉੱਥੋਂ ਕਈਆਂ ਨੇ ਵੀਡੀਓ ਬਣਾ ਕੇ ਭੇਜੀਆਂ ਹਿੰਦੁਸਤਾਨੀ ਗਵਰਨਮੈਂਟ ਵਾਸਤੇ। ਉਸ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਸੈਂਟਰ ਦੇ ਮਿਨਿਸਟਰ ਸੀਗੇ ਵੀ ਸਾਨੂੰ ਉਹਨਾਂ ਤੱਕ ਸਾਡੀ ਪਹੁੰਚ ਕੀਤੀ ਜਾਵੇ ਵੀ ਸਾਨੂੰ ਇੱਥੋਂ ਛੁਡਾ ਕੇ ਲਿਆਂਦਾ ਜਾਵੇ। ਕਈਆਂ ਦੇ ਫੋਨ ਆਏ। ਦੇਖੋ ਸੋਸ਼ਲ ਮੀਡੀਆ ਬੜਾ ਵੱਡਾ ਮਾਧਿਅਮ ਅੱਜ ਕੱਲ੍ਹ, ਸਭ ਨੂੰ ਕਿਸੇ ਨੇ ਕਿਸੇ ਨੂੰ ਮਿਲਣਾ ਉਹ ਸਾਰੇ ਨੌਜਵਾਨਾਂ ਦੇ ਸੰਪਰਕ ਮੇਰੇ ਨਾਲ ਸੋਸ਼ਲ ਮੀਡੀਆ ਦੇ ਥਰੂ ਹੋਇਆ। ਕੁਝ ਏਰੀਏ ਦੇ ਨੌਜਵਾਨ ਸੀਗੇ, ਉਹਨਾਂ ਦੇ ਬਜ਼ੁਰਗ, ਉਹਨਾਂ ਦੇ ਮਾਤਾ ਪਿਤਾ ਸਾਡੇ ਕੋਲ ਆਏ ਵੀ ਸਾਡੇ ਬੱਚੇ ਉੱਥੇ ਫਸੇ ਹੋਏ ਆ ਵੀ ਤੁਸੀਂ ਉਹਨਾਂ ਦੀ ਹੈਲਪ ਕਰੋ ਜੀ। ਸੋ ਇਹ ਬੜੀ ਵੱਡੀ ਜ਼ਿੰਮੇਵਾਰੀ ਸੀਗੀ। ਮੈਂ ਧੰਨਵਾਦੀ ਹਾਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਵੀ, ਸਾਡੀ ਅਕਾਲੀ ਦਲ ਪਾਰਟੀ ਦਾ ਵੀ। ਜਦੋਂ ਮੈਂ ਉਹਨਾਂ ਦੀ ਦੁੱਖ ਤਕਲੀਫ ਉਹਨਾਂ ਕੋਲ ਲੈ ਕੇ ਚੱਲਿਆ ਤਾਂ ਉਹਨੇ ਫੌਰਨ ਐਕਸ਼ਨ ਲੈਂਦੇ ਹੋਏ, ਬਿਲਕੁਲ ਜੀ, ਫੌਰਨ ਐਕਸ਼ਨ ਲੈਂਦੇ ਹੋਏ ਮਤਲਬ ਜਿੰਨਾ ਹੋ ਸਕਦਾ ਜੀ ਸਾਰੇ ਨੌਜਵਾਨ ਜਿੰਨੇ ਆ ਸਕਦੇ ਸੀ, ਤਕਰੀਬਨ 2-3 ਸ਼ਿਫਟਾਂ 'ਚ ਬਾਹਰੋਂ ਮਲੇਸ਼ੀਆ ਤੋਂ ਇੰਡੋਨੇਸ਼ੀਆ 'ਚ ਕੋਈ ਵਿਚਾਰੇ ਜੇਲ੍ਹ 'ਚ ਫਸੇ ਹੋਏ ਸੀਗੇ, ਕੋਈ ਕਮਰੇ ਤਾੜੇ ਹੋਏ ਸੀ, ਕੋਈ ਬੰਦ ਕੀਤੇ ਹੋਏ ਸੀ, ਜਿਹਨਾਂ ਨੂੰ ਖਰਚਾ ਵੀ ਹੈ ਨਹੀਂ ਸੀਗਾ। ਉੱਥੇ ਉਹਨਾਂ ਨੂੰ ਮੈਡੀਕਲ ਸਹੂਲਤਾਂ ਵੀ ਦਵਾਈਆਂ, ਕੈਂਪ ਜਿਹੜੇ ਸੀ ਕੈਂਪ 'ਚ ਸਮਾਨ ਪਹੁੰਚਦਾ ਕੀਤਾ ਤੇ ਜਿਵੇਂ ਜਿਵੇਂ ਸ਼ਿਫਟਾਂ 'ਚ ਇੰਡੀਆ ਲੈ ਕੇ ਆਏ, ਪੰਜਾਬ ਲੈ ਕੇ ਆਏ। ਸੋ ਉਹ ਸਾਰਾ ਕੁਝ ਮਤਲਬ ਕਿ ਪੰਜਾਬ ਸਰਕਾਰ ਦੇ ਸਾਡੇ ਹਰਸਿਮਰਤ ਕੌਰ ਬਾਦਲ ਜੀ ਨੇ ਸੈਂਟਰ ਸਰਕਾਰ ਨਾਲ ਰਲ ਕੇ ਕੀਤਾ। ਤੇ ਚਲੋ ਸੇਰਾ ਦਾ ਮੇਰੇ ਵਰਗੇ ਨਿਮਾਣੇ ਜੇ ਬੰਦੇ ਨੂੰ ਤੁਹਾਡੇ ਵਰਗੇ ਭਰਾ ਦੇ ਦਿੰਦੇ ਆ ਵੀ ਕਰਨ ਕਰਾਉਣਾ ਤਾਂ ਕਹਿੰਦੇ ਵੀ ਗੁਰੂ ਮਹਾਰਾਜ ਦੇ ਹੱਥ ਆ। ਮਤਲਬ ਵੀ ਹਰਸਿਮਰਤ ਕੌਰ ਬਾਦਲ ਜੀ ਨੇ ਸੇਵਾ ਨਿਭਾਈ ਆ, ਸਰਕਾਰ ਨੇ ਨਿਭਾਈ ਆ ਤੇ ਉਹ ਸਾਰੇ ਵਿਚਾਰੇ ਅੱਜ ਬੱਚੇ ਆਪਦੇ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਵਧੀਆ। ਸੋ ਧਾਲੀਵਾਲ ਸਾਹਿਬ ਇੱਕ ਗੱਲ ਹੋਰ ਮੂਹਰੇ ਆਉਂਦੀ ਆ। ਦੇਖੋ ਲੋਕਡਾਊਨ ਦੇ ਵਿੱਚ ਤੁਸੀਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜੀ, ਲੋਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਦੇ ਕੇ ਆਏ ਹੋ ਤੇ ਇੱਕ ਪਾਸੇ ਸਰਕਾਰ ਵੀ ਰਾਸ਼ਨ ਦੇ ਰਹੀ ਸੀ ਜੀ। ਆਪਾਂ ਦੇਖਿਆ ਕਿ ਮੰਤਰੀਆਂ ਦੇ ਥੈਲੀਆਂ ਦੇ ਫੋਟੋਆਂ ਲੱਗੀਆਂ ਸੀ, ਉਹ ਰਾਸ਼ਨ ਦਾ ਪਹੁੰਚਿਆ ਨਹੀਂ ਜੀ ਕਿਤੇ, ਕਿਉਂਕਿ ਸਾਨੂੰ ਕਾਫੀ ਜਾਣਕਾਰੀ ਮਿਲੀ ਹੈ ਵੀ ਪਿੰਡਾਂ ਦੇ ਵਿੱਚ ਰਾਸ਼ਨ ਨਹੀਂ ਆਇਆ। ਤੇ ਉਸ ਟਾਈਮ ਦੇ ਵਿੱਚ ਕੁਝ ਹੁਣ ਜਿਵੇਂ ਕਣਕ ਆਉਂਦੀ ਆ ਜੀ ਨੀਲੇ ਕਾਰਡਾਂ ਦੇ, ਤੇ ਆਪਾਂ ਦੇਖਦੇ ਆ ਪਿੰਡਾਂ ਦੇ ਵਿੱਚ ਇਹ ਕੰਪਲੇਂਟਾਂ ਖਾਸ ਕਰਕੇ ਆਉਂਦੀਆਂ ਆਕਾਸ਼ ਜੀ ਬਿਲਕੁਲ ਬਈ ਜੇ 5 ਘਰ ਦੇ ਜੀ ਆ ਤਾਂ 2 ਜੀਆਂ ਦੀ ਕਣਕ ਕੱਟੀ ਜਾਂਦੀ ਆ, 3 ਦੀ ਮਿਲ ਜਾਂਦੀ ਆ। ਉਧਰ ਪਰਿਵਾਰ ਨਾਲ ਦੂਜੇ ਨਾਲ ਗੱਲ ਕਰੀਏ ਤਾਂ ਉਹਨਾਂ 2 ਦੀ ਕੱਟੀ ਜਾਂਦੀ ਆ। ਇਦਾਂ ਹੋ ਰਿਹਾ ਜੀ। ਤੇ ਜਿਹੜਾ ਜ਼ਰੂਰਤਮੰਦ ਬੰਦਾ ਉਹਦੇ ਤੱਕ ਚੀਜ਼ ਪਹੁੰਚ ਨਹੀਂ ਰਹੀ ਜੀ। ਜਿਹੜੇ ਕੋਈ ਅਮੀਰ ਘਰਾਣੇ ਆ ਜਾਂ ਵਿੱਚ ਜਿਨ੍ਹਾਂ ਦੇ ਕੋਈ ਲਿੰਕ ਵਧੀਆ ਵਾ ਉਹ ਲੈ ਜਾਂਦੇ ਆ ਜੀ। ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਕਰੋਨਾ ਦੌਰਾਨ ਪਹਿਲਾਂ ਮੈਂ ਗੱਲ ਕਰਾਂਗਾ ਪੰਜਾਬ ਸਰਕਾਰ ਦਾ ਬੜਾ ਮਾੜਾ ਰੋਲ ਰਿਹਾ ਜੀ। ਸਮਾਜ ਸੇਵੀ ਸੰਸਥਾਵਾਂ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਤੁਹਾਡੇ ਮੇਰੇ ਵਰਗੇ ਵੀਰ NRI ਵੀ ਸੱਜਣ ਜੇ ਨਾ ਸੇਵਾ ਨਿਭਾਉਂਦੇ ਤਾਂ ਮੈਨੂੰ ਲੱਗਦਾ ਸੀ ਬਹੁਤ ਮਾੜਾ ਹਾਲ ਸੀ। ਬਿਲਕੁਲ ਜੀ। ਸਰਕਾਰ ਨੇ ਤਾਂ ਫੋਟੋਆਂ ਹੀ ਖਿਚਾਈਆਂ ਨੇ ਅਖਬਾਰਾਂ ਦੇ ਵਿੱਚ ਜੀ ਵੀ ਅਸੀਂ ਰਾਸ਼ਨ ਦੇ ਰਹੇ ਹਾਂ, ਅਸੀਂ ਇਹ ਕੁਝ ਕਰ ਰਹੇ ਹਾਂ। ਪਰਫਾਰਮੈਂਸ ਬਹੁਤ ਹੀ ਮਾੜਾ ਰਿਹਾ ਜੀ। ਬਿਲਕੁਲ ਉਹ ਸਾਰਾ ਜਿਹੜਾ ਕੰਮ ਸਾਂਭਿਆ NRI ਵੀਰਾਂ ਨੇ, ਸਮਾਜ ਸੇਵੀ ਸੰਸਥਾਵਾਂ ਨੇ ਸਾਂਭਿਆ ਜੀ। ਜੇ ਬੋਲੋ ਕਿ ਕਰੋਨਾ ਦੌਰਾਨ ਜੇ ਉਸ ਤੋਂ ਬਾਅਦ ਜਿਵੇਂ ਤੁਸੀਂ ਕਹਿੰਦੇ ਵੀ ਪਿੰਡਾਂ 'ਚ ਕਣਕ ਆਉਂਦੀ ਜਿਹੜੀ ਸਰਕਾਰੀ, ਉਸ ਦੌਰਾਨ ਤਾਂ ਆਈ ਨਹੀਂ। ਤੇ ਜੇ ਆਉਂਦੀ ਆ ਤਾਂ ਕੁਝ ਨਾ ਜਿਹੜੇ ਕੁਝ ਮੇਰੇ ਵਰਗੇ ਮੂਹਰੇ ਚੌਧਰੀ ਬਣ ਜਾਂਦੇ ਨੇ, ਉਹਨਾਂ ਨੂੰ ਹੁੰਦਾ ਵੀ ਮੈਂ ਤਾਂ ਆਪਦੀਆਂ ਵੋਟਾਂ ਵਾਲੇ ਬੰਦਿਆਂ ਨੂੰ ਦੇਣੀ ਹੈ ਕਣਕ। ਉਹ ਥੋੜੀ ਪਿੰਡਾਂ ਜਿਹੜੀ ਉਹ ਧੜੇਬਾਜ਼ੀ ਜਿਹੜੀ ਹੁੰਦੀ ਵੀ ਮੈਂ ਆਪਦੇ ਬੰਦੇ ਖੁਸ਼ ਕਰਨਾ, ਦੂਜੇ ਭਾਵੇਂ ਰਹਿ ਜਾਣ। ਉਸ ਕੰਮ ਦੇ ਵਿੱਚ ਕਹੀਏ ਨਾ ਜਿਹੜਾ ਅਸਲ ਹੱਕਦਾਰ ਬੰਦਾ ਹੁੰਦਾ ਵਾ ਉਹ ਰਹਿ ਜਾਂਦਾ ਵਾ। ਬਿਲਕੁਲ। ਤੇ ਜਿਹੜਾ ਦੂਜਾ ਹੁੰਦਾ ਵਿਚਾਰਾ ਉਹਨੂੰ ਮਿਲ ਜਾਂਦਾ ਸਮਾਨ। ਵੈਸੇ ਇੱਕ ਸਮਾਜ ਦਾ ਮੈਂ ਕਹੂੰਗਾ ਮਾੜਾ ਘਿਨਾਉਣਾ ਚਿਹਰਾ ਵਾ। ਕਿਉਂਕਿ ਜਿਹੜੇ ਬੰਦੇ ਨੇ ਕਣਕ ਲਵਾਈ ਹੈ ਜਾਂ ਸਰਕਾਰੀ ਕਣਕ ਤੇ ਬੈਠਾ ਉਹ ਜਿਹੜਾ ਗਰੀਬ ਇਨਸਾਨ ਲੋੜਵੰਦ ਹੁੰਦਾ ਵਾ ਇਹੋ ਜਿਹੇ ਜੇ ਆਪਾਂ ਕਿਸੇ ਦਾ ਹੱਕ ਮਾਰ ਕੇ ਕਿਸੇ ਹੋਰ ਨੂੰ ਜਿਹਦਾ ਹੱਕ ਹੈ ਨਹੀਂ ਉਹਨੂੰ ਦਿੰਦੇ ਆ ਚੀਜ਼, ਇਹ ਮਾੜੀ ਗੱਲ ਹੈ। ਇੱਦਾਂ ਦੀ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ। ਪਰ ਆਪਣੇ ਸਮਾਜ ਦੇ ਵਿੱਚ ਨਾਲ ਦੇ ਨਾਲ ਚੱਲੀ ਜਾਂਦਾ, ਹੁਣ ਕੀ ਕਰ ਸਕਦੇ ਹਾਂ। ਇਸ ਦਾ ਇਹੀ ਹੈ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਕੰਮ ਨਾ ਕਰਿਆ ਕਰੋ। ਕਿਉਂਕਿ ਜਿਹੜੀ ਖਾਣ ਪੀਣ ਵਾਲੀ ਚੀਜ਼ ਹੈ ਕਿਸੇ ਢਿੱਡ 'ਚ ਪੈਣੀ, ਉਹਨਾਂ ਦੇ ਬੱਚੇ ਵਿਚਾਰੇ ਡਿੱਗਦੇ ਹੁੰਦੇ ਆ। ਤੁਸੀਂ ਉਹਨਾਂ ਦਾ ਹੱਕ ਮਾਰ ਕੇ ਜੇ ਕਿਸੇ ਇੱਦਾਂ ਦੇ ਬੰਦੇ ਨੂੰ ਕੋਈ ਚੀਜ਼ ਦਿੰਦੇ ਹੋ ਜਿਹਨੂੰ ਲੋੜ ਹੈ ਨਹੀਂ ਗੀ, ਉਸ ਤੋਂ ਮਾੜਾ ਮੈਂ ਸਮਝਦਾ ਕੋਈ ਨਹੀਂ ਹੋ ਸਕਦਾ। 2 ਅਦਾਲਤਾਂ ਨੇ, ਜਿਹੜੀ ਇੱਥੇ ਵਾਲੀ ਅਦਾਲਤ ਆ ਸ਼ਾਇਦ ਉਹਨੂੰ ਮਾਫ ਕਰ ਦੇਵੇ ਕਿਉਂਕਿ ਅਗਲਾ ਸਰਕਾਰ ਦੇ ਬਾਰੇ ਵੀ ਹੋਊਗਾ। ਪਰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਗੁਰੂ ਮਹਾਰਾਜ ਦੇ ਦਰਬਾਰ ਵੀ ਅਦਾਲਤ ਵੀ ਆ, ਉੱਥੇ ਕੋਈ ਸਿਫਾਰਸ਼ਾਂ ਨਹੀਂ ਚੱਲਦੀਆਂ। ਉੱਥੇ ਜਿਹੜੇ ਤੁਹਾਡੇ ਕੀਤੇ ਹੋਏ ਗੁਨਾਹ ਤੁਹਾਡੇ ਸਾਹਮਣੇ ਹੋਣੇ ਤੇ ਉੱਥੇ ਕੋਈ ਮਾਫੀ ਨਹੀਂ। ਇੱਕ ਧਾਲੀਵਾਲ ਸਾਹਿਬ ਹੋਰ ਦੇਖਿਆ, ਜਦੋਂ ਉਹ ਜਿਹੜੇ ਆਪਣੇ ਥੱਲੇ ਡਿਪੂ ਹੋਲਡਰ ਆ ਜੀ, ਮੈਨੇਜਰ ਰੱਖੇ ਹੁੰਦੇ ਆ ਉਹਨਾਂ ਦੇ, ਜਦੋਂ ਉਹਨਾਂ ਨਾਲ ਅਕਸਰ ਆਪਾਂ ਗੱਲਬਾਤ ਕਰਦੇ ਆ ਵੀ ਇਹ ਪਰਿਵਾਰ ਦੀ ਕਣਕ ਕਿਉਂ ਕੱਟੀ ਗਈ, ਉਹ ਦਿਖਾ ਦਿੰਦੇ ਆ ਜੀ ਮਸ਼ੀਨ ਤੋਂ ਪਰਚੀ ਕੱਢ ਕੇ ਵੀ 3 ਦੀ ਆਈ ਆ ਜਾਂ 2 ਦੀ ਆਈ ਆ, ਸਾਡੇ ਹੱਥ ਬਸ ਨਹੀਂ ਜੀ। ਇਹ ਗੱਲ ਕਹਿ ਕੇ ਪੱਲਾ ਝਾੜ ਲੈਂਦੇ ਆ ਜੀ। ਤੇ ਗਰੀਬ ਬੰਦਾ ਕਿੱਥੇ ਕੰਪਲੇਂਟ ਕਰੇ, ਕਿਹੜੇ ਉਹ ਅਫਸਰ ਆ ਜਿਨ੍ਹਾਂ ਨੂੰ ਜਾ ਕੇ ਉਹ ਦਰਖਾਸਤ ਦੇਵੇ ਜਾਂ ਕੋਈ ਕਾਰਵਾਈ ਹੋਵੇ ਜੀ ਵੀ ਉਹਨਾਂ ਤੱਕ ਚੀਜ਼ ਨਹੀਂ ਪਹੁੰਚਦੀ ਜੀ। ਇਹਦਾ ਕੀ ਹੱਲ ਹੋ ਸਕਦਾ ਜੀ? ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਇੱਥੇ 4 ਸਵਾ 4 ਦੇ ਪੂਰੇ ਜਿਹੜੇ ਲੀਡਰਸ ਹੁੰਦੇ ਆ, ਪਾਰਟੀ ਲੀਡਰ ਹੁੰਦੇ ਆ, ਕੋਈ MLA ਆ ਆਪਣਾ, ਕੋਈ MP ਆ, ਆਪਾਂ ਪਿੰਡਾਂ ਸਰਪੰਚ ਬਣਾਉਂਦੇ ਆ, ਬਲਾਕ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਜੀ। ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਲੋਕਾਂ ਦੇ ਵਿੱਚ ਜਿਹੜਾ ਰਾਬਤਾ ਸਰਕਾਰ ਦਾ ਉਹਨਾਂ ਨੇ ਬੰਦਿਆਂ ਨੇ ਪੂਰਾ ਕਰਨਾ ਹੁੰਦਾ ਵਾ ਜੀ। ਜਦੋਂ ਹੁਣ ਉੱਪਰ ਤੋਂ ਕੈਪਟਨ ਸਾਹਿਬ ਤੋਂ ਸ਼ੁਰੂ ਹੋ ਜਾਈਏ ਵੀ ਕੰਮ ਦੇ ਪ੍ਰਤੀ ਸੀਰੀਅਸਨੈਸ ਨਾ ਹੋਵੇ, ਛੁੱਟੀਆਂ ਮਨਾਉਣ 'ਚ ਜ਼ਿਆਦਾ ਧਿਆਨ ਹੋਵੇ, ਲੋਕਾਂ ਦੇ ਦੁੱਖ ਤਕਲੀਫਾਂ ਦੀ ਧਿਆਨ ਘੱਟ ਹੋਵੇ,
ਉਹ ਉੱਪਰ ਤੋਂ ਚੇਂਜ ਚੱਲਦੀ ਹੈ, ਜਿੱਦਾਂ ਦਾ ਸੁਭਾਅ ਉਹਨਾਂ ਦਾ ਉੱਦਾਂ ਦਾ ਉਹਨਾਂ ਦੇ MP MLA ਦਾ ਹੋ ਗਿਆ। ਸੋ ਅਫਸਰਾਂ ਨੂੰ ਵੀ ਇਹੋ ਜਿਹਾ ਭੇਜ ਦਿਆ ਪੈਂਦਾ ਵਾ ਵੀ ਇੱਥੇ ਕੋਈ ਚੱਕਰ ਵਾਲੀ ਗੱਲ ਨਹੀਂ, ਆਪਦੇ ਹਿਸਾਬ ਨਾਲ ਚੱਲੀ ਚਲੋ। ਉਹ ਜਿਵੇਂ ਉਹਨਾਂ ਨੂੰ ਲੋਟ ਲੱਗਦਾ ਵਾ, ਜੇ ਤੁਸੀਂ ਅਫਸਰ ਦੇ ਸਰਾਣੇ ਖੜੇ ਰਹੋਗੇ ਵੀ ਨਹੀਂ ਆਹ ਕੰਮ ਕਰਕੇ ਦੇਣਾ ਵਾ, ਵੀ ਸਾਡੀ ਜ਼ਿੰਮੇਵਾਰੀ, ਸਾਡੇ ਹਲਕੇ ਹਰੇਕ ਬੰਦੇ ਨੂੰ ਪਹੁੰਚਣੀ ਚਾਹੀਦਾ ਸਮਾਨ, ਤੇ ਉਹ ਕੰਮ ਕਰਦੇ। ਜਦੋਂ ਉਤੋਂ ਕੰਮ ਅਣਗੌਲਿਆ ਹੋ ਜਾਏ ਫਿਰ ਅਫਸਰ ਵੀ ਥੋੜ੍ਹੇ ਢਿੱਲੇ ਹੋ ਜਾਂਦੇ ਆ। ਸੋ ਮੈਂ ਕਹੂੰਗਾ ਵੀ ਅਫਸਰਾਂ ਦੇ ਵਿੱਚ ਲੀਡਰਾਂ ਦੀ ਪਕੜ ਹੈ ਨਹੀਂ, ਜਿਹਦੇ ਕਰਕੇ ਇਹ ਪ੍ਰੋਬਲਮ ਆਉਂਦੀ ਆ। ਨਹੀਂ ਤਾਂ ਜੇ ਲੀਡਰ ਸਰਾਣੇ ਖੜਾ ਹੋਵੇ ਜਾਂ ਉਹਨੂੰ ਕਹੇ ਵੀ ਹਾਂ ਤੂੰ ਕੰਮ ਜਵਾਬ ਦੇ ਹੋਵੇ ਅਫਸਰ, ਫਿਰ ਕੰਮ 'ਚ ਕਦੇ ਕੁਤਾਹੀ ਨਹੀਂ ਹੁੰਦੀ। ਉਹ ਢਿੱਲੀ ਕਾਰਗੁਜ਼ਾਰੀ ਸਰਕਾਰੀ ਲੀਡਰਾਂ ਆਪਣੇ ਲੀਡਰਾਂ ਦੀ ਅਫਸਰਾਂ ਦੀ ਹੋ ਜਾਂਦੀ। ਅਫਸਰ ਕਾ ਕਚੂਮਰ ਜਨਤਾ ਦਾ ਕੱਢ ਦਿੰਦੇ ਆ। ਇਹ ਸਾਰੀ ਉੱਪਰੋਂ ਚੇਂਜ ਚੱਲਦੀ ਆ। ਸੋ ਮਹਾਰਾਜਾ ਸਾਹਿਬ ਤੋਂ ਸ਼ੁਰੂ ਹੋਇਆ ਹੈ, ਥੱਲੇ ਤੱਕ ਇਹੀ ਮਾਹੌਲ ਚੱਲੀ ਜਾਂਦਾ ਵਾ। ਇਹ ਫੇਲੀਅਰ ਆ ਸਰਕਾਰ ਦਾ, ਜਿਹਦੇ ਕਰਕੇ ਪ੍ਰੋਬਲਮਸ ਆ ਰਹੀਆਂ। ਬਿਲਕੁਲ ਜੀ, ਤੁਸੀਂ ਬਹੁਤ ਨਜ਼ਦੀਕ ਨਾਲ ਦੇਖਿਆ ਜੀ ਲੋਕਡਾਊਨ ਦੇ ਵਿੱਚ ਵੀ। ਉੱਦਾਂ ਵੀ ਚਲੋ ਤੁਸੀਂ ਸ਼ਲਾਘਾਯੋਗ ਕੰਮ ਕਰਦੇ ਰਹਿੰਦੇ ਹੋ ਜੀ। ਪਿੰਡਾਂ ਦੇ ਵਿੱਚ ਜਾ ਜਾ ਕੇ ਤੁਸੀਂ ਰਾਸ਼ਨ ਮੁਹੱਈਆ ਕਰਾਇਆ ਜੀ। ਹਾਂਜੀ, ਤੇ ਤੁਸੀਂ ਦੱਸੋ ਵੀ ਹਾਲਾਤ ਪਿੰਡਾਂ ਦੇ ਕਿੱਦਾਂ ਆ ਜੀ? ਤੁਸੀਂ ਸੱਚ ਪੁੱਛੋ ਜੀ, ਮਤਲਬ ਜੇ ਕਿਸੇ ਤੋਂ ਸੁਣਦੇ ਆ ਤਾਂ ਸੁਣ ਨਹੀਂ ਹੁੰਦਾ ਅੱਜ ਕੱਲ੍ਹ ਦੀ ਘੜੀ 'ਚ। ਜਿਹੜੇ ਬਿਜਲੀ ਦੇ ਬਿੱਲ ਇੰਨੇ ਜ਼ਿਆਦਾ ਵੱਧ ਗਏ ਜੀ 4 ਸਾਲਾਂ ਦੇ ਵਿੱਚ। ਹਾਲਾਂਕਿ ਵਾਅਦੇ ਦੇਖੋ ਤੁਸੀਂ ਜਿਹੜੇ ਕੀਤੇ ਸੀਗੇ ਵੀ ਘਟਾਏ ਜਾਣਗੇ ਜੀ। ਮੈਨੂੰ ਲੱਗਦਾ 4.5 ਸਾਲ 'ਚ ਸ਼ਾਇਦ 5 ਰੁਪਏ ਹੁੰਦੇ ਸੀ ਪਹਿਲਾਂ, ਤੇ ਹੁਣ ਮੇਰੇ ਹਿਸਾਬ ਨਾਲ 10 ਦੇ ਕਰੀਬ ਪਹੁੰਚ ਚੁੱਕੀ ਆ। ਆਲਮੋਸਟ ਡਬਲ ਹੋ ਗਏ ਘਟਾਉਣੇ ਦਾ ਕੀ ਸੀਗੇ ਜੀ। ਉਹੀ ਕੰਮ ਸਾਰੇ ਪਾਸੇ ਚੱਲੀ ਜਾਂਦਾ। ਜਿਹੜੀ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ ਜੀ। ਲਾਰੇ ਤਾਂ ਲਾਏ ਸੀਗੇ ਵੀ ਘਰ ਘਰ ਨੌਕਰੀ ਮਿਲੂਗੀ ਤੁਹਾਨੂੰ, ਤੇ ਜਿਹੜੇ ਗਰੀਬ ਬੰਦੇ ਜਿਹੜੇ ਲੈਂਦੇ ਸੀਗੇ ਵਿਚਾਰੇ ਉਹ ਆਟਾ ਦਾਲ ਵੀ ਤੁਹਾਨੂੰ ਨਾਲ ਸਾਰਾ ਰਾਸ਼ਨ ਹੋਰ ਮਿਲ ਜੂਗਾ ਜੀ, ਚਾਹ ਪੱਤੀ ਖੰਡ ਸਾਰਾ ਕੁਝ ਮਿਲ ਜੂਗਾ ਜੀ। ਲਾਰੇ ਐਡੇ ਵੱਡੇ ਲਾਏ ਸੀਗੇ ਜੀ, ਤੇ ਰਿਜ਼ਲਟ ਉਦੋਂ ਬਿਲਕੁਲ ਆਪੋਜ਼ਿਟ ਜੀ। 17-18 ਮੇਨ ਵੱਡੇ ਵਾਅਦੇ ਕੀਤੇ ਸਰਕਾਰ ਨੇ ਜਿਹੜੇ, ਜਿਨ੍ਹਾਂ ਦੇ ਵਿੱਚੋਂ ਮੈਂ ਕਹਿੰਦਾ ਵੀ ਇੱਕ ਬੱਚੇ ਦੇ ਪਾਸ ਹੋਣਾ ਉਹਨੂੰ ਵੀ ਪੰਜਾਬ ਸਿੱਖਿਆ ਬੋਰਡ ਦੇ 33% ਨੰਬਰ ਸ਼ਾਇਦ ਚਾਹੀਦੇ ਹੁੰਦੇ ਤਾਂ ਪਾਸ ਹੁੰਦਾ ਜੀ ਉਹ। ਬਿਲਕੁਲ ਜੀ। ਤੇ ਜੇ ਆਪਾਂ ਪੰਜਾਬ ਸਰਕਾਰ ਦੇ ਨੰਬਰਾਂ ਲਾਈਏ ਤਾਂ 0% ਪਰਫਾਰਮੈਂਸ ਹੈ ਜੀ। ਕੋਈ ਵੀ ਕੰਮ ਨਹੀਂ ਕੀਤਾ, ਲਾਰੇ ਤੇ ਵਾਅਦੇ ਐਡੇ ਵੱਡੇ ਲਾਤੇ। ਸੋ ਮੈਂ ਹੈਰਾਨ ਆ ਵੀ ਲੋਕਾਂ ਦੇ ਵਿੱਚ ਕਿਵੇਂ ਜਾਣਗੇ। 2022 ਆ ਚੁੱਕਿਆ ਵਾ, ਹੁਣ ਵੋਟਾਂ ਕਿਵੇਂ ਮੰਗਣਗੇ ਜੀ। ਸੋ ਲੋਕ ਤਾਂ ਮੁੱਠੀਆਂ ਚੁੱਕੀ ਬੈਠੇ ਆ ਵੀ ਸਾਡੇ ਕੋਲੇ ਆਉਣ, ਫਿਰ ਉਹਨੂੰ ਜਵਾਬ ਦਈਏ ਜੀ। ਸੋ ਮਾੜੀ ਕਾਰਗੁਜ਼ਾਰੀ ਝੂਠ ਬੋਲ ਕੇ ਜਿਹੜੀ ਸਰਕਾਰ ਲੈ ਆਂਦੀ ਹੈ, ਕਹਿੰਦੇ ਵੀ ਕਾਠ ਦੀ ਹਾਂਡੀ ਇੱਕ ਵਾਰੀ ਚੜ੍ਹਦੀ ਹੁੰਦੀ, ਬਾਰ-ਬਾਰ ਨਹੀਂ ਚੜ੍ਹਦੀ ਹੁੰਦੀ। ਇੱਕ ਵਾਰੀ ਚੜ੍ਹਾ ਲਈ ਝੂਠ ਛੱਡ ਬੋਲ ਕੇ ਨਾ ਸਰਕਾਰ ਲੈ ਆਂਦੀ। ਲੋਕ ਵਿਚਾਰੇ ਭੋਲੇ ਆਪਣੇ। ਬਿਲਕੁਲ ਜੀ। ਕਿਉਂਕਿ ਦੇਖੋ ਜੀ, ਘਰ ਨੌਕਰੀ ਦਾ ਜਿਹੜਾ ਵਾਅਦਾ ਸੀਗਾ ਨਾ ਜੀ, ਸਾਰੇ ਕਰਜ਼ੇ ਮਾਫ ਹੋਣ ਦਾ ਜਿਹੜਾ ਵਾਅਦਾ ਸੀ, ਇੱਕ ਇਮੋਸ਼ਨਲ ਪੱਤਾ ਸੀਗਾ ਇਹ। ਜਦੋਂ ਕਰਜ਼ਾ ਅੱਜ ਕੱਲ੍ਹ ਦੇ ਮਾਹੌਲ ਹੈ, ਹਰੇਕ ਕਿਸਾਨ ਨੇ ਕਰਜ਼ਾ ਲਿਆ ਹੁੰਦਾ, ਕਿਉਂਕਿ ਆਪਣੇ ਬੱਚੇ ਬਾਹਰ ਭੇਜਣੇ ਆ, ਵਿਆਹ ਸ਼ਾਦੀ ਇੰਨੇ ਮਹਿੰਗੇ ਆ। ਨੌਕਰੀ ਦਾ ਵਾਅਦਾ ਬੜਾ ਵੱਡਾ ਲੱਗਦਾ, ਮੇਰਾ ਪੁੱਤ ਜੇ ਸਰਕਾਰੀ ਨੌਕਰੀ ਲੱਗ ਗਿਆ ਉਹਦੇ ਵਾਲੀ ਰੀਸ ਨਹੀਂ ਕੋਈ ਇਮੋਸ਼ਨਲ ਬੰਦਾ ਹੋ ਜਾਂਦਾ। ਲੱਗਦਾ ਯਾਰ ਵੀ ਸਾਡੇ ਨਾਲ ਜਿਹੜੇ ਰਹਿੰਦੇ ਨੌਜਵਾਨ ਕਈ, ਉਹਨਾਂ ਨੇ ਸਾਨੂੰ ਦਿਲੋਂ ਇਹ ਗੱਲ ਕਹੀ ਵੀ ਬਾਈ ਜੀ ਵੀ ਮੈਂ ਫਾਰਮ ਭਰਨ ਲੱਗਿਆ ਜੀ, ਜੇ ਮੈਨੂੰ ਨੌਕਰੀ ਮਿਲੂ ਤੁਹਾਨੂੰ ਕੀ ਦੁੱਖ ਹੈ, ਤੁਸੀਂ ਅਕਾਲੀ ਦਲ ਦੇ ਬੰਦੇ ਹੋ, ਵੀ ਮੈਂ ਫਾਰਮ ਭਰਨਾ ਵੀਰੇ। ਸੋ ਮੈਂ ਉਹਨਾਂ ਨੂੰ ਹੱਸਦਾ ਹੁੰਦਾ ਹੁਣ ਵੀ 4.5 ਸਾਲ ਹੋ ਗਏ, ਤੁਹਾਡੇ ਫਾਰਮ ਕਿੱਥੇ ਨੇ ਜੀ? ਉਹ ਤਾਂ ਕਿਤੇ ਚਾਹ ਪਕੌੜੇ ਦੀ ਦੁਕਾਨ 'ਚ ਫਿਰਦੇ ਆ। ਸੋ ਉਹਨਾਂ ਨੂੰ ਕਿੱਡਾ ਝੂਠਾ ਲੱਗਦਾ। ਕੈਪਟਨ ਅਮਰਿੰਦਰ ਸਿੰਘ ਨੇ ਸਾਈਨ ਕੀਤੇ, ਸਾਬਕਾ ਮੁੱਖ ਮੰਤਰੀ ਹੈ, ਝੂਠ ਥੋੜ੍ਹਾ ਬੋਲੂਗਾ। ਐਫੀਡੇਵਿਟ ਦੇ ਕੇ ਸਾਈਨ ਕਰਕੇ ਝੂਠ ਬੋਲਿਆ ਲੋਕਾਂ ਨੂੰ। ਬਿਲਕੁਲ ਜੀ। ਇਹ ਮੈਂ ਕਹਿੰਦਾ ਵੀ ਇਹਦੀ ਬਹੁਤ ਮਾੜੀ ਸਜ਼ਾ, ਜੇ ਕਿਸੇ ਦੇ ਇਮੋਸ਼ਨਸ ਨਾਲ ਖੇਡਣਾ ਹੈ ਮਾੜੀ ਗੱਲ ਆ। ਰਾਜਨੀਤੀ ਆਪਦੀ ਅਲੱਗ ਥਾਂ। ਬਿਲਕੁਲ। ਸਾਡੀ ਕੋਸ਼ਿਸ਼ ਹੁੰਦੀ, ਸਾਡੀ ਪਾਰਟੀ ਦੀ, ਸ਼੍ਰੋਮਣੀ ਅਕਾਲੀ ਦਲ ਦੀ 5 ਵਾਰੀ ਮੁੱਖ ਮੰਤਰੀ ਜਿਹੜੇ ਬਾਦਲ ਸਾਹਿਬ, ਉਹ ਗੱਲ ਉਹ ਨਹੀਂ ਕਰਦੇ ਜਿੰਨੀ ਕਰ ਸਕਦੇ ਜੀ। ਅੱਜ ਤੱਕ ਕੋਈ ਪਰਫਾਰਮੈਂਸ ਦੇਖੋ ਹਰੇਕ ਪਾਰਟੀਆਂ ਬਾਰੇ, ਕਾਂਗਰਸ ਵਾਲੇ ਸਾਨੂੰ ਮਾੜਾ ਕਹੀ ਜਾਣਗੇ, ਅਸੀਂ ਉਹਨਾਂ ਨੂੰ ਮਾੜਾ, ਪਰ ਜਿਹੜੀ ਰਿਐਲਿਟੀ ਚੈੱਕ ਕਰੀਏ ਨਾ ਆਪਾਂ, ਤੁਸੀਂ ਜੇ ਵਾਅਦੇ ਦੀ ਲਿਸਟ ਕੱਢ ਲਓਗੇ ਜਿੰਨੇ ਕਹੇ ਹੋਏ ਹੁੰਦੇ ਆ ਵਾਅਦੇ, ਜੇ ਆਟਾ ਦਾਲ ਸਕੀਮ ਜਿਹੜੀ ਅੱਜ ਚੱਲ ਰਹੀ ਹੈ ਉਹ ਸਾਡੀ ਸਰਕਾਰ 'ਚ ਲਾਗੂ ਹੋਈ ਆ। ਜਿਹੜੀ 200 ਯੂਨਿਟ ਬਿਜਲੀ ਫਰੀ ਉਹ ਸਾਡੀ ਸਰਕਾਰ 'ਚ ਲਾਗੂ ਹੋਈ ਆ। ਜਿੰਨੇ ਮਤਲਬ ਕਿ ਖੇਤੀ ਦੇ ਸਾਰੇ ਕਿਸਾਨਾਂ ਦੇ ਬਿੱਲ ਮਾਫ ਆ ਜਿਹੜੇ ਮੋਟਰਾਂ ਦੇ, ਉਹ ਵੀ ਸਾਡੇ ਮਤਲਬ ਜਿੰਨੀ ਕੁ ਗੱਲ ਕਹਿੰਦੇ ਆ ਆਪਾਂ ਉਨੀ ਕਰਦੇ ਆ ਜੀ। ਵੀ ਸਾਨੂੰ ਸਾਡੀ ਡੈਡੀਕੇਸ਼ਨ ਹੁੰਦੀ ਵੀ ਕੰਮ ਕਰਨਾ ਵਾ। ਉਹ ਇੱਕ ਪਾਸੇ ਏਦਾਂ ਦੇ ਬੰਦੇ ਆ ਜਿਹਨਾਂ ਨੇ ਸਿਰਫ ਕਹਿਣਾ ਹੀ ਕਰਨਾ, ਕੁਝ ਨਹੀਂ ਕਰਨਾ। ਸੋ ਇਹ ਇੱਕ ਬਹੁਤ ਹੀ ਮਾੜੀ ਗੱਲ ਆ। ਲੋਕ ਜਵਾਬ ਦੇਣਗੇ 2022 ਚ, ਕੋਈ ਗੱਲ ਨਹੀਂ ਕਹਿੰਦੇ ਵੀ ਸਾਰਾ ਕੁਝ ਸਾਹਮਣੇ ਆਈ ਜਾਣਾ। 2022 ਆਉਣ ਵਾਲਾ, ਪਹੁੰਚਣ ਵਾਲਾ 7-8 ਮਹੀਨੇ ਰਹਿ ਗਏ ਜੀ, ਤੇ ਲੋਕ ਜਵਾਬ ਦੇਣ ਨੂੰ ਬੈਠੇ, ਮੁੱਠੀਆਂ ਦੁੱਖ ਕੇ ਜਵਾਬ ਦੇਣਗੇ ਇਹਨਾਂ ਨੂੰ ਚੰਗੀ ਤਰ੍ਹਾਂ। ਧਾਲੀਵਾਲ ਸਾਹਿਬ, ਆਪਾਂ ਦੇਖਿਆ ਜਾਏ ਕਿ ਇਸ ਟਾਈਮ ਹਾਲਾਤ ਬਹੁਤ ਹੀ ਮਾੜੇ ਆ, ਕਿਸਾਨ ਭਰਾ ਸਰਹੱਦਾਂ ਦੇ ਆ ਜੀ। ਤੇ ਇੱਕ ਹੋਰ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਘਟੀਆ ਕੰਮ ਜੀ, ਜਿਹੜਾ ਇਹਨਾਂ ਨੇ ਅਡਾਨੀਆਂ ਨੂੰ ਬਿਜਲੀ ਵੇਚੀ ਹੈ ਇਸ ਟਾਈਮ, ਇਹਦੇ ਬਾਰੇ ਕੀ ਕਹੋਗੇ ਜੀ? ਦੇਖੋ ਜੀ, ਮੈਂ ਤਾਂ ਬਾਰ-ਬਾਰ ਇਹੀ ਗੱਲ ਕਹਿੰਦਾ ਵਾਂ, ਫਿਰ ਪੋਲੀਟੀਕਲ ਹੋ ਜਾਂਦੀ ਗੱਲ, ਵੀ ਪੰਜਾਬ ਦੇ ਵਿੱਚ ਸਰਕਾਰ ਭਾਵੇਂ ਕਾਂਗਰਸ ਦੀ ਹੈ ਜੀ, ਪਰ ਉਹਦਾ ਰਿਮੋਟ ਕੰਟਰੋਲ ਸੈਂਟਰ ਦੇ ਹੱਥ ਆ, ਅਮਿਤ ਸ਼ਾਹ ਦੇ ਹੱਥ ਆ, ਮੋਦੀ ਦੇ ਹੱਥ ਆ ਜੀ। ਇਹ ਗੱਲ ਪ੍ਰੂਫ ਹੁੰਦੀ ਹੈ ਕਈ ਗੱਲਾਂ 'ਚ। ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਵੀ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਜੀ। ਹਰਿਆਣੇ ਦੇ ਵਿੱਚ ਕੋਈ MLA, ਕੋਈ MP, ਹਾਲਾਂਕਿ ਮੁੱਖ ਮੰਤਰੀ ਨੇ ਵੀ ਜੇ ਪ੍ਰੋਗਰਾਮ ਕਰਨਾ ਹੋਵੇ, ਪ੍ਰੋਗਰਾਮ ਉਹਨਾਂ ਦੇ ਹੁੰਦੇ ਨੇਗੇ। ਲੋਕ ਹੈਲੀਕਾਪਟਰ ਤੇ ਹੈਲੀਪੈਡ ਭਰ ਦਿੰਦੇ ਆ ਵੀ ਅਸੀਂ ਪ੍ਰੋਗਰਾਮ ਨਹੀਂ ਹੋਣ ਦੇਣਾ। ਤੇ ਉਹਦੇ ਉਲਟ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਦੀ ਆ, ਪਰ
ਪਰ ਇੱਥੇ ਇੱਕ ਛੋਟੇ ਮੋਟੇ ਮਹੱਲੇ ਲੈਵਲ ਦਾ ਲੀਡਰ ਵੀ ਜਿਹੜਾ ਬੀਜੇਪੀ ਦਾ ਪ੍ਰੋਗਰਾਮ ਕਰਦਾ ਉਹਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਵੀ ਪ੍ਰੋਗਰਾਮ ਕਰੋ ਜੀ। ਜੇ ਬੀਜੇਪੀ ਦੇ ਲੀਡਰ ਦੇ ਖਿਲਾਫ ਕੋਈ ਕਿਸਾਨ ਆਗੂ ਰੋਸ ਜ਼ਾਹਰ ਕਰਦੇ ਕਰਕੇ ਉਹਦੇ ਘਰ ਦੇ ਬਾਹਰ ਗੋਹੇ ਦੀ ਟਰਾਲੀ ਲਾਏ ਹੁੰਦੇ ਤਾਂ ਉਹਨਾਂ ਤੇ 307 ਦਾ ਪਰਚਾ ਦਰਜ ਕੀਤਾ ਜਾਂਦਾ, ਭਾਵੇਂ ਕਿ ਦਬਾਅ ਤੋਂ ਬਾਅਦ ਉਹ ਪਰਚਾ ਵਾਪਸ ਲੈ ਜਾਂਦਾ, ਪਰ ਫਿਰ ਵੀ ਲੋਕਾਂ 'ਚ ਮੈਸੇਜ ਕੀ ਦਿੱਤਾ ਜਾਂਦਾ ਵੀ ਜੇ ਬੀਜੇਪੀ ਦੇ ਕਿਸੇ ਲੀਡਰ ਦੇ ਨਾਲ ਪੰਗਾ ਲਿਆ ਤਾਂ ਉੱਤੇ ਪਰਚਾ ਦਰਜ ਹੋਊ। ਜੇ ਕੋਈ ਨੌਜਵਾਨ ਹਰਜੀਤ ਗਰੇਵਾਲਾ ਕੇ ਬੀਜੇਪੀ ਦੇ ਲੀਡਰ ਨੂੰ ਕਹਿ ਦਿੰਦੇ ਆ ਵੀ ਤੁਸੀਂ ਅਸੀਂ ਥੋੜੀ ਜ਼ਮੀਨ ਠੇਕੇ ਤੇ ਲੈਣ ਨਹੀਂ ਕਿਸੇ ਨੂੰ, ਉਹਨਾਂ ਦੇ ਖਿਲਾਫ ਦੇਸ਼ ਦਰੋਹ ਦਾ ਪਰਚਾ ਦਰਜ ਕੀਤਾ। ਮੈਸੇਜ ਕੀ ਦਿੰਦੇ ਆ ਵੀ ਬੀਜੇਪੀ ਨੂੰ ਛੇੜੋ, ਤੁਸੀਂ ਬੀਜੇਪੀ ਨਾਲ ਪੰਗਾ ਨਾ ਲਓ। ਸੋ ਇਹ ਗੱਲਾਂ ਤੋਂ ਸਿੱਧ ਹੁੰਦਾ ਵੀ ਪੰਜਾਬ ਦੇ ਵਿੱਚ ਸਰਕਾਰ ਭਾਵੇਂ ਕਾਂਗਰਸ ਦੀ ਆ, ਰਿਮੋਟ ਕੰਟਰੋਲ ਬੀਜੇਪੀ ਦੇ ਹੱਥ ਆ। ਸੋ ਇਹੀ ਆ ਬਾਨੀਆਂ ਡਾਨੀਆਂ ਜਿਹੜੀ ਗੱਲਬਾਤ ਆ ਉਹ ਕੈਪਟਨ ਸਾਹਿਬ ਨੂੰ ਜੋ ਆਦੇਸ਼ ਉੱਥੋਂ ਆਉਂਦਾ ਵਾ ਉਹੀ ਆਦੇਸ਼ ਪੂਰਾ ਕਰਦੇ ਆ। ਇੱਕ ਫਾਰਮੈਲਿਟੀ ਤੌਰ ਤੇ ਦੋਗਲਾ ਚਿਹਰਾ ਬਣਾਇਆ ਹੋਇਆ ਵੀ ਅਸੀਂ ਕਿਸਾਨਾਂ ਨਾਲ ਆ, ਪਰ ਅਸਲ 'ਚ ਉਹਨਾਂ ਦੀ ਸਾਠਗਾਂਠ ਜਿਹੜੀ ਹੈਗੀ ਆ ਸਰਕਾਰ ਦੇ ਨਾਲ, ਸੈਂਟਰ ਦੇ ਨਾਲ। ਤਾਂ ਪ੍ਰਭਜੋਤ ਜੀ ਮੇਰਾ ਕੁਐਸਚਨ ਤੁਹਾਡੇ ਤੋਂ, ਹਾਂਜੀ, ਮੈਂ ਤੁਹਾਡੇ ਨਾਲ ਕੋਈ ਬਣਾਵਟੀ ਜਾਂ ਡਿਜ਼ਾਈਨਰ ਕੁਐਸਚਨ ਨਹੀਂ ਪੁੱਟ ਕਰਾਂਗਾ, ਰਿਐਲਿਟੀ ਵਾਲਾ ਕੁਐਸਚਨ ਪੁੱਟ ਕਰਾਂਗਾ। ਨਾ ਤਾਂ ਮੈਂ ਭਾਜਪਾ ਸਮਰਥਕ ਹੈ, ਨਾ ਮੈਂ ਹੈਗਾ ਕਾਂਗਰਸ ਸਮਰਥਕ, ਨਾ ਮੈਂ ਅਕਾਲੀ ਪਾਰਟੀ ਦਾ ਸਮਰਥਕ, ਬਟ ਜੋ ਮੈਨੂੰ ਦਿਖਿਆ ਮੈਂ ਉਹਦੇ ਰਿਗਾਰਡਿੰਗ ਹੀ ਤੁਹਾਡੇ ਤੋਂ ਕੁਐਸਚਨ ਪੁੱਟ ਕਰਨਾ। ਮੈਂ ਕਿਸੇ ਵੀ ਚੀਜ਼ ਦੀ ਸ਼ਾਇਦ ਦਰਸ਼ਕਾਂ ਨੂੰ ਲੱਗੇ ਮੈਂ ਪ੍ਰੇਜ਼ ਕਰ ਰਿਹਾ ਨਾ, ਪ੍ਰੇਜ਼ ਨਹੀਂ ਕਰ ਰਿਹਾ, ਉਹ ਰਿਐਲਿਟੀ ਹੈ ਜਿਹੜੀ ਤੁਸੀਂ YouTube ਤੇ ਵੀ ਦੇਖ ਸਕਦੇ ਹੋ, ਮੌਜੂਦਾ ਸਰਕਾਰ ਦਾ ਸਮਾਂ ਵੀ ਦੇਖ ਸਕਦੇ ਹੋ, ਤੁਸੀਂ ਨਿਊਜ਼ ਵੀ ਦੇਖ ਸਕਦੇ ਹੋ। ਸਰ ਕਿਸੇ ਟਾਈਮ ਦਾ ਇੱਕ ਸਮਾਂ ਸੀਗਾ ਜਿਹੜਾ ਬਠਿੰਡਾ ਨੂੰ ਮੈਲਬੌਰਨ ਬਣਾਉਣ ਦੀ ਗੱਲ ਕਹੀ ਗਈ ਸੀ ਬਾਦਲ ਸਾਹਿਬ ਵੱਲੋਂ, ਤੇ ਬਣਿਆ ਵੀ ਸੀਗਾ। ਬਠਿੰਡਾ ਤੇ ਮਾਨਸਾ ਕਹਿੰਦੇ ਕਵਾਂਦੇ ਪਿਛੜੇ ਸ਼ਹਿਰਾਂ ਦੇ ਵਿੱਚ ਆਉਂਦਾ ਸੀ, ਤੇ ਉਹ ਜਦੋਂ ਅਕਾਲੀ ਪਾਰਟੀ ਦਾ ਜਦੋਂ ਸਮਾਂ ਸੀਗਾ ਤਾਂ ਬਠਿੰਡਾ ਦੇ ਵਿੱਚ ਮਿੱਟੀ ਦਾ ਦਮਾ ਨਹੀਂ ਸੀਗਾ। ਅੱਜ ਮੈਂ ਬਠਿੰਡਾ ਜਾਣ ਦਾ ਜੀ ਨਹੀਂ ਕਰਦਾ। ਬਿਲਕੁਲ ਜੀ। ਸੋ ਮੈਂ ਤੁਹਾਡੀ ਬੜਾ ਧੰਨਵਾਦ। ਤੁਸੀਂ ਆਮ ਤੌਰ ਤੇ ਕਈ ਪੱਤਰਕਾਰ ਕਈ ਦੋਸਤ ਸਹੀ ਗੱਲ ਨੂੰ ਵੀ ਸਹੀ ਕਹਿਣ ਤੋਂ ਡਰਦੇ ਆ, ਪਤਾ ਨਹੀਂ ਬਿਲਕੁਲ। ਮੈਂ ਤਾਂ ਇਹ ਗੱਲ ਕਹਿੰਦਾ ਵੀ ਜੇ ਕਾਂਗਰਸ ਪਾਰਟੀ ਨੇ ਕੋਈ ਚੰਗਾ ਕੰਮ ਕੀਤਾ ਹੋਊਗਾ ਅਸੀਂ ਕਹਾਂਗੇ ਵੀ ਹਾਂ ਕੋਈ ਲੀਡਰ ਚੰਗਾ ਕੰਮ ਕਰਦਾ ਭਾਵੇਂ ਕਿਸੇ ਵੀ ਪਾਰਟੀ ਦਾ ਸਮਰਥਨ ਕਰਨਾ ਚਾਹੀਦਾ। ਧੰਨਵਾਦੀ ਤੁਹਾਡਾ, ਮੈਂ ਤੁਸੀਂ ਇਹ ਗੱਲ ਕਹੀ ਆ। ਲੋਕ ਕਹਿੰਦੇ ਆ ਵੀ ਉਹ ਹਲਕੇ ਜਾਂ ਉਹ ਏਰੀਏ ਕਿਸਮਤ ਵਾਲੇ ਹੁੰਦੇ ਆ ਜਿਨ੍ਹਾਂ ਦੇ ਏਰੀਏ ਦੇ ਲੋਕ ਮੁੱਖ ਮੰਤਰੀ ਬਣ ਜਾਂਦੇ। ਬਿਲਕੁਲ ਰਾਈਟ ਸਰ। ਠੀਕ ਆ ਜੀ, ਲੋਕ ਇਹ ਗੱਲ ਕਹਿੰਦੇ ਆ। ਬਾਦਲ ਸਾਹਿਬ 5 ਵਾਰੀ ਮੁੱਖ ਮੰਤਰੀ ਬਣੇ ਆ, ਉਹਨਾਂ ਦੇ ਏਰੀਏ ਦੇ ਪਿੰਡ ਆ ਜਿਹੜੇ ਕੱਖਾਂ ਵਾਲੀ, ਰੋੜਾ ਵਾਲੀ, ਉਹਨਾਂ ਦੇ ਜਿਹੜੇ ਆਸੇ-ਪਾਸੇ ਦੇ ਪਿੰਡ ਲੰਬੀ ਬੈਠ ਦੇ, ਉਹ ਕਹਿੰਦੇ ਵੀ ਸਾਡੇ ਇੰਨਾ ਜ਼ਿਆਦਾ ਮਾੜਾ ਹਾਲ ਸੀ ਵੀ ਸਾਡੇ ਵਾਲੇ ਪਾਸੇ ਤਾਂ ਕੋਈ ਰਿਸ਼ਤਾ ਨਹੀਂ ਕਰਦਾ ਹੁੰਦਾ ਸੀਗਾ ਜੀ। ਕਹਿੰਦੇ ਵੀ ਸਾਡਾ ਕੱਖਾਂ ਵਾਲੀ ਪਿੰਡ ਲੱਖਾਂ ਵਾਲੀ ਬਣ ਗਿਆ ਤੇ ਰੋੜਾ ਵਾਲੀ ਸਾਡਾ ਕਰੋੜਾਂ ਵਾਲੀ ਬਣ ਗਿਆ, ਸਿਰਫ ਡਿਊ ਟੂ ਮੁੱਖ ਮੰਤਰੀ ਬਾਦਲ ਸਾਹਿਬ ਕਰਕੇ। ਉਹਨਾਂ ਏਰੀਏ ਦੇ ਲੋਕ ਮਤਲਬ ਪੁੱਛਦੇ ਆ ਵੀ ਅਸੀਂ ਯਾਰ ਵੀ ਸਾਡੀ ਬਹੁਤ ਕਿਸਮਤ ਚੰਗੀ ਵੀ ਸਾਨੂੰ ਪੁੱਛਣਾ ਕਿਹਨੇ ਸੀ, ਤੁਹਾਡੇ ਲੁਧਿਆਣੇ ਵਾਲਿਆਂ ਦੇ, ਪਟਿਆਲੇ ਵਾਲਿਆਂ ਦੇ, ਸ਼ਾਹੀ ਸ਼ਹਿਰ ਦੇ ਤੁਹਾਡੇ, ਸਾਡੇ ਕੋਲ ਕਿੱਥੇ ਤੁਸੀਂ ਆਉਣਾ ਸੀਗਾ। ਉਹ ਜੇ ਅੱਜ ਵੀ ਗੱਡੀਆਂ ਉਧਰ ਨੂੰ ਭਜਦੀਆਂ ਨੇ, ਜੇ ਕੰਮ ਕਰਾਉਣ ਵਾਸਤੇ ਲੋਕ ਉਧਰ ਜਾਣਾ ਪੈਂਦਾ ਵਾ। ਬਾਦਲ ਸਾਹਿਬ ਕੋਲੇ ਤਾਂ ਸਿਰਫ ਇਹਨਾਂ ਕਰਕੇ ਵੀ ਮੁੱਖ ਮੰਤਰੀ ਉਹਨਾਂ ਨੇ ਬਣਾਇਆ ਜੀ। ਜੇ ਮੈਂ ਗੱਲ ਕਰਾਂ ਕੈਪਟਨ ਸਾਹਿਬ ਦੀ, ਤੁਸੀਂ ਇਹ ਦੇਖੋ ਵੀ ਹੁਣ ਜਦੋਂ ਮੁੱਖ ਮੰਤਰੀ ਬਣੇ ਆ, ਮੇਰੀ ਪਟਿਆਲੇ ਬੜੀ ਕਰੀਬ ਦੋਸਤ ਮੇਰੇ ਰਹਿੰਦੇ ਆ। ਜਦੋਂ ਆਪਾਂ ਸਰਹੰਦ ਤੋਂ ਪਟਿਆਲੇ ਨੂੰ ਜਾਂਦੇ ਆ ਨਾ, ਪਟਿਆਲੇ ਤੋਂ ਜਦੋਂ ਮੈਨੂੰ ਸਰਹੰਦ ਤੋਂ ਪਟਿਆਲਾ ਜਾਣਾ ਪੈਂਦਾ ਤੇ ਸਿੰਗਲ ਰੋਡ ਆ ਜੀ, ਉਹ ਕਾਫੀ ਸਮੇਂ ਦੀ, ਉਹ ਪਹਿਲਾਂ ਵੀ ਮੁੱਖ ਮੰਤਰੀ ਰਹਿ ਚੁੱਕੇ ਆ, ਅੱਜ ਦੁਬਾਰਾ ਮੁੱਖ ਮੰਤਰੀ ਬਣ ਗਏ। ਅੱਜ 4.5 ਸਾਲ ਬੀਤ ਗਏ। ਜਦੋਂ ਬੜੇ ਸੀ ਮੈਨੂੰ ਲੱਗਿਆ ਮੈਂ ਕਿਹਾ ਚੱਲ ਹੁਣ ਡਬਲ ਰੋਡ ਬਣ ਜਾਊ। ਤੁਹਾਡੇ ਮੈਂ ਦੋਸਤ ਨਾਲ ਮਜ਼ਾਕ ਕਰਦੇ, ਮੈਂ ਕਿਹਾ ਹੁਣ ਤਾਂ ਮੁੱਖ ਮੰਤਰੀ ਤੁਹਾਡੇ ਆਪਦੇ ਸ਼ਹਿਰ ਦਾ। ਅੱਜ 4.5 ਸਾਲ ਬੀਤ ਜਾਣ ਤੋਂ ਬਾਅਦ ਉਹਨਾਂ ਤੋਂ ਇੱਕ ਸਿੰਗਲ ਰੋਡ ਡਬਲ ਨਹੀਂ ਕਰਦੇ। ਤੇ ਆਪਣੀ ਸਰਕਾਰ, ਅਕਾਲੀ ਦਲ ਦੀ ਸਰਕਾਰ, ਤੁਸੀਂ ਆਪ ਦੇਖਿਆ ਵੀ ਸਾਰੇ ਪੰਜਾਬ ਦੇ ਵਿੱਚ ਜਿਹੜੇ ਸੜਕਾਂ ਦੇ ਜਾਲ ਬਣਾਏ ਆ, ਆਪਾਂ ਇੱਥੋਂ ਅੰਮ੍ਰਿਤਸਰ ਜਾਣਾ, ਚੰਡੀਗੜ੍ਹ ਜਾਣਾ, ਬਠਿੰਡੇ ਜਾਣਾ, ਕਿਤੇ ਵੀ ਜਾਣਾ, ਲਿੰਕ ਸੜਕਾਂ ਦੇ ਸਾਰੇ ਜਾਲ, ਨਹਿਰ ਵਾਲਾ ਪ੍ਰੋਜੈਕਟ ਤੁਸੀਂ ਦੇਖਿਆ ਸਾਰਾ ਕੁਝ। ਸੋ ਗੱਲ ਉਹੀ ਨਾ ਡੈਡੀਕੇਸ਼ਨ ਦੀ। ਜਦੋਂ ਕਿਸੇ ਬੰਦੇ ਨੂੰ ਇੱਕ ਖਿੱਚ ਹੁੰਦੀ ਹੈ ਵੀ ਮੈਂ ਕੰਮ ਕਰਨਾ, ਇੱਕ ਬੰਦੇ ਨੂੰ ਉਹ ਖਿੱਚ ਹੁੰਦੀ ਹੈ ਵੀ ਅਸੀਂ ਤਾਂ ਰਾਜੇ ਮਹਾਰਾਜੇ ਹੈਗੇ ਆ, ਵੀ ਲੋਕ ਹੈਗੇ ਸਾਡੀ ਪ੍ਰਜਾ ਨੇ, ਵੀ ਅਸੀਂ ਰਾਜੇ ਹਾਂ। ਉਹਨਾਂ ਨੇ ਉਸ ਸਟਾਈਲ ਨਾਲ ਜਿਉਣਾ। ਇੱਕ ਬੰਦੇ ਨੇ ਉਸ ਸਟਾਈਲ ਨਾਲ ਜਿਉਣਾ ਵੀ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਜੇ ਮੁੱਖ ਮੰਤਰੀ ਬਣਾਇਆ, ਮੈਂ ਲੋਕਾਂ ਦਾ ਸੇਵਕ ਹਾਂ, ਮੈਂ ਉਸ ਹਿਸਾਬ ਲੋਕਾਂ ਦੇ ਕੰਮ ਕਰਨਾ। ਸੋ ਸੋਚ ਦਾ ਫਰਕ ਹੈ ਜੀ। ਇਹ ਸੋਚ ਦੇ ਫਰਕ ਕਰਕੇ ਸਾਡੀ ਜਿਹੜੀ ਵਿਚਾਰਕ ਮਤਭੇਦ ਵੀ ਇਸ ਗੱਲ ਕਰਕੇ ਹੁੰਦੇ ਆ ਵੀ ਉਹਨਾਂ ਦੀ ਸੋਚ ਹੁੰਦੀ ਹੈ ਰਾਜ ਕਰਨ ਦੀ, ਸਾਡੀ ਸੋਚ ਹੁੰਦੀ ਸੇਵਾ ਕਰਨ ਦੀ। ਇੱਕ ਧਾਲੀਵਾਲ ਸਾਹਿਬ, ਮੈਂ ਚਾਨਣ ਪਾਉਣਾ ਚਾਹੁੰਦਾ ਹਾਂ ਇਸ ਗੱਲ ਤੇ। ਪੂਰੇ ਪੰਜਾਬ ਦੇ ਵਿੱਚ 2 ਹੀ ਹਲਕਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਹੋਇਆ, ਤਾਂ ਇੱਕ ਮੁੱਲਾਪੁਰ ਦਾਖਾ, ਇਹ ਹਲਕਾ, ਇੱਕ ਲੰਬੀ, ਲੰਬੀ ਜੋ ਕਿ ਬਾਦਲ ਦੇ ਕੋਲੇ ਪੈਂਦਾ। ਮੈਂ ਅਸਲ ਦੇ ਵਿੱਚ ਉੱਥੋਂ ਹੀ ਬਿਲੋਂਗ ਕਰਦਾ ਹੈਗਾ, ਲੰਬੀ ਦੇ ਕੋਲ ਹੀ ਮੇਰਾ ਪਿੰਡ ਹੈਗਾ, ਮੰਡੀ ਡਾਊ ਵਾਲੀ। ਤਾਂ ਮੈਂ ਉੱਥੇ ਬਾਈਕ ਤੇ ਜਾਇਆ ਕਰਦਾ ਸੀ। ਮੈਂ ਵੋਡਾਫੋਨ ਦੀ ਡਿਸਟ੍ਰੀਬਿਊਟਰਸ਼ਿਪ ਲੈ ਰੱਖੀ ਸੀ ਮੇਰੇ ਪੁਰਾਣੇ ਸਮੇਂ ਦੇ ਵਿੱਚ। ਦੈਨ ਜਦੋਂ ਉਹਦੇ ਨਾਲ ਬਾਦਲ ਦੇ ਨਾਲ ਹੀ ਇੱਕ ਪਿੰਡ ਦੇ ਨਾਲ ਗੱਗੜ ਪਿੰਡ ਹੈ, ਗੱਗੜ ਹੈਗਾ, ਤੇ ਉੱਥੋਂ ਸਰ ਬਾਰਿਸ਼ ਹੋ ਗਈ, 3-4 ਘੰਟੇ ਦੀ ਲਗਾਤਾਰ ਬਾਰਿਸ਼ ਹੋਈ, ਤੇ ਮੈਂ ਗਲੀ ਦੇ ਵਿੱਚ ਆ ਕੇ ਦੇਖਿਆ ਨਾ ਤਾਂ ਉੱਥੇ ਪਾਣੀ ਦੀ ਬੂੰਦ ਨਹੀਂ ਮਿਲੀ ਮੈਨੂੰ।
ਇੰਨੀ ਸਾਫ਼ ਸੁਥਰੀ ਨਾਲੀ, ਇੱਕ ਵੀ ਮਿੰਟ ਵਾਸਤੇ ਬਿਜਲੀ ਨਹੀਂ ਜਾਂਦੀ ਉੱਥੇ। ਬਿਲਕੁਲ। ਅੱਜ ਦਾ ਵੀ ਮਤਲਬ, ਅੱਜ ਤਾਂ ਚਲੋ ਮੈਂ ਖੈਰ ਉਧਰ ਨਹੀਂ ਰਹਿ ਰਿਹਾ, ਉਸ ਸਮੇਂ ਦੀ ਗੱਲ ਹੈ, ਯਾਨੀ ਕਿ ਬਾਦਲ ਸਾਹਿਬ ਨੂੰ ਲੋਕ ਇੰਨਾ ਐਪਰੀਸ਼ੀਏਟ ਕਰਦੇ ਆ। ਬਿਲਕੁਲ। ਮੈਂ ਪਹਿਲਾਂ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਮੈਂ ਪ੍ਰੇਜ਼ ਨਹੀਂ ਕਰ ਰਿਹਾ, ਰਿਐਲਿਟੀ ਦੱਸ ਰਿਹਾ। ਕਈ ਲੋਕਾਂ ਨੂੰ ਲੱਗੂਗਾ ਵੀ ਮੈਂ ਬਾਦਲ ਸਾਹਿਬ ਦੀ ਪ੍ਰੇਜ਼ ਕਰ ਰਿਹਾ, ਕੁਝ ਵੀ ਹੈ ਐਦਾਂ। ਕਈ ਜਿਹੜੀ ਸਹੂਲਤਾਂ ਬਾਦਲ ਸਾਹਿਬ ਵੱਲੋਂ ਦਿੱਤੀਆਂ ਗਈਆਂ, ਜੋ ਕਾਂਗਰਸ ਉਸ ਚੀਜ਼ ਦਾ ਮਤਲਬ ਲੁਤਫ ਉਠਾ ਰਹੀ ਹੈ। ਜਿਹੜੇ ਇੱਕ ਗੱਲ ਹੋਰ, ਮੇਰਾ ਸਵਾਲ ਹੋਰ ਹੈ ਵੀ ਜਿਹੜੇ ਲੋਕ ਜਿਹਦਾ ਖਾਂਦੇ ਆ ਤੇ ਉਹਦੇ ਅਗੇਂਸਟ ਹੀ ਕਿਉਂ ਹੋ ਜਾਂਦੇ ਆ, ਇਹਦਾ ਮਾੜਾ ਦੱਸੋ ਜੀ। ਇਹ ਦੇਖੋ ਜੀ, ਸਮਾਜ ਦਾ ਇੱਕ ਅੰਗ ਹੈ ਜੀ। ਅੱਜ ਕੱਲ੍ਹ ਪਤਾ ਕੀ, ਪਹਿਲਾਂ ਸਮਾਂ ਹੁੰਦਾ ਸੀ, ਅੱਜ ਤੋਂ ਜੇ ਆਪਾਂ 20-25 ਸਾਲ ਪਹਿਲਾਂ ਜਾਈਏ, ਜੇ ਕਿਸੇ ਤੁਸੀਂ ਪਰਿਵਾਰ ਦਾ ਇੱਕ ਕੰਮ ਤੁਸੀਂ ਸਵਾਰ ਦਿੰਦੇ ਹੋ, ਕਿਤੇ ਉਹਨੂੰ ਇੱਕ ਥਾਂ ਦਾ ਫਾਇਦਾ ਕਰ ਦਿੰਦੇ ਹੋ, ਉਹ ਸਾਰਾ ਪਰਿਵਾਰ ਸਾਰੀ ਉਮਰ ਉਸ ਬੰਦੇ ਦਾ ਆਸਾਨਮੰਦ ਹੁੰਦਾ ਸੀਗਾ ਵੀ ਇਸ ਬੰਦੇ ਨੇ ਮੇਰਾ ਕੰਮ ਸਾਰਿਆ, ਵੀ ਆਪਾਂ ਇਸ ਬੰਦੇ ਤੋਂ ਜਵਾਬ ਨਹੀਂ ਰਾਈਟ ਸਰ, ਬਿਲਕੁਲ। ਅੱਜ ਸਮਾਂ ਬਦਲ ਗਿਆ ਜੀ। ਅੱਜ ਸਮਾਂ ਇਹ ਹੈ ਵੀ ਜੇ ਤੁਸੀਂ ਕਿਸੇ ਬੰਦੇ ਦੇ 99 ਕੰਮ ਕਰ ਦਿੰਦੇ ਹੋ, 99 ਜੀ, ਜੇ 100ਵਾਂ ਕੰਮ ਤੁਸੀਂ ਨਹੀਂ ਕਰ ਸਕਦੇ ਤਾਂ ਉਹਨੇ ਜਦੀ ਤੁਹਾਡੇ ਉਲਟ ਹੋ ਜਾਣਾ। ਬਿਲਕੁਲ ਜੀ, ਬਿਲਕੁਲ। ਸੋ ਥੋੜਾ ਜਿਹਾ ਕਿਰਦਾਰ ਕਹਿ ਦੋ ਵੀ ਥੋੜੇ ਗੰਦਲੇ ਹੋ ਗਏ ਆਪਣੇ ਪੰਜਾਬੀਆਂ ਦੇ, ਜਾਂ ਫਿਰ ਜਿਹੋ ਜਿਹੇ ਲੋਕ ਹੋ ਜਾਂਦੇ ਆ, ਲੀਡਰ ਵੀ ਉਹੋ ਜਿਹੀ ਸੋਚ ਹੋ ਜਾਂਦੀ ਹੈ। ਬਿਲਕੁਲ ਜੀ, ਕੋਈ ਲੀਡਰ ਨੂੰ ਵੀ ਐਂ ਲੱਗਦਾ ਵੀ ਇਹਨਾਂ ਨੇ ਵੋਟਾਂ ਵੇਲੇ ਆ ਕੇ ਫੇਰ ਸਾਡੀਆਂ ਮਿੰਨਤਾਂ ਕਰਵਾਉਣੀਆਂ, ਸਾਰਾ ਕੁਝ ਕਰਨਾ, ਇਸ ਕਰਕੇ ਥੋੜਾ ਲੀਡਰਾਂ ਨੂੰ ਵੀ ਚੇਂਜ ਹੋ ਜਾਂਦੇ ਆ। ਸੋ ਇਹ ਗੱਲ ਮੈਂ ਕਹੂੰਗਾ ਵੀ ਮੈਂ ਵੀ ਉਹਨਾਂ ਦੇ ਵਿੱਚ ਹੀ, ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਬੰਦੇ ਵਿਚਾਰੇ ਕੰਮ ਕਰਨ ਤੋਂ ਬਾਅਦ ਉਹਦਾ ਸਾਹ ਨਹੀਂ ਮੰਨਦੇ, ਕੰਮ ਭੁੱਲ ਜਾਂਦੇ ਆ। ਸੋ ਆਪਣੇ ਸਮਾਜ ਦੀ ਥੋੜੀ ਕਮਜ਼ੋਰੀ ਹੈ ਜੀ, ਤੇ ਇਹਨਾਂ ਨੂੰ ਆਪਾਂ ਨੂੰ ਵੀ ਆਪਸ ਵਿੱਚ ਬੈਠ ਕੇ ਇਸ ਗੱਲ ਦਾ ਵਿਚਾਰ ਕਰਨਾ ਚਾਹੀਦਾ ਵੀ ਇੱਦਾਂ ਨਾ ਕਰਿਆ ਜਾਏ। ਕੋਈ ਬੰਦਾ ਕੋਈ ਜੇ ਕੰਮ ਕਰਦਾ, ਕੋਈ ਡੈਡੀਕੇਸ਼ਨ ਨਾਲ ਕੰਮ ਕਰਦਾ, ਹਰੇਕ ਕੰਮ ਦੇ ਪ੍ਰਤੀ ਦੇਖੋ ਜੀ, ਕਿਸੇ ਦੇ ਜੇ ਪੈਸੇ ਲਾਉਣੇ ਹਲਕੇ ਦੇ ਵਿੱਚ, ਉਹਦੇ ਵਾਸਤੇ ਮਿਹਨਤ ਲੱਗਦੀ ਹੈ, ਜਾਣਾ ਪੈਂਦਾ, ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ, ਉੱਥੋਂ ਫੰਡ ਲੈ ਕੇ ਆਉਣੇ ਪੈਂਦੇ ਆ। ਸੇ ਜੇ ਕੋਈ ਬੰਦਾ ਕੰਮ ਕਰਦਾ, ਉਹ ਸਾਹਿਬ ਮਨਪ੍ਰੀਤ ਸਿੰਘ ਯਾਲੀ ਸਾਡੇ ਹਲਕੇ ਤੱਕ ਦੇ ਐਮਐਲਏ ਨੇ, ਉਹਨਾਂ ਨੇ ਗਰਾਊਂਡਸ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ। ਪਿਛਲੀ ਇਲੈਕਸ਼ਨ ਦੀ ਜੇ ਮੈਂ ਗੱਲ ਕਰਾਂ, ਜਦੋਂ ਫੂਲਕਾ ਸਾਹਿਬ ਇੱਥੋਂ ਐਮਐਲਏ ਬਣਿਆ ਤੇ ਸਾਡੇ ਵਰਗਿਆਂ ਨੇ ਬੜੇ ਬੰਦੇ ਆ ਗਏ ਜੀ, ਤੁਸੀਂ ਕੰਮ ਬਹੁਤ ਕੀਤਾ, ਪਰ ਇਲੈਕਸ਼ਨਾਂ ਲੋਕ ਪੈਸੇ ਪੂਸੇ ਬਹੁਤ ਲੈਂਦੇ ਹੁੰਦੇ ਆ ਜੀ, ਦਾਰੂ ਦੂਰੂ ਬਹੁਤ ਮੰਗਦੇ ਲੋਕ, ਪੈਸੇ ਪੂਏ ਵੰਡੋ ਜੀ, ਫਲਾਨਾ ਕਰੋ। ਉਹ ਕਹਿੰਦਾ ਨਹੀਂ ਯਾਰ, ਮੈਂ ਕੰਮ ਕੀਤਾ, ਮੈਨੂੰ ਕੀ ਲੋੜ ਆ ਜੀ। ਸੋ ਚਲੋ ਇੱਕ ਹਵਾ ਹੀ ਚੱਲਦੀ ਸੀ, ਪਰ ਫਿਰ ਵੀ ਵੋਟ ਬਹੁਤ ਪਈ ਉਹਨਾਂ ਨੂੰ, 4042 ਵੋਟਾਂ ਤੋਂ ਹਾਰ ਗਏ ਸੀ। ਸੋ ਗੁਰੂ ਮਹਾਰਾਜ ਚਲੋ ਦੁਬਾਰਾ ਮੌਕਾ ਦਿੱਤਾ, ਫੂਲਕਾ ਸਾਹਿਬ ਇੱਥੇ ਆ ਕੇ ਇੱਕ ਕਹਾਣੀ ਜਿਹੀ ਬਣਾਈ ਸੀ, ਉਸ ਤੋਂ ਬਾਅਦ ਆਏ ਨਹੀਂ ਉਹ, 2-2.5 ਸਾਲ ਬਾਅਦ ਉਹਨੂੰ ਅਸਤੀਫਾ ਦੇਣਾ ਪਿਆ। ਅਸਤੀਫਾ ਦੇ ਕੇ ਦੁਬਾਰਾ ਚੋਣ ਲੜੀ। ਸੋ ਮੈਂ ਕਹਿੰਦਾ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਹੁੰਦਾ ਵੀ ਜਿਹੜੇ ਕੀਤੇ ਹੋਏ ਕੰਮ ਨੇ ਉਹਨਾਂ ਦਾ ਦੇਰ ਸਵੇਰ ਮੁੱਲ ਪੈਂਦਾ। ਕਹਿੰਦਾ ਜਿਵੇਂ ਗੁਰੂ ਮਹਾਰਾਜ ਦੇ ਘਰੇ ਦੇਰ ਆ ਨੇਰ ਨਹੀਂ, ਉਹ ਜਿਹੜੇ ਕੀਤੇ ਹੋਏ ਕੰਮ ਸੀ ਲੋਕਾਂ ਦੇ, ਨੌਜਵਾਨਾਂ ਦੇ, ਅੱਜ ਪੰਜਾਬ ਦੇ ਵਿੱਚ ਭਾਵੇਂ ਸਰਕਾਰ ਕਾਂਗਰਸ ਸੀਗੀ, ਕੈਪਟਨ ਸਾਹਿਬ ਦੇ ਬੜੇ ਨਜ਼ਦੀਕੀ ਬੰਦੇ ਇੱਥੋਂ ਇਲੈਕਸ਼ਨ ਲੜ ਰਹੇ ਸੀਗੇ, ਪਰ ਇੱਕ ਰਿਕਾਰਡ ਕਾਇਮ ਹੋਇਆ ਵੀ ਬਾਈ ਇਲੈਕਸ਼ਨ 'ਚ ਕੋਈ ਐਦਾਂ ਵੀ ਹੁੰਦਾ, ਬਾਈ ਇਲੈਕਸ਼ਨ ਵਿੱਚ ਇੱਦਾਂ ਹੁੰਦਾ ਕੋਈ ਬੰਦਾ। ਸੋ ਮਤਲਬ ਹਰੇਕ ਤਰ੍ਹਾਂ ਦੇ ਲੋਕ ਸਮਾਜ ਦੇ ਵਿੱਚ ਹੈਗੇ, ਚੰਗੇ ਵੀ ਹੈ, ਇਨਸਾਨ ਮੰਨਣ ਵਾਲੇ ਵੀ, ਇਨਸਾਨ ਨਹੀਂ ਮੰਨਣ ਵਾਲੇ ਵੀ। ਆਪਣਾ ਕੰਮ ਆਪਾਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ, ਪੋਜ਼ਿਟਿਵ ਸੋਚਣਾ। ਬਾਕੀ ਗੁਰੂ ਮਹਾਰਾਜ ਦੀ ਕਿਰਪਾ, ਜੇ ਕਿਸੇ ਨੇ ਮੰਨਣਾ ਹੋਊਗਾ ਮੰਨੀ ਜਾਊਗਾ। ਮੇਰੀ ਸੋਚਣੀ ਹੈ ਵੀ ਤੁਸੀਂ ਕੰਮ ਸਹੀ ਕਰੋਗੇ, ਤੁਹਾਡੀ ਕਿਤੇ ਨਾ ਕਿਤੇ ਤੁਹਾਡੀ ਕਦਰ ਪੈਣੀ। ਬਿਲਕੁਲ ਜੀ, ਬਿਲਕੁਲ ਜੀ। ਤਾਂ ਮੇਰਾ ਇੱਕ ਹੋਰ ਸਵਾਲ ਹੈ, ਹਾਂਜੀ, ਜਦੋਂ 2014 ਦੇ ਵਿੱਚ ਕੇਂਦਰ ਸਰਕਾਰ ਜਦੋਂ ਭਾਜਪਾ ਦੀ ਬਣੀ ਸੀ, ਤਾਂ ਅਕਾਲੀ ਪਾਰਟੀ ਨੇ ਭਾਜਪਾ ਦੇ ਨਾਲ ਗਠਬੰਧਨ ਕਿਉਂ ਕੀਤਾ ਸੀਗਾ? ਸਾਡਾ ਗਠਬੰਧਨ ਜੀ 2014 ਦਾ, ਉਸ ਤੋਂ ਪਹਿਲਾਂ ਦਾ 35 ਸਾਲ ਪੁਰਾਣਾ ਸਾਡਾ ਗਠਬੰਧਨ ਚੱਲਦਾ ਜੀ। ਹਾਂ, ਉਹ ਸਾਡਾ ਮੈਨੂੰ ਤਾਂ ਯਾਦ ਨਹੀਂ, ਸ਼ਾਇਦ ਵੈਸੇ ਤਾਂ ਬਹੁਤ ਛੋਟੇ ਆ, ਵਾਜਪਾਈ ਸਾਹਿਬ ਤੋਂ ਪਹਿਲਾਂ ਦਾ ਗਠਬੰਧਨ ਚੱਲੀ ਜਾ ਰਿਹਾ। ਤੇ ਸੋ ਪੁਰਾਣੀ ਸਾਂਝ ਆ ਉਹ ਚੱਲੀ ਜਾਂਦੀ ਸੀ, ਕਿਉਂਕਿ ਕਾਂਗਰਸ ਨੇ ਜੋ ਤਸ਼ੱਦਦ ਕੀਤੀ ਆ ਜਾਂ ਐਮਰਜੈਂਸੀ ਲਾਈ ਆ ਉਹਨਾਂ ਦੇ ਖਿਲਾਫ। ਇਹ ਮੈਂ ਜੇ ਅਕਾਲੀ ਦਲ ਬਾਰੇ ਤੁਹਾਨੂੰ ਗੱਲ ਕਹਾਂ ਨਾ, ਵੀ ਅਕਾਲੀ ਦਲ ਤੁਸੀਂ ਅੱਜ ਦੇਖ ਰਹੇ ਹੋ ਵੀ ਅਕਾਲੀ ਦਲ ਕਿਤੇ ਪਾਰਟੀ ਅੱਜ ਬਣ ਗਈ ਹੈ, 100 ਸਾਲ ਪੁਰਾਣੀ ਪਾਰਟੀ ਹੈ। ਜਦੋਂ ਦੇਸ਼ ਗੁਲਾਮ ਸੀਗਾ ਜੀ, ਉਦੋਂ ਆਪਾਂ ਅੰਗਰੇਜ਼ਾਂ ਤੋਂ ਗੁਰੂ ਘਰਾਂ ਦੇ ਕਬਜ਼ੇ ਕੀਤੇ ਸੀ, ਉਹ ਛੁਡਾਇਆ ਜੀ, ਚਾਬੀਆਂ ਦਾ ਮੋਰਚਾ ਲਾਇਆ, ਇੱਦਾਂ ਦੇ ਵੱਡੇ ਵੱਡੇ ਮੋਰਚੇ ਲਾ ਕੇ ਸਾਡੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਆ, ਉਹਨਾਂ ਨੇ ਗੁਰੂ ਘਰ ਅੰਗਰੇਜ਼ਾਂ ਤੋਂ ਆਜ਼ਾਦ ਕਰਾਏ ਸੀਗੇ ਜੀ। ਉਹਨਾਂ ਸਮਿਆਂ 'ਚ ਜਿਹੜੀ ਆਪਣੀ ਜਿਵੇਂ ਮਹਾਤਮਾ ਗਾਂਧੀ ਹੋਣੀਆਂ, ਹੋਰ ਜਿਹੜੇ ਲੀਡਰ ਸਾਡੇ ਸੀਗੇ ਜਿਹੜੇ ਦੇਸ਼ ਦੀ ਆਜ਼ਾਦੀ ਲੜਾਈ ਲੜ ਰਹੇ ਸੀ, ਉਹਨਾਂ ਨੇ ਚਿੱਠੀ ਲਿਖੀ ਸੀ ਸਾਡੇ ਪਾਰਟੀ ਦੇ ਲੀਡਰ ਨੂੰ, ਜਿੱਦਾਂ ਤੁਸੀਂ ਅੰਗਰੇਜ਼ਾਂ ਤੋਂ ਇਹ ਚੀਜ਼ਾਂ ਆਜ਼ਾਦ ਕਰਾਈਆਂ, ਗੁਰੂ ਘਰ ਆਜ਼ਾਦ ਕਰਾਇਆ, ਵੀ ਇੱਦਾਂ ਸਾਡਾ ਦੇਸ਼ ਵੀ ਆਜ਼ਾਦ ਕਰਾਓ। ਸੋ ਇੰਨੀ ਪੁਰਾਣੀ ਪਾਰਟੀ ਹੈ, ਉਦੋਂ ਦਾ ਚੱਲ ਰਿਹਾ ਜੀ। ਅੱਜ ਦੇ ਬੰਦੇ ਅੱਜ ਆ ਕੇ ਕਹਿਣ ਲੱਗਦੇ, ਕੋਈ ਇੱਦਾਂ ਦਾ ਜਿਹੜਾ ਕਦੇ ਜ਼ਿੰਦਗੀ 'ਚ ਵਿਚਾਰਾ ਕਦੇ ਮੈਂਬਰ ਪੰਚਾਇਤ ਨਹੀਂ ਬਣਿਆ ਹੁੰਦਾ, ਉਹ ਆ ਕੇ ਸਵਾਲ ਜਵਾਬ ਬਾਦਲ ਸਾਹਿਬ ਦੇ ਕਰੈਕਟਰ ਬਾਰੇ, ਬਾਦਲ ਸਾਹਿਬ ਬਾਰੇ ਕਹਿਣ ਲੱਗ ਜਾਂਦਾ। ਸੋ ਇੱਕ ਇਹ ਵੀ ਮੈਂ ਕਹਿੰਦਾ ਮਾੜੀ ਸੋਚ ਆ ਵੀ ਜੇ ਆਪਾਂ ਕਿਸੇ ਦੇ ਖਿਲਾਫ ਕੋਈ ਗੱਲ ਕਰਨੀ ਹੈ, ਘੱਟੋ ਘੱਟ ਆਪਾਂ ਆਪਦਾ ਲੈਵਲ ਉਹਦੇ ਨੇੜੇ ਕਰੀਏ, ਵੀ ਤਾਂ ਉਹਦੇ ਕਿਰਦਾਰ ਤੇ ਉਹਨੂੰ ਕੋਈ ਸਵਾਲ ਜਵਾਬ ਕਰੀਏ। ਸੋ ਇਹ ਹੈ ਜੀ, ਬਸ ਸਮੇਂ ਦੇ ਨਾਲ ਜਿਵੇਂ ਚੱਲੀ ਜਾਂਦਾ। ਬਾਕੀ ਜਿਵੇਂ ਬੀਬਾ ਹਰਸਿਮਰਤ ਕੌਰ ਜੀ ਦੇ ਮੈਂ ਬੜੇ ਸੁਣੇ ਉਹਨਾਂ ਦੇ, ਇੱਕ ਵਾਰ ਇੱਕ ਵੀਡੀਓ ਚੱਲ ਰਹੀ ਸੀਗੀ ਮੇਰੇ ਫੋਨ ਦੇ ਵਿੱਚ, ਇਹ ਕਾਲ ਝਰਾਣੀ ਤੋਂ ਲੈ ਕੇ ਬਾਦਲ ਰੋਡ ਜਾਂਦਾ ਹੈ, ਤਾਂ ਉਹਦੇ ਵਿੱਚ ਕੋਈ ਖੱਡਾ ਸੀਗਾ। ਹਾਂਜੀ। ਤੁਸੀਂ ਉਹਦੇ ਵੀਡੀਓ ਬਾਰੇ ਥੋੜਾ ਦੱਸੋ ਜੀ, ਉਹ ਬੜੀ ਮੈਨੂੰ ਬਹੁਤ ਸੋਹਣੀ ਲੱਗਦੀ ਹੈ। ਮੈਂ ਦੇਖੀ ਵੀਡੀਓ ਜੀ, ਉਹ ਬੀਬਾ ਜੀ ਜੋ ਜਾ ਰਹੇ ਸੀ ਕਾਰਵਾਈ ਦੇ ਵਿੱਚ ਜੀ, ਉਹ ਟੋਵੇ ਦੇ ਐਕਸੀਡੈਂਟ ਹੋ ਗਿਆ ਸ਼ਾਇਦ, ਫਾਇਰ ਐਕਸ਼ਨ ਲਿਆ ਉਹਨਾਂ ਨੇ।
ਤੇ ਉਹਨਾਂ ਨੇ ਜਦੇ ਉੱਥੇ ਗੱਡੀ ਰੋਕ ਕੇ ਉਹ ਜੋ ਬੱਚੇ ਸੀਗੇ ਉਹਨਾਂ ਨੂੰ ਹਸਪੀਟਲ ਪਹੁੰਚਦਾ ਕੀਤਾ ਤੇ ਡੀਸੀ ਨੂੰ ਤਾਂ ਉੱਥੇ ਫੋਨ ਕੀਤਾ ਵੀ ਇਹਦਾ ਟੋਆ ਨਹੀਂ ਹੋਣਾ ਚਾਹੀਦਾ ਇਹਦੇ ਵੀ ਇਹਦਾ ਹੱਲ ਕਰਾਓ ਵੀ ਤੁਸੀਂ ਇਹਦੇ ਕਰਕੇ ਕਈ ਬੰਦੇ ਦਾ ਐਕਸੀਡੈਂਟ ਹੋ ਰਿਹਾ ਕਿਸੇ ਹੋਰ ਦਾ ਨੁਕਸਾਨ ਛੋਟਾ ਜਿਹਾ ਬੱਚਾ ਵੀ ਸੀ ਉਹਨਾਂ ਦੇ ਹਾਂਜੀ 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 ਉਹ ਇਹ ਗੱਲ ਡੈਡੀਕੇਸ਼ਨ ਦੀ ਗੱਲ ਹੁੰਦੀ ਨਹੀਂ ਤਾਂ ਜੇ ਉਹ ਲੰਘ ਵੀ ਜਾਂਦੇ ਕਿਸੇ ਨੇ ਕਿਹੜਾ ਕੋਈ ਸਵਾਲ ਕਰਨਾ ਤੁਸੀਂ ਕਿਉਂ ਲੰਘੇ ਇਹਨਾਂ ਗੱਲਾਂ ਤੋਂ ਇਦਾਂ ਦੀ ਛੋਟੀ ਛੋਟੀ ਗੱਲਾਂ ਤੋਂ ਸੋਚ ਪਤਾ ਲੱਗਦੀ ਹੈ ਬੰਦੇ ਦੇ ਅੰਦਰ ਕੀ ਸੋਚ ਹੈ ਤੁਸੀਂ ਅੱਜ ਕਿਹਾ ਵੀ ਬਠਿੰਡੇ ਦਾ ਇੰਨਾ ਮਾੜਾ ਹਾਲ ਆਇਆ ਲੰਬੀ ਲੰਬੀ ਤੁਸੀਂ ਇੱਕ ਦਰਬਾਰ ਸਾਹਿਬ ਆਪਾਂ ਜਾਂਦੇ ਆ ਉਹਦੇ ਆਸੇ-ਪਾਸੇ ਜਿਹੜੇ ਅੱਜ ਲੋਕ ਉੱਥੇ ਮਤਲਬ ਪਹਿਲਾਂ ਕਿੰਨਾ ਭੀੜਾ ਬਾਜ਼ਾਰ ਹੁੰਦਾ ਸੀਗਾ ਬੜੀ ਸਫਾਈ ਦੇਖਦਾ ਹੁੰਦੇ ਕਿਸੇ ਨੇ ਬਾਹਰੋਂ ਕਿਉਂਕਿ ਸਾਰੀ ਦੁਨੀਆ ਤੋਂ ਉਹ ਬੜੀ ਸਾਡੀ ਪਾਵਨ ਥਾਂ ਪਵਿੱਤਰ ਥਾਂ ਸਾਡੇ ਵਾਸਤੇ ਉਸ ਥਾਂ ਤੋਂ ਉੱਪਰ ਕੋਈ ਜਗ੍ਹਾ ਨਹੀਂ ਸਾਰੇ ਦੇਸ਼ਾਂ ਵਿਦੇਸ਼ਾਂ ਚੋਂ ਲੋਕ ਉੱਥੇ ਆਉਂਦੇ ਮੱਥਾ ਟੇਕਣ ਜੇ ਕੋਈ ਕੂੜੇ ਢੇਰ ਲੱਗੇ ਹੋਣ ਸਾਡੇ ਸੱਜੇ ਖੱਬੇ ਜਾਂ ਬੜਾ ਭੀੜਾ ਰਸਤਾ ਹੋਵੇ ਰਸ਼ ਹੋਵੇ ਤੇ ਕੋਈ ਨਾ ਕੋਈ ਮਾੜਾ ਘਟ ਜਾਂਦਾ ਹੁਣ ਜਦੋਂ ਉੱਥੇ ਜਾਂਦੇ ਕੋ ਸਾਰਾ ਕਿੰਨਾ ਵਧੀਆ ਚੌੜਾ ਰਸਤਾ ਬਣਾਇਆ ਐਡੀ ਵਧੀਆ ਲੋਕ ਆ ਕੇ ਦੇਖਦੇ ਵੀ ਇੰਨਾ ਸੁੰਦਰ ਜਗ੍ਹਾ ਵਾ ਫੋਟੋਆਂ ਖਿਚਾਉਂਦੇ ਬਾਲ ਸਾਹਿਬ ਸੁਖਬੀਰ ਜੀ ਨੇ ਆਪ ਕੋਲੇ ਖੜ ਕੇ ਉੱਥੇ ਰਾਤਾਂ ਨੂੰ ਵਿਜ਼ਿਟ ਕਰਕੇ ਕੋਲੇ ਖੜ ਕੇ ਬੈਠ ਕੇ ਕੰਮ ਕਰਾਇਆ ਜੀ ਸੋ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਬੰਦੇ ਦਾ ਵਿਊ ਕੀ ਹੈ ਬੰਦੇ ਦੀ ਡੈਡੀਕੇਸ਼ਨ ਕੀ ਹੈ ਕੀ ਸੋਚ ਆ ਉਹਨਾਂ ਦੀ ਸੋ ਕਈ ਬੰਦੇ ਹੈਗੇ ਜੋ ਇਸ ਗੱਲ ਦੇ ਮਤਲਬ ਸਰਾਹਨਾ ਵੀ ਕਰਦੇ ਆ ਜਿਹੜੇ ਨਿੰਦਕ ਆ ਉਹਨਾਂ ਨੇ ਤਾਂ ਨਿੰਦਾ ਕਰਦੀ ਰਹਿਣੀ ਹੈ ਉਹ ਕੋਈ ਗੱਲ ਨਹੀਂ ਹਰੇਕ ਦੀ ਸੋਚ ਆ ਮੈਂ ਕਹਿੰਦਾ ਵੀ ਨਿੰਦਾ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਬਾਲ ਸਾਹਿਬ ਵੱਡੇ ਬਾਲ ਸਾਹਿਬ ਇੱਕ ਗੱਲ ਸੁਣਾਉਂਦੇ ਹੁੰਦੇ ਤੁਹਾਨੂੰ ਵਾਕਿਆ ਸਾਂਝੀ ਕਰਦਾ ਵੀ ਜੇ ਕਿਸੇ ਜਥੇਦਾਰ ਨੇ ਕਿਹਾ ਵੀ ਬੜਾ ਮਾੜਾ ਟਾਈਮ ਹੈ ਜੀ ਲੋਕ ਬੜੀਆਂ ਗਾਲਾਂ ਕੱਢਦੇ ਆ ਜੀ ਲੋਕ ਤਾਂ ਉਹ ਕਹਿੰਦਾ ਕਾਕਾ ਜੀ ਵੀ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਹੁੰਦੀ ਕੋਈ ਸਮਾਂ ਇਹੋ ਜਿਹਾ ਸੀਗਾ ਜਦੋਂ ਅਸੀਂ ਪਿੰਡਾਂ ਜਾਂਦੇ ਸੀ ਲੋਕ ਸ਼ਾਇਦ ਬੱਟੇ ਵੀ ਮਾਰਦੇ ਸੀ ਪਿੱਛੋਂ ਵੀ ਦੇਖੋ ਕਾਲੀ ਕਿਤੇ ਵੜਨਾ ਜਾਣ ਵੀ ਉਹ ਬੱਟੇ ਮਾਰਨ ਵਾਲੇ ਵਿਚਾਰੇ ਉੱਥੇ ਤੁਰੇ ਫਿਰਦੇ ਵੀ ਮੈਂ ਕਾਕਾ ਜੀ 5 ਵਾਰੀ ਮੁੱਖ ਮੰਤਰੀ ਬਣ ਗਿਆ ਪੰਜਾਬ ਉਸੇ ਵਾਸਤੇ ਕਰਨ ਦੇ ਤੌਰ ਤੇ ਵੀ ਕੰਮ ਵਾਲੇ ਪਾਸੇ ਤੁਸੀਂ ਪੋਜ਼ਿਟਿਵ ਤਰੀਕੇ ਨਾਲ ਆਪਦੀ ਲਾਈਨ ਲੰਬੀ ਕਰੋ ਕਿਸੇ ਲਾਈਨ ਮਟਾਉਣ ਲੱਗੋ ਤੁਹਾਡੀ ਆਪਦੀ ਲਾਈਨ ਛੋਟੀ ਹੋ ਜਾਏਗੀ ਬਿਲਕੁਲ ਸਰ ਸੋ ਪੋਜ਼ਿਟਿਵ ਤਰੀਕੇ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਤੇ ਬਾਕੀ ਸਰ ਕਿਹਾ ਜਾਂਦਾ ਨਾ ਜਿਹੜੇ ਬੰਦੇ ਨੇ ਜਿਹੇ ਰੰਗ ਦਾ ਚਸ਼ਮਾ ਲਾਇਆ ਹੁੰਦਾ ਸਾਰੀ ਜ਼ਿੰਦਗੀ ਉਹਨੂੰ ਉਹ ਜਿਹੇ ਕਲਰ ਦਿਖਦਾ ਹੈ ਬਿਲਕੁਲ ਇਹੀ ਗੱਲ ਹੈ ਜੀ ਜਿੱਦਾਂ ਬੰਦੇ ਦੀ ਇੱਕ ਆਪਾਂ ਫੀਡ ਕਰ ਲੈਂਦੇ ਆਪਾਂ ਪਿੱਛੋਂ ਆਪਣੇ ਦਿਮਾਗ 'ਚ ਵੀ ਫੀਡ ਕਰ ਦਿੱਤੀ ਜਾਂਦੀ ਵੀ ਆਹ ਗੱਲ ਆ ਮੈਂ ਚਾਹੁੰਦਾ ਵੀ ਉਹ ਤੁਸੀਂ ਚਲੋ ਜਿਹੜੀ ਫੀਡ ਕੀਤੀ ਉਹ ਵੀ ਦੇਖੋ ਪਰ ਤੁਸੀਂ ਆਪਦਾ ਵੀ ਦਿਮਾਗ ਸੱਚਾਈ ਵੀ ਦੇਖੋ ਅੱਖਾਂ ਖੋਲੋ ਕੰਨ ਖੋਲੋ ਦੇਖੋ ਵੀ ਹਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਆਪਦੇ ਆਪ ਨਾਲ ਇੱਕ ਪੈਮਾਨਾ ਰੱਖੋ ਤੋਲੋ ਵੀ ਇੱਕ ਤਾਂ ਤੁਸੀਂ ਗੱਲ ਕਹਿ ਦਿੱਤੀ ਮੈਂ ਸੁਣ ਲਈ ਇੱਕ ਤੁਸੀਂ ਆਪ ਚੈੱਕ ਕਰੋ ਟਰੈਕ ਰਿਪੋਰਟ ਤੇ ਦੇਖੋ ਵੀ ਹਾਂ ਬੰਦਾ ਪਿਛੋਕੜ ਦੇਖੋ ਬੰਦਾ ਕੰਮ ਕਰ ਰਿਹਾ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸੋ ਇਹ ਚੀਜ਼ਾਂ ਦੀ ਥੋੜੀ ਕਮੀ ਆਪਣੇ ਸਮਾਜ 'ਚ ਅੱਜ ਕੱਲ੍ਹ ਹੈਗੀਆਂ ਨੇ ਪਰ ਕਈ ਚੰਗੇ ਹਰੇਕ ਤਰ੍ਹਾਂ ਦੇ ਬੰਦੇ ਕੀ ਕਹਿ ਸਕਦੇ ਆਪਾਂ ਧਾਲੀਵਾਲ ਸਾਹਿਬ ਕੁਝ ਲੋਕ ਸਵਾਲ ਕਰਦੇ ਆ ਜਿਵੇਂ ਹੁਣ ਬੀਜੇਪੀ ਦੇ ਨਾਲ ਅਕਾਲੀ ਦਲ ਦਾ ਇੱਕ ਬਹੁਤ ਹੀ ਕਲੋਜ਼ ਬੰਧਨ ਰਿਹਾ ਜੀ ਹਾਂਜੀ ਕਿਉਂਕਿ ਨਾਲ ਮਿਲ ਕੇ ਪਾਰਟੀਆਂ ਚੱਲੀਆਂ ਹਾਂ ਬਿਲਕੁਲ ਜੀ ਠੀਕ ਹੈ ਜੀ ਹੁਣ ਜਦੋਂ ਕਾਲੇ ਕਾਨੂੰਨ ਪਾਸ ਹੋਇਆ ਜੀ ਇਹ ਸਾਰੇ ਕਹਿੰਦੇ ਲੀਡਰਾਂ ਦੀ ਮਿਲੀ ਭਗਤ ਨਾਲ ਹੋਇਆ ਜੀ ਮੈਂ ਦੱਸਦਾ ਉਸ ਤੋਂ ਬਾਅਦ ਬੋਲੋ ਪੁੱਛੋ ਹਾਂਜੀ ਮੈਂ ਸਵਾਲ ਕਰਦਾ ਕਰੋ ਉਸ ਤੋਂ ਬਾਅਦ ਕੀ ਹੋਇਆ ਵੀ ਜਦੋਂ ਇਹ ਗੱਲਾਂ ਬਾਤਾਂ ਲੋਕਾਂ ਤੱਕ ਪਹੁੰਚੀਆਂ ਬੀਬੀ ਹਰਸਿਮਰਤ ਕੌਰ ਬਾਦਲ ਜੀ ਅਸਤੀਫਾ ਦੇ ਆਏ ਕੁਝ ਸਾਡੇ ਦੋਸਤ ਜਾਣਨਾ ਚਾਹੁੰਦੇ ਆ ਵੀ ਇਹਦੇ ਪਿੱਛੇ ਕੀ ਕਾਰਨ ਹੈ ਜੀ ਦੇਖੋ ਜੀ ਬੜੇ ਬੰਦੇ ਇਸ ਗੱਲ ਦਾ ਪ੍ਰਚਾਰ ਕਰਦੇ ਆ ਕਹਿ ਨਾ ਲੋਕ ਜੀ ਇਹਨਾਂ ਨੇ ਬਿੱਲ ਪਾਸ ਕਰਾਇਆ ਜੀ ਇਹਨਾਂ ਨੇ ਜਦੋਂ ਕਹੀਦਾ ਵੀ ਅਸਤੀਫਾ ਦਿੱਤਾ ਉਹਨਾਂ ਨੇ ਅਸਤੀਫਾ ਤਾਂ ਅਸੀਂ ਪ੍ਰੈਸ਼ਰ ਲੋਕਾਂ ਦੇ ਪ੍ਰੈਸ਼ਰ ਨਾਲ ਅਸਤੀਫਾ ਦਿੱਤਾ ਅੱਜ ਜਿਹੜੇ ਕੈਪਟਨ ਸਾਹਿਬ ਵਰਗੇ ਬੰਦੇ ਕਹਿੰਦੇ ਵੀ ਅਸਤੀਫਾ ਮੇਰੀ ਜੇਬ 'ਚ ਆ ਕਿੰਨੇ ਬੰਦੇ ਧਰਨਿਆਂ ਤੇ ਬੈਠੇ ਆ ਕਿੰਨੇ ਟੀਚਰਸ ਬੈਠੇ ਆ ਰੋਜ਼ ਧਰਨਾ ਲੱਗਦਾ ਪਟਿਆਲੇ 'ਚ ਕਿੰਨਾ ਪ੍ਰੈਸ਼ਰ ਆ ਕਦੇ ਅਸਤੀਫਾ ਦਿੰਦਾ ਜੀ ਨਹੀਂ ਕੋਈ ਅਸਤੀਫਾ ਦਿੰਦਾ ਇਹ ਕਹਿਣ ਦੀਆਂ ਗੱਲਾਂ ਨੇ ਜੀ ਜਦੋਂ ਇਹ ਤੁਸੀਂ ਮੇਰੀ ਗੱਲ ਸੁਣੋ ਮੈਂ ਦੱਸਦਾ ਜੀ ਜੇ ਤੁਹਾਡਾ ਮੇਰਾ ਸੰਬੰਧ ਆ ਇੱਕ ਸਰਪੰਚ 20 ਸਾਲ ਤੋਂ ਸਰਪੰਚ ਬਣ ਰਿਹਾ ਪਿੰਡ 'ਚ ਤੁਹਾਡਾ ਉਹਨਾਂ ਨਾਲ ਸੰਬੰਧ ਆ ਤੁਸੀਂ ਪਿੰਡ ਦੇ ਮੈਂਬਰ ਪੰਚਾਇਤ ਹੋ ਤੁਸੀਂ ਪਿੰਡ ਦੇ ਮੈਂਬਰ ਹੋ ਤੁਹਾਡੇ ਪਿੰਡ 'ਚ ਗ੍ਰਾਂਟ ਆ ਗਈ ਛੱਪੜਾਂ ਵਾਸਤੇ ਤੁਸੀਂ ਉਹ ਛੱਪੜਾਂ ਵਾਸਤੇ ਲਾਉਣੇ ਨਹੀਂ ਚਾਹੁੰਦੇ ਤੁਹਾਨੂੰ ਚਾਹੀਦੀ ਹੈ ਗਲੀ ਨਾਲੀ ਪਹਿਲਾਂ ਛੱਪੜ ਤੁਸੀਂ ਬਾਅਦ 'ਚ ਕਰਵਾਉਣਾ ਵਾ ਤੁਹਾਨੂੰ ਸਰਪੰਚ ਕਹਿ ਦਿੰਦਾ ਵਾ ਇਹ ਗੱਲ ਸਰਪੰਚ ਨੂੰ ਅੱਗੇ ਵੀਡੀਓ ਕਹਿੰਦਾ ਵੀ ਆਪਾਂ ਚੇਂਜ ਆਫ ਕਰ ਦਾਂਗੇ ਇਹਦਾ ਵੀ ਆਪਾਂ ਛੱਪੜਾਂ ਵਾਲੀ ਗ੍ਰਾਂਟ ਨੂੰ ਉਹਦੇ 'ਚ ਪਾ ਦਾਂਗੇ ਆਪਾਂ ਨਾਲੀ 'ਚ ਤੁਸੀਂ ਸਰਪੰਚ ਤੇ ਵਿਸ਼ਵਾਸ ਕਰਦੇ ਹੋ ਸਰਪੰਚ ਦਾ ਵੀਡੀਓ ਨਾਲ ਤਾਲਮੇਲ ਪੁਰਾਣਾ ਹੁੰਦਾ ਉਹਨੇ ਕਹਿਤਾ ਵਿਸ਼ਵਾਸ ਇੱਕ ਵਾਰੀ ਹੁਣ 35 ਸਾਲ ਪੁਰਾਣਾ ਰਿਸ਼ਤਾ ਬਿਲਕੁਲ ਅਸੀਂ ਐਨੇ ਉਹਨਾਂ ਤੋਂ ਕੰਮ ਕਰਾਇਆ ਉਹਨਾਂ ਨੇ ਸਾਡੇ ਤੋਂ ਐਨੇ ਕੰਮ ਕਰਾਇਆ ਇੱਕ ਰਿਸ਼ਤਾ ਹੁੰਦਾ ਨਾ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ ਜਿੱਦਾਂ ਤੁਸੀਂ ਕਹੋਗੇ ਜਿੰਨਾ ਟਾਈਮ ਤੱਕ ਕਿਸਾਨਾਂ ਦੇ ਖਦਸ਼ੇ ਦੂਰ ਨਹੀਂ ਹੁੰਦੇ ਉਹਨਾਂ ਨੇ ਆਪਾਂ ਬਿੱਲ ਨਹੀਂ ਪਾਸ ਕਰਾਂਗੇ ਜਦੋਂ ਉਹਨਾਂ ਨੇ ਕਹਿਤਾ ਅਸੀਂ ਉਹਨਾਂ ਦੀ ਗੱਲ ਤੇ ਵਿਸ਼ਵਾਸ ਕੀਤਾ ਸਾਡਾ ਫਰਜ਼ ਬਣਦਾ ਸੀ ਵਿਸ਼ਵਾਸ ਕਰਨਾ ਜਦੋਂ 35 ਸਾਲ ਪੁਰਾਣਾ ਰਿਸ਼ਤਾ ਹੋਵੇ ਪਰ ਜਦੋਂ ਉਹਨਾਂ ਨੇ ਗੱਲ ਨਹੀਂ ਪਗਾੜੀ ਦੂਜੇ ਪਾਸੇ ਜਾਣ ਲੱਗੇ ਬਿੱਲ ਪਾਸ ਕਰਾਉਣ ਲੱਗੇ ਜਦੋਂ ਖੰਜਰ ਮਾਰੇ ਤਾਂ ਸਦਨ ਦੇ ਵਿੱਚ ਮੈਂ ਤੁਹਾਨੂੰ ਕਹੂੰਗਾ ਵੀ ਵਿਰੋਧ ਕਰਨ ਵਾਲੇ ਸਿਰਫ ਅਕਾਲੀ ਦਲ ਦੇ 2 MP ਸੀਗੇ ਬੀਬਾ ਜੀ ਸੁਖਬੀਰ ਜੀ ਜਿਹੜੇ ਅੱਜ ਇਹ ਰੌਲਾ ਪਾਉਂਦੇ ਆ ਵੀ ਅਕਾਲੀ ਦਲ ਨੇ ਬਿੱਲ ਪਾਸ ਕਰਾਤੇ ਉਹਨਾਂ ਨੇ ਸਦਨ 'ਚ ਵਿਰੋਧ ਵੀ ਨਹੀਂ ਕੀਤਾ ਉੱਠ ਕੇ ਵਾਕ-ਆਊਟ ਕਰਕੇ ਬਾਹਰ ਆ ਗਏ ਬਾਹਰ ਆਉਣ ਦਾ ਕੀ ਮਤਲਬ ਅੰਦਰ ਬੈਠ ਕੇ ਜਦ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਅੰਦਰ ਬੈਠ ਕੇ ਲੜਾਈ ਲੜੋ ਉੱਥੇ ਬੋਲੋ ਉਹਨਾਂ ਸਮੇਂ 'ਚ ਬਾਹਰ ਆ ਕੇ ਵੀਡੀਓ ਪਾਉਣ ਲੱਗੇ ਸੀ ਉਲਟਾ ਸੋ ਇਹ ਕਹਿਣ ਦੀਆਂ ਗੱਲਾਂ ਨੇ ਜੀ ਜੇ ਅੱਜ ਮੈਂ ਕਹੂੰਗਾ ਵੀ ਕਿਸੇ ਬੰਦੇ ਨੇ ਐਦਾਂ ਦੇ ਮੁੱਦੇ ਦੇ ਉੱਤੇ ਅਸਤੀਫਾ ਦਿੱਤਾ ਤਾਂ ਇਕੱਲੇ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸੈਂਟਰ ਦੇ ਮਿਨਿਸਟਰ ਹੁੰਦੇ ਨਾ ਜੀ
ਮੈਂ ਇਹ ਕਹਿੰਦਾ ਵੀ ਕੋਈ ਬਹੁਤ ਵੱਡਾ ਸਾਨ ਨਹੀਂ ਕੀਤਾ, ਲੋਕਾਂ ਨੇ ਬਣਾਇਆ ਸੀ ਜੀ, ਲੋਕਾਂ ਦੇ ਪ੍ਰਤੀ ਉਹਨਾਂ ਦਾ ਫਰਜ਼ ਸੀ, ਉਹਨਾਂ ਨੇ ਫਰਜ਼ ਨਿਭਾਇਆ। ਬਿਲਕੁਲ ਜੀ। ਪਰ ਦੇਸ਼ ਦੇ 20-25 ਮੋਸਟ ਪਾਵਰਫੁਲ ਬੰਦਿਆਂ ਦੇ ਵਿੱਚ ਸੈਂਟਰ ਦਾ ਮਿਨਿਸਟਰ ਹੁੰਦਾ ਵਾ ਜੀ, ਐਡੇ ਵੱਡਾ ਉਹਦਾ 4 ਸਾਲ ਰਹਿੰਦੇ ਸੀ ਸਰਕਾਰ ਦੇ, ਬਿਲਕੁਲ ਜੀ, ਛੱਡਣਾ ਜੀ, ਇਹ ਕੋਈ ਸੌਖਾ ਕੰਮ ਨਹੀਂ, ਲੰਬੜਦਾਰੀ ਨਹੀਂ ਛੱਡਦਾ ਪਿੰਡ ਦੀ। ਨਾਲ ਹਰਿਆਣਾ ਸੂਬਾ ਜੀ ਡਿਪਟੀ ਸੀਐਮ ਬਣਿਆ ਚਟਾਲਾ ਜੀ, ਠੀਕ ਹੈ ਜੀ, ਲੋਕਾਂ ਨੇ ਵੋਟ ਪਾਈ ਸੀ ਬੀਜੇਪੀ ਦੇ ਉਲਟ, ਉਹਦਾ ਬੀਜੇਪੀ ਨਾਲ ਗਠਬੰਧਨ ਕਰਕੇ ਡਿਪਟੀ ਸੀਐਮ ਬੈਠਾ, ਕਿੱਡਾ ਵੱਡਾ ਪ੍ਰੈਸ਼ਰ ਅੱਜ ਵੀ ਨਹੀਂ ਛੱਡ ਰਿਹਾ ਉਹਦਾ। ਜੀ, ਜੀ, ਉਹਨਾਂ ਨੂੰ ਐ ਲੱਗਦਾ ਉਹਨਾਂ ਕਿਤੇ ਸ਼ਾਇਦ ਪੈਸੇ ਕਮਾਉਣ ਵਾਸਤੇ ਬੈਠੇ ਵੀ 4 ਸਾਲ ਦਾ ਡਿਪਟੀ ਸੀਐਮ ਬਣਾ ਨਜ਼ਾਰੇ ਲਈਏ ਜੀ। ਸੋ ਇਹ ਹਰੇਕ ਦੇ ਬਸ ਦੀ ਗੱਲ ਨਹੀਂ, ਜਿਹੜੇ ਬੰਦੇ ਨੂੰ ਲੋਕਾਂ ਦਾ ਦਰਦ ਆ ਜਾਂ ਲੋਕਾਂ ਪ੍ਰਤੀ ਉਹਨਾਂ ਦੀ ਸੋਚ ਆ ਵੀ ਲੋਕ ਸਾਨੂੰ ਬਣਾਉਂਦੇ ਆ ਲੀਡਰ, ਲੋਕ ਹੀ ਲਾਉਂਦੇ ਆ, ਲੋਕਾਂ ਪ੍ਰਤੀ ਆਪਦਾ ਜਿਹੜਾ ਫਰਜ਼ ਨਿਭਾ ਸਕਦੇ ਉਹ ਨਿਭਾਇਆ ਬੀਬਾ ਜੀ ਨੇ ਜੀ। ਤੇ ਜਿਹੜੇ ਬੰਦੇ ਪ੍ਰਚਾਰ ਕਰਨਾ ਵਿਰੋਧ ਉਹਨਾਂ ਨੇ ਕਰੀ ਜਾਣ, ਉਹਨਾਂ ਨੂੰ ਰੋਕ ਨਹੀਂ ਸਕਦੇ। ਤੇ ਉਹਨਾਂ ਨੂੰ ਮੇਰੀ ਬੇਨਤੀ ਵੀ ਹੈ ਤੁਹਾਡੇ ਚੈਨਲ ਰਾਹੀਂ ਵੀ ਤੁਸੀਂ ਆਪਦਾ ਕੰਮ ਕਰੀ ਜਾਓ, ਅਸੀਂ ਆਪਦਾ ਕੰਮ ਕਰੀ ਜਾਣਾ ਜੀ। ਇੱਕ ਸਰ ਹੋਰ ਸਵਾਲ ਆ ਜੀ ਇੱਥੇ, ਹਾਂਜੀ, ਇਹ ਵੀ ਗੱਲ ਸੁਣ ਚਾਹੁੰਦੀ ਆ, ਕਹਿੰਦੇ ਇਹਨਾਂ ਨੂੰ ਲੈ ਕੇ ਆਉਣ ਵਾਲੀ ਬਾਦਲ ਪਰਿਵਾਰ ਆ ਜੀ, ਆ ਮੋਗੇ ਦੇ ਕੋਲੇ ਜਿਹੜੇ ਫਾਰਮ ਬਣੇ ਆ ਜੀ ਅਡਾਨੀ ਤੇ ਅਡਵਾਨੀਆਂ ਦੇ, ਵੀ ਉਹ ਪਹਿਲਾਂ ਲੈ ਕੇ ਆਉਣ ਵਾਲੀ ਉਹ ਆ, ਇਹਦੇ ਪਰ ਕੀ ਕਹੋਗੇ? ਇਹ ਬਿਲਕੁਲ ਫੇਕ ਗੱਲ ਆ ਜੀ, ਇਹਦਾ ਸਪਸ਼ਟੀਕਰਨ ਅਸੀਂ ਬਹੁਤ ਵਾਰੀ ਦੇ ਚੁੱਕੇ ਆ। ਫੇਕ ਗੱਲਾਂ ਨੇ ਜੀ, ਜੀ। ਇੱਕ ਫੋਟੋ ਚੱਕਦੇ ਆ, ਇੱਕ ਫੋਟੋ ਬਣਾ ਦਿੰਦੇ ਆ, ਉਹ ਐਵੇਂ ਇਹਨਾਂ ਗੱਲਾਂ 'ਚ ਕੋਈ ਜਿਹੜੇ ਇਹ ਕੰਮ ਕਰਦੇ ਇਹਨਾਂ ਭਰਾਵਾਂ ਨੂੰ ਕੀ ਮੈਸੇਜ ਦਵੋਗੇ ਤੁਸੀਂ? ਮੈਂ ਤਾਂ ਜਿਹੜੇ ਬੰਦੇ ਬਸ ਇੱਕ ਫੇਕ ਜੀ ਖਬਰ ਬਣਾਉਂਦੇ ਆ, ਫੇਕ ਗੱਲ ਬਣਾ ਲੈਂਦੇ ਆ ਜੀ, ਆ ਜੀ ਫਲਾਣਾ ਦਾ ਕਰਨਾ, ਇਹ ਵੀ ਕਹਿਣ ਦੀਆਂ ਗੱਲਾਂ ਨੇ। ਉਹਨਾਂ ਗੱਲਾਂ ਦਾ ਚਲੋ ਕੁਝ ਸਮੇਂ ਵਾਸਤੇ ਜ਼ਰੂਰ ਪ੍ਰਭਾਵ ਪੈਂਦਾ ਵੀ ਕੁਝ ਸਮੇਂ ਲੋਕਾਂ ਦਾ ਵੀ ਹਾਂ ਜੀ ਐਦਾਂ ਹੋ ਗਿਆ ਐਦਾਂ ਹੋ ਗਿਆ, ਪਰ ਇਹਦਾ ਲੌਂਗ ਰਨ ਜਦੋਂ ਆਪਾਂ ਡਿਟੇਲ 'ਚ ਜਾਂਦੇ ਆ ਗੱਲ ਉਹ ਫਿਰ ਉਹਨਾਂ ਨੂੰ ਕਲੀਅਰ ਹੋ ਜਾਂਦੀ। ਜਿਹੜੇ ਉਹ ਪ੍ਰੋਜੈਕਟ ਦੀ ਫੋਟੋ ਆ ਨਾ ਜੀ, ਉਹ ਪ੍ਰੋਜੈਕਟ ਦੀ ਫੋਟੋ ਜਿਹੜਾ ਆਪਾਂ ਸੋਲਰ ਐਨਰਜੀ ਦਾ ਪ੍ਰੋਜੈਕਟ ਆ ਜੀ, ਉਹ ਮਜੀਠੀਆ ਸਾਹਿਬ ਉਦੋਂ ਮੰਤਰੀ ਸੀਗੇ ਸੋਲਰ ਦੇ ਜੀ, ਉਸ ਪ੍ਰੋਜੈਕਟ ਦੀ ਫੋਟੋ ਆ, ਉਹਨੂੰ ਅਡਾਨੀ ਗਰੁੱਪ ਵਾਲੇ ਪ੍ਰੋਜੈਕਟ ਨਾਲ ਜੋੜ ਕੇ ਫੋਟੋ ਦਿਖਾ ਦਿੱਤੀ ਜਾਂਦੀ ਹੈ ਵੀ ਇਹਦੀ ਫੋਟੋ ਆ ਜੀ। ਸੋ ਇਹ ਝੂਠੀਆਂ ਮੂਠੀਆਂ ਗੱਲਾਂ ਨੇ। ਇਹ ਆਈਟੀ ਸੈੱਲ ਜਿਹੜੇ ਹੁੰਦੇ ਆ ਦੂਜੀਆਂ ਪਾਰਟੀ ਦੇ ਵਿਰੋਧੀ ਪਾਰਟੀ ਦੇ, ਉਹ ਕਰਦੇ ਆ, ਉਹ ਆਪਦਾ ਕੰਮ ਕਰੀ ਜਾਣ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਜੀ, ਉਹਨਾਂ ਨੇ ਇਹ ਕੰਮ ਕਰਦੇ ਰਹਿਣਾ, ਭਾਵੇਂ ਤੁਸੀਂ ਸੋਨੇ ਦੇ ਵੜ ਜਾਓ ਜੀ, ਭਾਵੇਂ ਤੁਸੀਂ ਸੋਨੇ ਦੇ ਵੜ ਜਾਓ, ਬਿਲਕੁਲ ਜੀ। ਉਹ ਤਾਂ ਇਹ ਗੱਲ ਕਹਿੰਦੇ ਆ ਵੀ ਅਸੀਂ ਕਹਿਤਾ ਵੀ ਫਲਾਨਾ ਅਸਤੀਫਾ ਦੇਵੇ, ਫਲਾਨਾ ਐ ਕਰੇ, ਫਲਾਨਾ ਐ ਕਰੇ ਜੀ, ਵੀ ਤੁਸੀਂ ਸਾਡੇ ਤੇ ਕੋਈ ਡੈਡੀਕੇਟ ਲੱਗੇ ਹੋ, ਤੁਸੀਂ ਸਾਨੂੰ ਲਿਸਟ ਬਣਾ ਕੇ ਦੇ ਦਿਆ ਕਰੋ ਜੀ, ਜੀ, ਤੁਸੀਂ ਲਿਸਟ ਬਣਾ ਕੇ ਦੇ ਦਿਆ ਕਰੋ, ਜੋ ਤੁਸੀਂ ਕਹੋਗੇ ਉਹ ਹੋ ਜਾਊਗਾ ਜੀ। ਸੋ ਇਹ ਕਹਿਣਾ ਉਹਨਾਂ ਨੇ ਆਪਦਾ ਕੰਮ ਕਰੀ ਜਾਣਾ ਜੀ, ਉਹਨਾਂ ਨੇ ਵਿਰੋਧ ਕਰੀ ਜਾਣਾ ਜੀ, ਜੀ, ਉਹਨਾਂ ਦਾ ਆਪਦਾ ਮਨ ਆ। ਪਰ ਮੈਂ ਗੱਲ ਕਹੂੰਗਾ ਵੀ ਜੇ ਹੋ ਸਕੇ ਤਾਂ ਕਿਸੇ ਬਾਰੇ ਆਪਾਂ ਜੇ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਚੁੱਪ ਹੀ ਕਰ ਜਾਓ। ਪਰ ਹੁਣ ਜਿਨ੍ਹਾਂ ਦਾ ਫਿਤਰਤ ਹੀ ਇਹ ਜੀ ਹੈ ਵੀ ਉਹਨਾਂ ਮਾੜਾ ਬੋਲਣਾ ਬੋਲੀ ਜਾਂਦੇ ਜੀ। ਜੀ, ਚਲੋ ਕੁਝ ਦੋਸਤਾਂ ਦੇ ਸਵਾਲ ਸੀਗੇ ਤੁਹਾਡੇ ਨਾਲ ਸਾਂਝੇ ਕੀਤੇ। ਚਲੋ ਆਪਾਂ ਅੱਜ ਦੇ ਮੌਜੂਦਾ ਹਾਲਾਤਾਂ ਦੇ ਆਉਣੇ ਆ ਜੀ। ਅੱਜ ਦੇਖੋ ਹੁਣ ਕੈਪਟਨ ਸਰਕਾਰ ਥਾਂ ਥਾਂ ਕਰੀ ਜਾਂਦੀ ਆ ਵੀ ਜਿਹੜੇ ਭੈਣਾਂ ਦੇ ਸਾਡੀਆਂ ਬੀਬੀਆਂ ਦੇ ਕਿਰਾਏ ਫ੍ਰੀ ਆ ਜੀ, ਸਰਕਾਰੀ ਬੱਸਾਂ ਹੀ ਨਹੀਂ ਰਹੀਆਂ ਜੀ। ਦੇਖੋ ਜੀ, ਇੱਕ ਦੋ ਇਹਦੇ ਟਾਈਮ ਬਾਅਦ ਕੋਈ ਆਉਂਦੀ ਆ ਬੱਸ। ਤੁਸੀਂ ਇਹ ਦੇਖੋ ਨਾ ਜੀ, ਤੁਸੀਂ 4.5 ਸਾਲ ਬੀਤ ਜਾਣ ਤੋਂ ਬਾਅਦ ਅੱਜ ਉਹਨਾਂ ਨੇ ਜੀ ਲਿਆਂਦਾ, ਅੱਜ ਉਹਨਾਂ ਨੇ ਇੱਕ ਪਟਾਰਾ ਝੂਠ ਦਾ ਲਿਆਂਦਾ ਜੀ। ਜਿਹੜੇ ਪਿਛਲੀ ਵਾਰੀ ਜਿਹੜੇ ਵਾਅਦੇ ਕੀਤੇ ਸੀਗੇ, ਉਹ ਪ੍ਰਸ਼ਾਂਤ ਕਿਸ਼ੋਰ ਸੀਗਾ ਕਿ ਜਿਹੜਾ ਸਟ੍ਰੈਟੇਜਿਕ ਸੀਗਾ, ਉਹਨੇ ਲਿਆ ਕੇ ਉਹਨੇ ਕੈਪਟਨ ਸਾਹਿਬ ਨੂੰ ਕਿਹਾ ਸੀ ਵੀ ਸਰ ਕੰਮ ਦੇ ਤੌਰ ਤੁਹਾਡੀ ਸਰਕਾਰ ਨਹੀਂ ਬਣੇ, ਝੂਠ ਬੋਲੋ ਵੱਡੇ ਜੀ, ਠੀਕ ਹੈ ਜੀ। ਝੂਠ ਬੋਲ ਕੇ ਸਰਕਾਰ ਲੈਂਦੇ, ਉਦੋਂ ਬਾਅਦ ਦੁਬਾਰਾ ਫੇਰ ਇਹਨਾਂ ਨੇ ਹੁਣ ਉਦੋਂ ਵਧੀਆ ਤਰੀਕੇ ਨਾਲ ਝੂਠ ਬੋਲਣੇ ਆ, ਹੁਣ ਫੇਰ ਪ੍ਰਸ਼ਾਂਤ ਕਿਸ਼ੋਰ ਲਿਆਂਦਾ ਜੀ। ਮੈਂ ਤਾਂ ਇਹ ਕਹਿਣਾ ਵੀ ਕਈ ਬੰਦੇ ਦਾ ਵਿਰੋਧ ਕਰਦੇ ਵੀ ਕਿਉਂ ਆਇਆ, ਚੰਗਾ ਹੋ ਗਿਆ ਆ ਗਿਆ ਜੀ। ਜਿਹੜੇ ਝੂਠ ਬੋਲੇ ਲੋਕਾਂ ਨਾਲ ਧੋਖਾ ਕੀਤਾ, ਇਹ ਤਾਂ ਇਹਨਾਂ ਤੇ ਪਰਚਾ ਬਣਦਾ ਜੀ। ਤੇ ਨਾਲ ਹੀ ਮੈਂ ਤਾਂ ਬੇਨਤੀ ਕਰੂੰਗਾ ਸਾਡੇ ਬਾਲ ਸਾਹਿਬ ਨੂੰ ਵੀ 120 ਵੀ ਨਾਲ ਪ੍ਰਸ਼ਾਂਤ ਕਿਸ਼ੋਰ ਵੀ ਹੁਣ ਪੰਜਾਬ ਆਇਆ, ਇਹਨੂੰ ਵੀ ਨਾਲ ਸਰਕਾਰ ਆਉਣ ਤੋਂ ਬਾਅਦ ਇਹਨੂੰ ਵੀ ਨਾਲ ਹੀ ਪਰਚਾ ਦਰਜ ਕੀਤਾ ਜਾਵੇ ਵੀ ਜਿਹੜੇ ਲੋਕਾਂ ਨਾਲ ਤੁਸੀਂ ਝੂਠ ਬੋਲ ਕੇ ਵਾਅਦਾ ਖਿਲਾਫੀ ਕੀਤੀ ਆ, ਉਹਦੇ ਵਿੱਚ ਕੈਪਟਨ ਦੇ ਨਾਲ ਕਾਂਗਰਸ ਸਰਕਾਰ ਨਾਲ ਪ੍ਰਸ਼ਾਂਤ ਕਿਸ਼ੋਰ ਦਾ ਵੀ ਵੱਡਾ ਹੱਥ ਆ ਜੀ। ਇਹਦਾ ਵੀ ਝੂਠ ਬੁਲਾਉਣ ਇਹਦੀ ਵੱਡੀ ਸਜ਼ਾ ਬਣਦੀ ਹੈ ਜੀ। ਸੋ ਇਹਨੂੰ ਵੀ ਕੋਈ ਜਿਹੜੇ ਝੂਠੇ ਬੋਲ ਕੇ ਆਏ ਆ ਜਾਂ ਹੁਣ ਜਿਹੜੇ ਝੂਠ ਬੋਲ ਰਹੇ ਆ ਬੱਸਾਂ ਦੇ ਕਿਰਾਏ ਫ੍ਰੀ, ਸੋ ਇਹ ਕਿਹੜੀਆਂ ਗੱਲਾਂ ਨੇ ਜੀ? ਬੱਸਾਂ ਤਾਂ ਅੱਗੇ ਵੀ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਚੱਲਦੀਆਂ ਨੇ ਜੀ, ਮੈਂ ਕਹਿੰਦਾ ਵੀ ਅੱਗੇ ਕਾਲਜ ਵਾਲੇ ਨੌਜਵਾਨਾਂ ਦਾ ਫ੍ਰੀ ਹੁੰਦਾ ਸੀ, ਉਹਨੂੰ ਦੇਖ ਕੇ ਸੀਟੀ ਮਾਰ ਕੇ ਭਜਾ ਲੈਂਦੇ ਹੁੰਦੇ ਸੀਗੇ ਜੀ। ਵੈਸੇ ਹੀ ਸੀਟਾਂ ਖਾਲੀ ਹੁੰਦੀਆਂ ਨੇ ਜੀ, ਹਾਲਾਤ ਇਹਨੇ ਮਾੜੇ ਕਰਤੇ ਉਹਨਾਂ ਦੇ, ਠੀਕ ਆ ਜੀ। ਹੁਣ ਉਹਦੇ ਜੇ ਖਾਲੀ ਸੀਟਾਂ 'ਚ ਲੇਡੀਜ਼ ਬਹਿ ਬੈਠੀ ਜਾਣਗੀਆਂ ਤਾਂ ਉਹਦੇ ਕੀ ਫਰਕ ਪੈਂਦਾ? ਇਹਨਾਂ ਨੇ ਹੁਣ ਸਮਾਂ ਕੀ ਰਹਿ ਗਿਆ ਜੀ? ਪਤਾ ਨਹੀਂ ਜੁਲਾਈ ਤੋਂ ਇਹਨਾਂ ਨੇ ਲਾਗੂ ਕਰਨੇ ਆ, ਉਦੋਂ ਬਾਅਦ ਨਵੰਬਰ ਦਸੰਬਰ 'ਚ ਤਾਂ ਚੋਣੇ ਹਫ਼ਤਾ ਲੱਗ ਜਾਣਾ, ਸਮਾਂ ਕੀ ਰਹਿ ਗਿਆ ਜੀ? ਸੋ ਇੱਕ ਸਿਰਫ ਲੋਕਾਂ ਨੂੰ ਬਰਗਰਾਉਣ ਦੀ ਕੋਸ਼ਿਸ਼ ਕੀਤੀ ਕਿ ਦੁਬਾਰਾ, ਪਰ ਮੈਂ ਤੁਹਾਨੂੰ ਕਹਿੰਦਾ ਬਾਰ-ਬਾਰ ਨਹੀਂ ਕੰਮ ਹੁੰਦਾ, ਇੱਕ ਵਾਰ ਕਰ ਲਿਆ ਹੁਣ ਦੁਬਾਰਾ ਨਹੀਂ ਹੁੰਦਾ ਜੀ। ਬਿਲਕੁਲ ਜੀ। ਸੋ ਧਾਲੀਵਾਲ ਸਾਹਿਬ, ਇੱਕ ਹੋਰ ਆਪਾਂ ਦੇਖਿਆ ਕਾਫੀ ਚਰਚਾ 'ਚ ਮੁੱਦਾ ਸੀ ਜੀ, ਇੱਕ ਧਰਮ ਸੂਰ ਸੀਗਾ ਜੀ ਕਾਂਗਰਸ ਦਾ ਮੰਤਰੀ। ਹਾਂਜੀ। ਉਹਨਾਂ ਨੇ ਕੀ ਕੀਤਾ ਸੀ? ਬਹੁਤ ਹੀ ਤਕੜਾ ਘਪਲਾ ਕੀਤਾ ਸੀ, ਉਹਦੇ ਬਾਰੇ ਵੀ ਜਾਣਕਾਰੀ ਸਾਨੂੰ ਜ਼ਰੂਰ ਦਿਓ। ਇਹ ਵੀ ਉਹਨਾਂ ਦੀ ਨਾ ਬੜੀ ਵੱਡੀ ਫਹਿਰਿਸਤ ਆ, ਲਿਸਟ ਹੈ ਬਹੁਤ ਵੱਡੀ ਕਾਂਗਰਸ ਦੇ ਮੰਤਰੀ ਦੀ। ਉਹਦੇ ਵਿੱਚੋਂ ਇਹ ਇੱਕ ਬੜੀ ਮੰਦਭਾਗੀ ਗੱਲ ਆ ਵੀ ਐਸਸੀ ਬੱਚੇ ਦੀ ਸਕਾਲਰਸ਼ਿਪ ਜਿਹਨਾਂ ਨੂੰ ਸਰਕਾਰ ਦਿੰਦੀ ਆ ਜੀ, ਵੀ ਗਰੀਬ ਨੇ ਵਿਚਾਰੇ, ਇਹਨਾਂ ਨੂੰ ਪੜ੍ਹਾਈ ਵਾਸਤੇ ਸਕਾਲਰਸ਼ਿਪ ਦਿੱਤੀ ਜਾਵੇ ਜੀ। ਰਿਕਾਰਡਸ ਕੱਢ ਲਿਓ ਜੀ, ਫੈਕਟ ਕੱਢ ਲਿਓ ਵੀ ਸਾਡੀ ਸਰਕਾਰ 'ਚ ਕਿਸੇ ਨੇ ਰੁਕੀ ਹੋਵੇ ਜੀ। ਤੇ ਇਹਨਾਂ ਨੇ ਸਕਾਲਰਸ਼ਿਪ ਦੇ ਵਿੱਚ ਹੀ
ਐਡਾ ਵੱਡਾ ਘਟਾਲਾ ਕਰਤਾ ਵੀ ਜੋ ਸਰਕਾਰ ਗਰੀਬ ਬੱਚਿਆਂ ਨੂੰ ਸਹੂਲਤ ਦਿੰਦੀ ਆ ਜੀ, ਉਹ ਸਹੂਲਤ ਹੀ ਦੇਖੋ ਕਿੱਡਾ ਵੱਡਾ ਟੱਕ ਮਾਰਤਾ ਵੀ ਉਹ ਘਟਾਲਾ ਕਰਤਾ ਜੀ। ਉਹਨਾਂ ਦੇ ਬੱਚਿਆਂ ਦੀ ਜਿਹੜੀ ਫੀਸ ਸੀਗੀ ਉਹ ਆਪਦੇ ਖਾਤੇ 'ਚ ਪਵਾ ਲਈ। ਜੀ, ਜੀ। ਤੁਸੀਂ ਦੇਖੋ ਵੀ ਕਿੰਨੇ ਬੱਚੇ ਹਰਟ ਹੋਏ ਹੋਣਗੇ ਇਸ ਗੱਲ ਨਾਲ, ਜੀ। ਜਿਹੜੇ ਬੱਚਿਆਂ ਨੇ ਪੜ੍ਹ ਲਿਖ ਕੇ ਵਿਚਾਰਿਆਂ ਨੇ ਗਰੀਬੀ ਤੋਂ ਦਿਹਾੜੀ ਛੱਡ ਕੇ ਵਿਚਾਰਿਆਂ ਨੇ ਕਿਸੇ ਨੇ ਡਾਕਟਰ ਬਣਨਾ, ਕਿਸੇ ਨੇ ਇੰਜੀਨੀਅਰ ਬਣਨਾ, ਜੀ। ਕਿਸੇ ਨੇ ਆਪਦੇ ਮਾਪਿਓ ਦਾ ਨਾਮ ਰੋਸ਼ਨ ਕਰਨਾ, ਆਪਦੇ ਸਾਰੇ ਘਰ ਨੂੰ ਗਰੀਬੀ ਚੋਂ ਕੱਢਣਾ। ਉਹਨਾਂ ਦੇ ਅਰਮਾਨਾਂ ਤੇ ਬਹੁਤ ਵੱਡੀ ਸੱਟ ਮਾਰੀ ਉਹਨਾਂ ਨੇ। ਜੀ ਜੀ। ਸੋ ਮੈਂ ਪਹਿਲਾਂ ਵੀ ਕਿਹਾ ਵੀ ਇੱਕ ਅਦਾਲਤ ਇੱਥੇ ਆ, ਸ਼ਾਇਦ ਇੱਥੋਂ ਤੁਸੀਂ ਵੱਡੇ ਮੰਤਰੀਆਂ ਬਣ ਜਾਓਗੇ, ਜੀ। ਠੀਕ ਹੈ ਜੀ, ਤੁਹਾਡਾ ਅਫਸਰ ਤੁਹਾਡੇ ਲੱਗੇ ਆ ਸਾਰਾ ਕੁਝ। ਇਸ ਤੋਂ ਪਹਿਲਾਂ ਜਿਵੇਂ ਇੱਕ ਇਹਨਾਂ ਨੇ ਦੂਜਾ ਘਟਾਲਾ ਵੀ ਕੀਤਾ ਸੀਗਾ ਸ਼ਰਾਬ ਵਾਲਾ, ਤੇ ਕਿੰਨੇ ਬੰਦੇ ਮਰ ਜੀ, ਜੀ। ਗਏ, ਕਿੰਨੇ ਪਰਿਵਾਰ ਉਜੜ ਜੀ। ਗਏ, ਐਦਾਂ ਦੇ ਕਿੰਨੇ ਘਿਨਾਉਣੇ ਕੰਮ ਕੀਤੇ। ਸੋ ਇੱਥੋਂ ਸ਼ਾਇਦ ਤੁਸੀਂ ਵੱਡੇ ਲੀਡਰੋਂ ਬਚ ਜਾਓ, ਬਿਲਕੁਲ। ਅਫਸਰ ਤੁਹਾਡੇ ਆ, ਬਿਲਕੁਲ। ਪਰ ਜਿਹੜੀ ਉੱਪਰ ਅਦਾਲਤ ਬੈਠੀ ਹੈ ਉੱਥੇ ਤੁਹਾਨੂੰ ਇਸ ਗੱਲ ਦੀ ਕੋਈ ਮਾਫੀ ਨਹੀਂ ਮਿਲਣੀ। ਬਿਲਕੁਲ ਜੀ। ਇਸ ਗੱਲ ਦੀ ਤੁਹਾਨੂੰ ਸਜ਼ਾ ਮਿਲੂਗੀ, ਤੇ ਲੋਕਾਂ ਦੀ ਅਦਾਲਤ 'ਚ ਵੀ 2022 ਲੋਕਾਂ ਦੀ ਅਦਾਲਤ 'ਚ ਵੀ ਇਸ ਗੱਲ ਦੀ ਸਜ਼ਾ ਮਿਲੂਗੀ। ਤੁਹਾਨੂੰ ਕੋਈ ਝੂਠੇ ਬੰਦਿਆਂ ਨੂੰ ਤੁਹਾਨੂੰ ਮੂੰਹ ਨਹੀਂ ਲਾਊਗਾ। ਬਿਲਕੁਲ ਜੀ। ਇੱਕ ਹੋਰ ਫਨੀ ਜੀ ਗੱਲ ਹੋਈ ਆ ਜੀ, ਕੈਪਟਨ ਸਾਹਿਬ ਦੀ ਪੋਤੀ ਦਾ ਵਿਆਹ ਸੀਗਾ ਜੀ। ਹਾਂਜੀ ਹਾਂਜੀ 29 ਤਰੀਕ ਦਾ ਵਿਆਹ ਸੀਗਾ ਜੀ, ਹਾਂ। ਤੇ 1 ਤਰੀਕ ਨੂੰ ਫੇਰ ਲਾਕਡਾਊਨ ਚਾਲੂ ਜੀ। ਇਹ ਦੇਖੋ ਕਿੰਨੀ ਫਨੀ ਗੱਲ ਹੋਈ ਆ, ਲੋਕਾਂ ਨੇ ਬੜਾ ਇਹਦਾ ਚਰਚਾ ਕੀਤੀ। ਮੈਂ ਤਾਂ ਇਹ ਗੱਲ ਕਹਿ ਰਿਹਾ ਵੀ ਤੁਸੀਂ ਲੁਧਿਆਣੇ ਸ਼ਹਿਰ 'ਚ ਹੁਣ ਚਲੇ ਜਾਓ ਮੋਟਰਸਾਈਕਲ ਤੇ, ਜੀ ਜੀ ਜੇ ਬਿਨਾਂ ਮਾਸਕ ਤੋਂ ਤੁਹਾਨੂੰ ਦੋ ਬੰਦਿਆਂ ਨੂੰ ਵੀ ਕਿਸੇ ਨੇ ਲੰਘਣ ਦਿੱਤਾ ਜੀ, ਤੁਹਾਡਾ 5 ਵਾਰੀ ਚਲਾਨ ਕੱਟਣਗੇ ਰੋਡ 'ਚ ਲੋਕ ਰੋਕ ਕੇ। ਜੀ। ਇਹਨਾਂ ਦੇ ਐਡੇ ਵੱਡੇ ਫੰਕਸ਼ਨ ਹੁੰਦੇ ਆ, ਚਲਾਨ ਵੀ ਬਹੁਤ ਮਹਿੰਗੇ ਮਹਿੰਗੇ ਮੈਂ ਕਿਹਾ ਜੀ ਕੱਟਦੇ ਇਕੱਠੇ ਲੋਕਾਂ ਦੇ। ਤੁਸੀਂ ਐਡੇ ਵੱਡੇ ਫੰਕਸ਼ਨ ਹੁੰਦੇ ਆ ਨਾ, ਇਕੱਠ ਬੁਲਾਇਆ ਜਾਂਦਾ, ਐਡੇ ਸਿੰਗਰ ਲਾਏ ਜਾਂਦੇ ਆ, ਵੀ ਇਹਨਾਂ ਨੂੰ ਕੋਈ ਰੂਲ ਰੈਗੂਲੇਸ਼ਨ ਕੋਈ ਨਹੀਂ ਇਹਨਾਂ ਵਾਸਤੇ। ਜੀ। ਉਹੀ ਗੱਲ ਰਾਜੇ ਮਹਾਰਾਜਾ ਵੀ ਅਸੀਂ ਰਾਜੇ ਆ, ਵੀ ਸਾਡੇ ਵਾਸਤੇ ਕੋਈ ਰੂਲ ਰੈਗੂਲੇਸ਼ਨ ਨਹੀਂ। ਜੀ। ਆਮ ਲੋਕ ਤੁਸੀਂ ਮੋਟਰਸਾਈਕਲ ਤੇ ਲੰਘ ਕੇ ਦੇਖੋ, ਤੁਹਾਨੂੰ ਜਦੇ ਚਲਾਣ। ਸੋ ਇਹ ਡਬਲ ਸਟੈਂਡਰਡ ਪਾਲਿਸੀ ਆ। ਜਿਹੜੀ ਤੁਸੀਂ ਵਿਆਹ ਦੀ ਗੱਲ ਕਰੋਗੇ, ਚਲੋ ਉਹਨਾਂ ਦੀ ਬੇਟੀ ਦਾ ਵਿਆਹ ਸੀਗਾ, ਮੈਂ ਪਰਸਨਲੀ ਇਹ ਗੱਲ ਨਹੀਂ ਕਹਿਣਾ ਵੀ ਚਲੋ ਖੁਸ਼ੀ ਸੀ, ਉਹਨਾਂ ਨੂੰ ਨੱਚ ਰਹੇ ਜੀ। ਸੀ। ਡਾਂਸ ਮੈਨੂੰ ਪਰਸਨਲੀ ਤੌਰ ਤੇ, ਤੁਹਾਨੂੰ ਵੀ ਪਸੰਦ ਆ, ਮੈਨੂੰ ਬੜਾ ਪਸੰਦ ਆਇਆ ਟਿੱਕੂ ਜੀ ਦਾ ਡਾਂਸ, ਜੀ। ਬੜੇ ਵਧੀਆ ਮਸਤ ਹੋ ਕੇ ਨੱਚੇ ਆ। ਜੀ। ਪਰ ਉਹ ਖੁਸ਼ੀ ਮਨਾਉਣ, ਜੀ। ਪਰ ਲੋਕਾਂ ਬਾਰੇ ਵੀ ਸੋਚਣ ਜਿਨ੍ਹਾਂ ਨੇ ਤੁਹਾਨੂੰ ਸੱਤਾ 'ਚ ਬਿਠਾਇਆ, ਜੀ। ਉਹਨਾਂ ਬਾਰੇ ਵਿਚਾਰ ਕਰਨਾ ਜ਼ਰੂਰੀ ਧਾਲੀਵਾਲ ਸਾਹਿਬ, ਮੈਂ ਤੁਹਾਡੀ ਗੱਲ ਦਾ ਇੱਕ ਛੋਟਾ ਜਵਾਬ ਦੇਣਾ ਚਾਹੂੰਗਾ ਦਰਸ਼ਕਾਂ ਨੂੰ। ਇੱਕ ਤਾਂ ਅਧੂਰਾ ਬਿਆਨ ਸਭ ਤੋਂ ਮਾੜਾ ਹੁੰਦਾ ਹੈਗਾ। ਕੋਵਿਡ-19 ਨਹੀਂ ਹੈਗਾ, ਉਹ ਕੋਵਿਡ-14 ਇਹ ਭਾਜਪਾ ਸਰਕਾਰ 2014 ਦੇ ਵਿੱਚ ਆਈ ਹੈ। ਮੈਂ ਭਾਜਪਾ ਸਰਕਾਰ ਨੂੰ ਕੋਵਿਡ-14 ਕਹੂੰਗਾ। ਤੇ ਦੂਜੀ ਗੱਲ, ਜਿਹੜਾ ਆਪਣੀ ਇੰਡੀਆ ਦਾ ਕਰੋਨਾ ਹੈ ਉਹ ਡਿਜ਼ਾਈਨਰ ਹੈ। ਤੁਸੀਂ ਇਹ ਪਲੀਜ਼ ਸਰਚ ਕਰੋ ਕਿੱਦਾਂ ਇਹ ਲੋਕਡਾਊਨ ਦੇ ਵਿੱਚ ਸੈਟਰਡੇ ਸੰਡੇ ਨੂੰ ਹੁੰਦਾ ਸੀ। ਹੁਣ ਕੈਪਟਨ ਸਾਹਿਬ ਦੀ ਬੇਟੀ ਦਾ ਵਿਆਹ ਸੀ, ਉਹਨਾਂ ਨੂੰ ਕਰੋਨਾ ਨਹੀਂ ਹੁੰਦਾ, ਠੀਕ ਹੈ। ਇਹ ਜਦੋਂ ਜਿਹੜੀ ਸੱਤਾਧਾਰੀ ਸਰਕਾਰ ਹੈ, ਠੀਕ ਹੈ, ਇਹ ਉਹਨਾਂ ਦਾ ਡੰਡਾ ਚੜਾਉਣ ਦਾ ਇੱਕ ਉਹ ਆਮ ਲੋਕਾਂ ਤੇ ਆ, ਉਹਨਾਂ ਤੋਂ ਪੈਸਾ ਵਸੂਲਣ ਦਾ, ਜਿਵੇਂ ਹੁਣ ਕਮਾਈ ਤਾਂ ਹੋ ਨਹੀਂ ਰਹੀ ਉਹਨਾਂ ਨੂੰ, ਠੀਕ ਹੈ, ਉਹ ਏਦਾਂ ਹੀ ਲੋਕਾਂ ਦਾ ਖੂਨ ਚੂਸ ਕੇ ਵੀ ਏਦਾਂ ਕਰਦੇ ਆ। ਇਹ ਡਿਜ਼ਾਈਨਰ ਸਰਕਾਰਾਂ ਜਦੋਂ ਵੋਟ ਹੁੰਦੀਆਂ ਉਦੋਂ ਕਰੋਨਾ ਨਹੀਂ, ਸੈਟਰਡੇ ਸੰਡੇ ਨੂੰ ਕਰੋਨਾ ਹੋ ਜਾਂਦਾ ਹੈ। ਆਮ ਦਿਨਾਂ 'ਚ ਕਰੋਨਾ ਹੁੰਦਾ ਨਹੀਂ ਹੈਗਾ। ਜਦੋਂ ਕੋਈ ਵੱਡੇ ਮੰਤਰੀ ਦਾ ਵਿਆਹ ਹੁੰਦਾ ਹੈਗਾ, ਉਹਨਾਂ ਦਾ ਵੀ ਕਰੋਨਾ ਹੁੰਦਾ ਹੈ। ਇਹਦਾ ਕੀ ਮਤਲਬ? ਇਹ ਡਿਜ਼ਾਈਨਰ ਕਰੋਨਾ ਹੈ। ਮੈਂ ਜੀ ਤੁਹਾਡੀ ਬਿਲਕੁਲ ਗੱਲ ਨਾਲ ਸਹਿਮਤ ਹਾਂ। ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਜੀ, ਵੀ ਜਿਹੜਾ ਕਰੋਨਾ ਨੂੰ ਨਾ ਪੰਜਾਬ ਸਰਕਾਰ ਬੜੇ ਢੰਗ ਨਾਲ ਵਰਤ ਰਹੀ ਹੈ। ਜੀ। ਤੁਸੀਂ ਦੇਖੋ ਵੀ ਇਹਨਾਂ ਦੇ ਲੀਡਰ ਆ ਜਿਹੜੇ MP MLA ਨੇ, ਜਿਹੜੇ ਇੱਥੇ ਹਲਕਿਆਂ 'ਚ ਫਿਰਦੇ ਨੇ, ਜੀ। ਜਿਨ੍ਹਾਂ ਨੂੰ ਲੋਕ ਮੂੰਹ ਨਹੀਂ ਲਾ ਰਹੇ ਹੋਣਾ। ਆਮ ਕਿਸੇ ਮੋਤਵਰ ਬੰਦੇ ਦੇ ਘਰੇ ਜਦੋਂ ਵਿਆਹ ਸ਼ਾਦੀ ਜਾਂ ਕੋਈ ਫੰਕਸ਼ਨ ਹੁੰਦਾ ਨਾ ਜੀ, ਅਗਲੇ 100-200 ਬੰਦਾ ਵੈਸੇ ਹੀ ਇਕੱਠਾ ਕਰਨਾ, ਉਹਨੂੰ ਪੁਲਿਸ ਦਾ ਡਰ ਪਾਇਆ ਜਾਂਦਾ ਜੀ, ਜੀ। ਵੀ ਕਰੋਨਾ ਚੱਲ ਰਿਹਾ, ਤੂੰ ਜੇ ਬੰਦੇ ਬੁਲਾਏ ਤੇ ਪਰਚਾ ਦਰਜ ਹੋਊਗਾ। ਜੀ, ਜੀ। ਫਿਰ ਉਹ ਪੁੱਛਦਾ ਵੀ ਮੈਂ ਹੱਲ ਕੀ ਕਰਾਂ ਜੀ? ਕੋਈ ਹੱਲ ਕਰੋ। ਤੂੰ ਐਂ ਕਰਦੀ ਫਲਾਣੇ MLA ਨੂੰ ਬੁਲਾ ਲਾ, ਫਲਾਣੇ ਲੀਡਰ ਨੂੰ ਬੁਲਾ ਲਾ, ਵੀ ਫੇਰ ਤੇਰਾ ਖੜਾ ਛੁੱਟ ਜੂ। ਸੋ ਉਹ ਬੰਦਿਆਂ ਨੂੰ ਬੁਲਾ ਰਹੇ ਤਾਂ ਕਿ ਸਾਡੇ ਤੇ ਪਰਚਾ ਨਾ ਦਰਜ ਹੋਵੇ, ਵੀ ਅਸੀਂ ਇਸ ਬਹਾਨੇ ਕਿਤੇ ਕਰੋਨਾ ਦੇ ਬਹਾਨੇ ਲੋਕਾਂ ਦੇ ਵਿੱਚ ਬੜੀਏ, ਕਿਉਂਕਿ ਹੁਣ ਤਾਂ ਲੋਕ ਮੂੰਹ ਲਾ ਨਹੀਂ ਰਹੇ। ਮਤਲਬ ਹਰੇਕ ਢੰਗ ਨਾਲ ਇਹਦੇ ਵਰਤ ਕਰ ਰਹੇ ਆ। ਰਾਤ ਨੂੰ ਕਰੋਨਾ ਲਾ ਦਿੰਦੇ ਆ ਲੋਕਡਾਊਨ ਦੇ, ਸਵੇਰੇ ਠੀਕ ਆ ਵੀ ਰਾਤ ਨੂੰ ਕਰੋਨਾ ਕਿਤੇ ਚਲੇ ਜਾਂਦਾ ਵਾ। ਸੋ ਇਹ ਐਵੇਂ ਇੱਕ ਤਰੀਕੇ ਦਾ ਜਿਹੜੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਤੁਹਾਡੀ ਗੱਲ ਮੈਂ ਛੋਟੇ ਸ਼ਬਦਾਂ 'ਚ ਐਂਡ ਕਰਦਾ ਤੁਹਾਡੀ ਗੱਲ ਦਾ। ਇਹ ਪੀ ਲੈਣ ਤਾਂ ਗੰਗਾ ਜਲ, ਆਮ ਜਨਤਾ ਪੀ ਲੈ ਤਾਂ ਦਾਰੂ। ਹਾਂ, ਉਸ ਗੱਲ ਇਹੀ ਗੱਲ ਹੈ। ਇਹੀ ਗੱਲ ਆ ਜੀ। ਇਹ ਜਦੋਂ ਆਪਦੀਆਂ ਗੱਲਾਂ ਕੀਤੀਆਂ ਸਾਰਾ ਕੁਝ ਸਹੀ ਲੱਗਦਾ। ਉਹੀ ਕੰਮ ਜਦੋਂ ਕੋਈ ਉਹੀ ਛੋਟੀ ਜਿਹੀ ਗਲਤੀ ਕਰੇ, ਆਮ ਕੋਈ ਬੰਦਾ ਕਰ ਲੇ ਜਾਂ ਆਮ ਕੋਈ ਵਰਕਰ ਕਰ ਲੇ, ਤਾਂ ਉਹਦੇ ਵਾਸਤੇ ਪਰਚਾ ਵੀ ਤਿਆਰ ਆ, ਸਭ ਕੁਝ ਤਿਆਰ ਹੈ, ਡੰਡਾ ਵੀ ਤਿਆਰ ਹੈ। ਮਾੜੀ ਗੱਲ ਆ ਜੀ। ਧਾਲੀਵਾਲ ਸਾਹਿਬ, ਇੱਕ ਆਪਾਂ ਹੋਰ ਸਵਾਲ ਕਰਦੇ ਆ ਤੁਹਾਡੇ ਨਾਲ। ਦੇਖੋ ਜੀ, ਕਾਂਗਰਸ ਸਰਕਾਰ ਦੇ ਵਿੱਚ ਬਹੁਤ ਹੀ ਅਤਿਆਚਾਰ ਹੋਏ ਆ, ਸਕੂਲ ਦੇ ਬੱਚਿਆਂ ਤੇ ਵੀ ਹੋਏ ਆ ਜੀ, ਤੇ ਜਿਹੜੇ ਸਾਡੇ ਭਰਾ ਸੀਗੇ, ਕੋਈ ਬਿਮਾਰ ਹੁੰਦਾ ਸੀ, ਉਹਨਾਂ ਤੇ ਵੀ ਹੋਇਆ ਜੀ। ਧੱਕੇ ਨਾਲ ਫੜ ਕੇ ਉਹਨਾਂ ਨੂੰ ਹਸਪਤਾਲ 'ਚ ਉਹਨਾਂ ਦੇ ਟੈਸਟ ਹੋਏ ਆ ਜੀ। ਇਦਾਂ ਦੀਆਂ ਗੱਲਾਂ ਬਾਤਾਂ ਹੋਈਆਂ। ਹੁਣ ਦੇਖੋ ਜੀ, ਆਪਾਂ ਜੇ ਦੇਖਿਆ ਜਾਏ ਦੇਸ਼ ਦੇ ਜਿਹੜੇ ਸਕੂਲ ਆ, ਸਰਕਾਰੀ ਸਕੂਲ, ਕੈਪਟਨ ਸਾਹਿਬ ਕਹਿੰਦੇ ਸਮਾਰਟ ਸਿਟੀ ਬਣਾਵਾਂਗੇ, ਸਰਕਾਰੀ ਹਸਪਤਾਲਾਂ ਸਹੂਲਤਾਂ ਮਿਲਣਗੀਆਂ ਸਹੂਲਤਾਂ। ਤੇ ਇੱਕ ਉਹਨਾਂ ਨੇ ਕਾਰਡ ਵੀ ਇਸ਼ੂ ਕੀਤੇ ਸੀ, 5-5 ਲੱਖ ਹਰੇਕ ਸਾਲ ਤੁਹਾਡੇ ਉਹਦੇ ਵਿੱਚ ਆਇਆ ਕਰੂਗਾ ਜੀ। ਤੇ ਜੇ ਆਪਾਂ ਦੇਖਿਆ ਜਾਈਏ ਤਾਂ ਇਲਾਜ ਲੈਣ ਲੋਕ ਜਾਂਦੇ ਆ ਸਰਕਾਰੀ ਹਸਪਤਾਲ, ਕੋਈ ਸਹੂਲਤ ਹੀ ਨਹੀਂ ਹੈਗੀ ਜੀ। ਦੇਖੋ ਜੀ, ਇਹ ਬੜਾ ਸਰਕਾਰੀ ਸਕੂਲ, ਸਰਕਾਰੀ ਹਸਪਤਾਲ, ਇਹ ਆਪਣੇ ਮਤਲਬ ਕਿ ਪਿਲਰਸ ਨੇ
ਆਪਣੇ ਪਿੰਡਾਂ ਦੇ ਸ਼ਹਿਰਾਂ ਦੇ ਜੀ। ਜੇ ਉਹ ਮਜ਼ਬੂਤ ਹੋਣਗੇ ਤਾਂ ਆਮ ਬੰਦਾ ਸੌਖਾ ਹੋਊਗਾ ਜੀ। ਕਿਉਂਕਿ ਪ੍ਰਾਈਵੇਟ ਸਕੂਲ ਪ੍ਰਾਈਵੇਟ ਹਸਪੀਟਲ ਹਮੇਸ਼ਾ ਅਮੀਰ ਬੰਦਾ ਜਾਂਦਾ, ਜਿਹੜਾ ਬੰਦਾ ਪੈਸੇ ਸੌਖਾ ਹੋ ਜਾਂਦਾ ਵਾ। ਜੀ ਡਿਊਰਿੰਗ ਕਰੋਨਾ ਜੇ ਮੈਂ ਕਹੂੰਗਾ ਵੀ ਜੇ ਸਾਥ ਦਿੱਤਾ ਤਾਂ ਸਰਕਾਰੀ ਹਸਪਤਾਲਾਂ ਵਾਲੇ ਵਿਚਾਰੇ ਜਿਹੜੇ ਸਟਾਫ ਸੀਗੇ ਜੀ। ਉਹਨਾਂ ਨੇ ਸਾਥ ਦਿੱਤਾ। ਜੀ। ਜਦੋਂ ਪ੍ਰਾਈਵੇਟ ਹਸਪਤਾਲ ਜਿਨ੍ਹਾਂ ਨੂੰ ਵੱਡੇ ਵੱਡੇ ਫੰਡ ਮਿਲੇ ਹੋਏ ਸਰਕਾਰਾਂ, ਉਹ ਸਾਰੇ ਜਿੰਦੇ ਲਾ ਕੇ ਚਲੇ ਗਏ ਸੀਗੇ। ਜੀ ਜੀ ਕੈਪਟਨ ਸਾਹਿਬ ਨੇ ਬੜੀ ਸਕੀਮ ਨਾਲ ਬੜੇ ਦਬਕੇ ਵੀ ਮਾਰੇ ਵੀ ਮੈਂ ਐਕਸ਼ਨ ਲੈ ਲੂੰਗਾ, ਫਲਾਨਾ ਕਰ ਦੂੰ, ਪਰ ਜਦੋਂ ਉੱਥੇ ਜੋ ਬੰਦਾ ਮੱਥਾ ਟੇਕ ਕੇ ਆਉਂਦਾ ਸੀਗਾ, ਉਸ ਤੋਂ ਬਾਅਦ ਤੁਸੀਂ ਦੱਸੋ ਵੀ ਸਾਰੇ ਪੰਜਾਬ ਵਿੱਚ ਕਿਸੇ ਇੱਕ ਵੀ ਪ੍ਰਾਈਵੇਟ ਹਸਪੀਟਲ ਤੇ ਕੋਈ ਐਕਸ਼ਨ ਹੋਇਆ? ਜੀ। ਹਾਲਾਂਕਿ ਜਦੋਂ ਸਭ ਤੋਂ ਵੱਧ ਲੋੜ ਆ ਉਹਨਾਂ ਦੀ, ਬਿਲਕੁਲ। ਉਦੋਂ ਆ ਸਾਰੇ ਜਿੰਦੇ ਲਾ ਕੇ ਚਲੇ ਗਏ, ਕੋਈ ਡਾਕਟਰ ਨਹੀਂ ਮਿਲਦਾ ਸੀ, ਕੋਈ ਨਰਸ ਨਹੀਂ ਮਿਲਦਾ ਸੀਗਾ। ਜੀ। ਸਰਕਾਰੀ ਵਿਚਾਰੇ ਹਸਪਤਾਲਾਂ ਦੇ ਵਿੱਚ ਜਿੰਨੇ ਕੁ ਜੋਗੇ ਸੀਗੇ, ਅਸੀਂ ਵੀ ਉਦੋਂ ਪੀਪੀ ਕਿੱਟ ਦਿੰਦੇ ਰਹੇ ਹਾਂ। ਉਹਨਾਂ ਕੋਲ ਆਪਦੇ ਕੋਲ ਪੀਪੀ ਕਿੱਟ ਨਹੀਂ ਹੁੰਦੀ ਸੀ, ਉਹ ਕਰੋਨਾ ਦੇ ਮਰੀਜ਼ਾਂ ਡੀਲ ਕਰਦੇ ਸੀਗੇ। ਜੀ। ਸੋ ਮੈਂ ਤਾਂ ਇਹ ਕਹੂੰਗਾ ਵੀ ਪੰਜਾਬ ਸਰਕਾਰ ਵੱਲੋਂ ਕੋਈ ਫੈਸਿਲਿਟੀ ਨਹੀਂ ਦਿੱਤੀ ਗਈ, ਕੁਝ ਨਹੀਂ ਦਿੱਤਾ ਗਿਆ। ਇਸ ਕਰੋਨਾ ਦੌਰਾਨ ਵੀ ਉਹਨਾਂ ਦਾ ਜਿਹੜਾ ਚਿਹਰਾ ਸੀਗਾ ਉਹ ਨੰਗਾ ਹੋਇਆ। ਜੀ। ਸਾਰਾ ਜਿਹੜਾ ਸਟਰਕਚਰ ਸੀ ਉਹਨਾਂ ਨੇ ਦਿਖਾਇਆ, ਲੋਕਾਂ ਨੇ ਰੋ ਰੋ ਕੇ ਦੱਸਿਆ ਹਾਲ ਵੀ ਸਾਨੂੰ ਇੱਥੇ ਆ ਕੇ ਹਸਪਤਾਲ 'ਚ ਬੰਦ ਕਰਕੇ ਜਿੰਦੇ ਲਾ ਜਾਂਦੇ ਆ। ਜੀ। ਕੋਈ ਬੰਦਾ ਪਾਣੀ ਪੁੱਛਣ ਨਹੀਂ ਆਉਂਦਾ। ਜੀ। ਕਈ ਬੰਦੇ ਤਾਂ ਇਸ ਦੁੱਖੋਂ ਹੀ ਵਿਚਾਰੇ ਚਲੇ ਗਏ ਜਦੋਂ ਉਹਨਾਂ ਨੂੰ ਸਾਰਾ ਕੁਝ ਖੋਲਿਆ, ਫੋਨ ਖੋਲਿਆ, ਪਰਿਵਾਰ ਨੂੰ ਮਿਲਣ ਨਹੀਂ ਦਿੱਤਾ। ਸੋ ਇਸ ਕਰੋਨਾ ਦੌਰਾਨ ਬਹੁਤ ਹੀ ਮਾੜੀਆਂ ਮੰਦਭਾਗੀਆਂ ਘਟਨਾਵਾਂ ਹੋਈਆਂ ਨੇ, ਜਿਨ੍ਹਾਂ ਦੇ ਪਰਿਵਾਰ ਦਾ ਆਪਾਂ ਤਾਂ ਲੰਘ ਗਿਆ ਸਮਾਂ, ਅੱਜ ਬੈਠੇ ਗੱਲਾਂ ਬਾਤਾਂ ਕਰ ਰਹੇ, ਜਿਨ੍ਹਾਂ ਦਾ ਇਸ ਦੌਰਾਨ ਕੋਈ ਪਰਿਵਾਰ ਦਾ ਜੀ ਚਲੇ ਗਿਆ, ਜੀ। ਜਿਹਨੇ ਸਾਰੀ ਉਮਰ ਹੁਣ ਮੁੜਨਾ ਨਹੀਂ ਗਾ, ਉਹਨਾਂ ਨੇ ਸਿਰਫ ਉਹਦੀ ਯਾਦ ਨਾਲ ਹੀ ਕੱਟਣਾ। ਜੀ ਜੀ ਉਹਨਾਂ ਤੋਂ ਪੁੱਛਿਆ, ਪਤਾ ਲੱਗਦਾ ਵੀ ਉਹਨਾਂ ਦਾ ਦੁੱਖ ਕੀ ਸੀਗਾ। ਜੀ, ਜੀ। ਬਹੁਤ ਮੰਦਭਾਗਾ ਸਮਾਂ ਸੀਗਾ। ਜੀ। ਸਰਕਾਰਾਂ, ਮੈਂ ਤਾਂ ਗੱਲ ਕਹੂੰ ਵੀ ਜਾਨ ਨਾਲ ਵੱਡੀ ਕੋਈ ਚੀਜ਼ ਨਹੀਂ ਗਈ। ਤੁਹਾਡੀਆਂ ਜੀ। ਲੀਡਰੀਆਂ, ਤੁਹਾਡਾ ਸਾਰਾ ਕੁਝ ਬਾਜੂਗਾ, ਜੀ। ਪਰ ਬੰਦੇ ਦੀ ਗਈ ਹੋਈ ਜਾਨ ਨਹੀਂ ਬਚਣੀ। ਜੀ। ਇਹ ਚੀਜ਼ਾਂ ਦੀ ਸੋਚ ਉਹਨਾਂ ਨੂੰ ਰੱਖਣੀ ਚਾਹੀਦੀ ਸੀ, ਨਹੀਂ ਰੱਖਦੇ। ਜੀ। ਮਾੜੀ ਗੱਲ ਹੈ ਕਿ ਇਹਦੀ ਸਜ਼ਾ ਲੋਕ ਦੇਣਗੇ ਉਹਨਾਂ ਨੂੰ। ਬਿਲਕੁਲ ਬਿਲਕੁਲ। ਧਾਲੀਵਾਲ ਸਾਹਿਬ, ਤੁਸੀਂ ਅਕਸਰ ਗਏ ਹੋ, ਜਦੋਂ ਵੀ ਕਿਸੇ ਦੇ ਪੀੜ ਪੈਂਦੀ ਹੈ ਤੁਸੀਂ ਉੱਥੇ ਪਹੁੰਚ ਜਾਂਦੇ ਜੀ, ਤੇ ਉਹਦੇ ਬਾਰੇ ਤੁਸੀਂ ਮੈਨੂੰ ਚਾਨਣਾ ਜ਼ਰੂਰ ਪਾਓ ਕਿ ਜਦੋਂ ਵੀ ਤੁਸੀਂ ਕਿਤੇ ਰਾਸ਼ਨ ਪਹੁੰਚਾਇਆ, ਉੱਥੇ ਦੇ ਜਿਹੜੇ ਲੋਕ ਸੀਗੇ ਉਹਨਾਂ ਦੱਸਿਆ ਵੀ ਆਹ ਜਿਹੜੇ ਲੋਕਡਾਊਨ ਦੇ ਵਿੱਚ ਕੋਈ ਮੰਤਰੀ ਉਹਨਾਂ ਦਾ ਹਾਲ ਚਾਲ ਪੁੱਛਣ ਆਇਆ ਜੀ? ਮੰਤਰੀਆਂ ਬਾਰੇ ਹੁਣ ਤਾਂ ਤੁਹਾਨੂੰ ਆਪ ਚੰਗੀ ਤਰ੍ਹਾਂ ਪਤਾ, ਲੋਕਾਂ ਨੂੰ ਵੀ ਪਤਾ ਇਸ ਗੱਲ ਦਾ ਜੀ। ਕੋਈ ਇਹਨਾਂ ਨੂੰ ਫਿਕਰ ਨਹੀਂ ਸੀਗੀ। ਇਹਨਾਂ ਦਾ ਲੀਡਰ ਨੂੰ ਸਭ ਸੌਖਾ ਸੀ, ਕਰੋਨਾ ਵਾ ਆਰਾਮ ਨਾਲ ਇੰਜੋਏ ਕਰਦੇ ਸੀਗੇ। ਜੀ, ਜੀ। ਕਿਤੇ ਜਾਣਾ ਨਹੀਂ ਆਉਣਾ ਨਹੀਂ, ਆਪਦੇ ਵਧੀਆ ਪਰਿਵਾਰ ਨਾਲ ਬੈਠੇ ਸੀ, ਕੋਈ ਫਾਰਮ ਹਾਊਸਾਂ ਤੇ ਬੈਠੇ ਸੀਗੇ। ਜੀ। ਇਹਨਾਂ ਦਾ ਆਪਦਾ ਦੌਰ ਚੱਲਦਾ ਸੀਗਾ। ਤੇ ਤਕਰੀਬਨ ਮੈਂ ਕਰੋਨਾ ਦੌਰਾਨ ਮੈਨੂੰ ਲੱਗਦਾ ਨਹੀਂ ਮੈਂ ਇੱਕ ਦਿਨ ਵੀ ਕਿਤੇ ਬੈਠਾ ਹੋਊਗਾ। ਜੀ। ਸਾਰੇ ਜਿਹੜਾ ਵੀ ਕਿਤੋਂ ਫੋਨ ਆਉਂਦਾ ਸੀ ਉੱਥੇ ਸਮਾਨ ਲੈ ਕੇ ਪਹੁੰਚੀਦਾ ਸੀਗਾ। ਜੀ। ਗ੍ਰਾਂਤੀ ਸਿੰਘਾਂ ਵਾਲੀ ਇੱਕ ਸੇਵਾ ਸ਼ੁਰੂ ਕੀਤੀ ਸੀਗੀ। ਸਾਰੇ ਆਪਾਂ ਸਿਧਾਰਥ ਤੋਂ ਰਾਏਕੋਟ ਤੋਂ ਤਕਰੀਬਨ ਉਹ ਪੰਜਾਬ ਲੈਵਲ ਤੇ ਬੜੀ ਸਾਰੇ ਬੰਦਿਆਂ ਨੇ, ਉਸ ਤੋਂ ਬਾਅਦ ਭਾਵੇਂ ਖਾਲਸਾ ਏਡ ਵਾਲੇ ਰਵੀ ਸਿੰਘ ਜੀ ਹੋ ਗਏ ਜਾਂ ਸਰਬੱਤ ਦਾ ਭਲਾ ਵਾਲੇ ਚੈਰੀਟੇਬਲ ਟਰਸਟ ਵਾਲੇ, ਉਹਨਾਂ ਨੇ ਵੀ ਸ਼ੁਰੂ ਕੀਤੀ। ਸੋ ਗੁਰੂ ਮਹਾਰਾਜ ਨੇ ਮਤਲਬ ਆਪਦਾ ਹੱਥ ਦੇ ਕੇ ਬੜੀ ਸੇਵਾ ਕਰਾਈ ਹੈ। ਸਾਰੇ ਭਰਾਵਾਂ ਦੇ ਸਹਿਯੋਗ ਨਾਲ, ਕੁਝ ਭਰਾ ਸਾਡੇ ਬਾਹਰ ਬੈਠੇ ਉਹਨਾਂ ਨੇ ਬੜਾ ਸਹਿਯੋਗ ਦਿੱਤਾ। ਜੀ ਜੀ। ਪਰ ਜਿੰਨਾ ਮੈਂ ਵਿਚਰਿਆ, ਜਿੰਨਾ ਮੈਂ ਤੁਰਿਆ ਫਿਰਿਆ, ਮੈਨੂੰ ਨਹੀਂ ਕਿਤੇ ਲੱਗਿਆ ਵੀ ਕੋਈ ਸਰਕਾਰੀ ਵੀ ਕੋਈ ਸੱਤਾ ਧਿਰ ਦਾ ਕੋਈ ਲੀਡਰ ਫਿਰਦਾ ਹੋਵੇ ਵੀ ਹਾਂ ਅਸੀਂ ਸਮਾਨ ਲੈ ਕੇ ਆਏ। ਹਾਂ, ਆਉਂਦੇ ਜ਼ਰੂਰ ਸੀਗੇ ਅਖਬਾਰਾਂ 'ਚ ਫੋਟੋ ਖਿਚਾਉਣ ਵਾਸਤੇ, ਜਾਂ ਕੈਪਟਨ ਸਾਹਿਬ ਦੀ ਫੋਟੋ ਵਾਲਾ ਕਿਤੇ 4 ਥੈਲੇ ਲੈ ਕੇ ਖੜ ਜਾਂਦੇ ਸੀ ਨੰਬਰ ਬਣਾਉਣ ਵਾਸਤੇ। ਸਿਰਫ ਨੰਬਰ ਬਣਾਉਣ ਵਾਸਤੇ ਤੱਕ ਹੀ ਸੀਮਤ ਰੱਖਿਆ ਉਹਨਾਂ ਨੇ ਜਿਹੜਾ ਕੰਮ ਆ। ਮਤਲਬ ਡੈਡੀਕੇਸ਼ਨ ਨਾਲ ਘਰ ਘਰ ਪਹੁੰਚ, ਉਹ ਇਹੋ ਜਿਹਾ ਕੁਛ ਨਹੀਂ ਕੀਤਾ ਜੀ। ਜੀ ਜੇ ਕਿਸੇ ਨੇ ਕੀਤਾ ਹੋਊਗਾ ਤਾਂ ਉਹਦਾ ਬੜਾ ਧੰਨਵਾਦ। ਜੀ। ਜਿੰਨੇ ਜੇ ਕੋਈ ਵੀ ਭਾਵੇਂ ਕਿਸੇ ਵੀ ਪਾਰਟੀ ਦਾ ਬੰਦਾ, ਜਿਹੜਾ ਬੰਦਾ ਕੰਮ ਕਰ ਰਿਹਾ ਲੋਕਾਂ ਵਾਸਤੇ, ਸਮਾਜ ਵਾਸਤੇ, ਉਹਨਾਂ ਦਾ ਦਿਲੋਂ ਰਿਸਪੈਕਟ ਹੈ, ਧੰਨਵਾਦ ਹੈ। ਪਰ ਜ਼ਿਆਦਾਤਰ ਨਾਕਾਮ ਰਹੀ ਹੈ ਸਰਕਾਰ ਇਸ ਕਰੋਨਾ ਕਾਲ ਦੇ ਵਿੱਚ। ਤਾਂ ਪ੍ਰਭਜੋਤ ਜੀ, ਇੱਕ ਗੱਲ ਬੜੀ ਸੁਣਨ ਦੇ ਵਿੱਚ ਆਉਂਦੀ ਹੈ, ਹਾਂਜੀ। ਕਾਂਗਰਸ ਪਾਰਟੀ ਝੂਠੀ, ਕਾਂਗਰਸ ਪਾਰਟੀ ਕੰਮ ਨਹੀਂ ਕਰਾਉਂਦੀ। ਹੂੰ। ਕਾਂਗਰਸ ਪਾਰਟੀ ਆ ਫਿਰ ਵੀ ਗਈ। ਰਾਏਕੋਟ ਦੇ ਵਿੱਚ 15 ਦੀ 15, ਆਈ ਥਿੰਕ 14 ਹੀ ਹੋਣਗੇ, ਮੈਨੂੰ ਕਨਫਰਮ ਨਹੀਂ ਹੈਗਾ, 14 ਦੀ 14 ਸੀਟਾਂ ਕਾਂਗਰਸ ਲੈ ਕੇ ਗਈ ਹੈ। ਇਹਦਾ ਕੀ ਰੀਜ਼ਨ ਹੈ? ਮੈਂ ਜੀ ਜਿਹੜੀਆਂ ਐਮਸੀ ਇਲੈਕਸ਼ਨਸ ਨੇ, ਮੈਂ ਇਹ ਨਹੀਂ ਕਹੂੰਗਾ ਵੀ ਕਾਂਗਰਸ ਪਾਰਟੀ ਜਿੱਤੀ ਹੈ। ਇਹ ਕਾਂਗਰਸ ਪਾਰਟੀਆਂ ਲੁੱਟੀਆਂ ਨੇ ਇਲੈਕਸ਼ਨਸ। ਓਕੇ। ਜਿਵੇਂ ਡਾਕੂ ਆ ਕੇ ਲੁੱਟ ਕੇ ਲੈ ਕੇ ਜਾਂਦੇ ਸੀ ਸਮਾਨ, ਉਸ ਹਿਸਾਬ ਲੁੱਟੀਆਂ। ਤੁਸੀਂ ਦੇਖੋ ਵੀ ਪਹਿਲਾਂ ਦੌਰ ਚੱਲਿਆ ਧਮਕੀਆਂ ਦਾ ਵੀ ਪੇਪਰ ਨਾ ਭਰੋ। ਜਦੋਂ ਧਮਕੀਆਂ ਨਹੀਂ ਚੱਲੀਆਂ, ਉਸ ਤੋਂ ਬਾਅਦ ਦੌਰ ਚੱਲਿਆ ਪਰਚਿਆਂ ਦਾ ਵੀ ਪਰਚੇ ਦਰਜ ਕਰਾਂਗੇ, ਤੇ ਕੀਤੇ ਵੀ ਆ ਪਰਚੇ ਦਰਜ। ਜੀ। ਫਿਰ ਉਸ ਤੋਂ ਬਾਅਦ ਪੇਪਰ ਕੈਂਸਲ ਕਰਾਏ ਗਏ ਵੀ ਪੇਪਰ ਕੈਂਸਲ ਕਰੋ ਇਹਨਾਂ ਦੇ। ਇੱਥੋਂ ਤੱਕ ਕਿ ਬੰਦਿਆਂ ਦੀ ਮੋਗੇ 'ਚ ਸਾਡੇ 2 ਵੀਰ ਜਿਹੜੇ ਖੜੇ ਸੀ, ਉਹਨਾਂ ਦੀ ਡੈਥ ਵੀ ਹੋ ਗਈ। ਉਹਨਾਂ ਦੇ ਉੱਪਰ ਗੱਡੀ ਚੜਾ ਕੇ ਉਹਨੂੰ ਮਾਰ ਦਿੱਤਾ ਗਿਆ। ਫਿਰ ਜਦੋਂ ਇਲੈਕਸ਼ਨ ਹੋਈ, ਕੈਂਡੀਡੇਟਾਂ ਨੂੰ ਘਰਾਂ ਚੱਕ ਕੇ ਥਾਣੇ 'ਚ ਬਿਠਾ ਕੇ ਪਰਚੇ ਦਰਜ ਕੀਤੇ ਗਏ। ਸੋ ਇਹ ਤਾਂ ਉਹਨਾਂ ਨੇ ਜੀ ਗੁੰਡਾ ਤੰਤਰ ਨਾਲ, ਪ੍ਰਸ਼ਾਸਨ ਨਾਲ, ਪੁਲਿਸ ਨਾਲ ਰਲ ਕੇ ਜਿੱਤੀਆਂ ਨੇ। ਇਹਨਾਂ ਨੂੰ ਜਿੱਤੀਆਂ ਨਹੀਂ, ਇਹ ਲੁੱਟੀਆਂ ਨੇ ਉਹਨਾਂ ਨੇ। ਸੋ ਇਸ ਕਰਕੇ ਬਾਕੀ ਫਿਰ ਵੀ ਇਸ ਤੋਂ ਬਾਅਦ ਵੀ ਕਈ ਥਾਵਾਂ 'ਤੇ ਸਾਨੂੰ ਬੜੀ ਵਧੀਆ ਸਫਲਤਾ ਮਿਲੀ ਆ। ਪੰਜਾਬ ਦੇ ਵਿੱਚ ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜੇ ਰੌਲਾ ਪਾਉਂਦੇ ਸੀ ਵੀ ਅਕਾਲੀ ਦਲ ਖਤਮ ਹੋ ਗਿਆ ਜੀ, ਅਸੀਂ ਆ ਗਏ, ਫਲਾਨਾ ਆ ਗਏ, ਉਹਨਾਂ ਦਾ ਵੀ ਚਿਹਰਾ ਸਾਫ਼ ਹੋਇਆ। ਹਰੇਕ ਥਾਂ 'ਤੇ ਲੜਾਈ ਜੇ ਦਿੱਤੀ ਆ ਕਾਂਗਰਸ ਨੂੰ, ਅਕਾਲੀ ਦਲ ਨੇ ਦਿੱਤੀ ਆ। ਕਈ ਥਾਵਾਂ 'ਤੇ ਅਸੀਂ ਨਗਰ ਪੰਚਾਇਤਾਂ ਵੀ ਬਣਾਈਆਂ, ਭਾਵੇਂ ਉਹ ਮਜੀਠਾ ਹੋਵੇ, ਮੋਗੇ ਅਸੀਂ 15 ਸੀਟਾਂ ਜਿੱਤੇ ਆ, ਕਾਂਗਰਸ 20 ਜਿੱਤੀ ਆ। MLA ਦੀ ਘਰ ਵਾਲੀ ਨੂੰ ਹਰਾਇਆ ਸੀ, ਬਟ ਉਹਨਾਂ ਦੇ PA ਨੂੰ ਹਰਾਇਆ। ਨਿਹਾਲ ਸਿੰਘ ਵਾਲਾ ਅਸੀਂ ਜਿੱਤੇ ਆ। ਮਤਲਬ ਇੱਦਾਂ ਦੀ ਮਲੋਟ ਜਿੱਤੇ ਆ।
ਬੜੀਆਂ ਇੱਦਾਂ ਦੀਆਂ ਮਤਲਬ ਕਿ ਦੂਜੇ ਨੰਬਰ 'ਤੇ ਅਸੀਂ ਰਹੇ ਹਾਂ ਤਕਰੀਬਨ, ਤੇ ਕਈ ਥਾਂ 'ਤੇ ਸਾਨੂੰ ਜਿੱਤ ਵੀ ਹਾਸਲ ਹੋਈ ਆ। ਸੋ ਇਹਨਾਂ ਇਲੈਕਸ਼ਨਾਂ ਦੇ ਰਿਜ਼ਲਟ 'ਚ ਅਸੀਂ ਬੜੇ ਪੋਜ਼ਿਟਿਵਲੀ ਲੈਂਦੇ ਹਾਂ ਇਹਨਾਂ ਨੂੰ। ਇੰਨੇ ਧੱਕਾ, ਇੰਨਾ ਰੌਲਾ, ਇੰਨੇ ਪਰਚੇ, ਇੰਨੀ ਲੜਾਈ ਝਗੜੇ ਤੋਂ ਬਾਅਦ ਵੀ ਜੀ ਅਸੀਂ ਤਕਰੀਬਨ ਹਰੇਕ ਥਾਂ 'ਤੇ ਨੂੰ ਲੜਾਈ ਵਧੀਆ ਦਿੱਤੀ ਆ। ਤੇ ਆਉਣ ਵਾਲੇ ਸਮਾਂ 'ਚ ਕੁਛ ਇਹ ਵੀ ਹੋ ਜਾਂਦਾ ਵੀ ਸਰਕਾਰ ਜਿਹਦੀ ਚੱਲਦੀ ਹੈ, ਅਗਲਾ ਕਹਿੰਦਾ ਸਰਕਾਰ ਹੈਗੀ ਆ ਵੀ ਮਾੜਾ ਚੁੱਪ ਕਰਕੇ ਰਹੋ ਵੀ ਚਲੋ, ਕਿਉਂਕਿ ਹਰੇਕ ਇੱਕ ਆਮ ਬੰਦਾ ਲੜਾਈ ਝਗੜੇ ਤੋਂ, ਪੁਲਿਸ ਤੋਂ ਡਰਦਾ ਹੁੰਦਾ ਜੀ। ਉਹ ਡਰਦਾ ਇਹਨਾਂ ਨੇ ਬੜਾ ਫਾਇਦਾ ਚੱਕਿਆ। ਪਰ ਕੋਈ ਨਹੀਂ, ਹੁਣ ਸਮਾਂ ਆ ਗਿਆ ਨੇੜੇ ਨੇੜੇ, ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਉਹ ਡਰ ਵੀ ਚੱਕਿਆ ਜਾ, ਲੋਕ ਵੀ ਖੁੱਲ੍ਹ ਕੇ ਬਾਹਰ ਆਉਣਗੇ ਤੇ ਇਹਨਾਂ ਦੇ ਕੀਤੇ ਹੋਏ ਕੰਮਾਂ ਦਾ ਇਹਨਾਂ ਨੂੰ 2022 'ਚ ਵਧੀਆ ਜਵਾਬ ਦੇਣਗੇ। ਤੇ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ, ਇਹ ਨਹੀਂ ਕਹਿੰਦਾ ਵੀ ਹਵਾ 'ਚ, ਜਿਹੜੇ ਅਕਾਲੀ ਦਲ ਨੇ ਕੀਤੇ ਹੋਏ ਕੰਮ ਨੇ ਉਹਨਾਂ ਕੰਮਾਂ ਦੇ ਆਧਾਰ ਤੇ ਅਕਾਲੀ ਦਲ ਦੀ ਸਰਕਾਰ ਹੈ। ਜਿਹੜੀ ਮੌਜੂਦਾ ਸਰਕਾਰ ਹੈ, ਹਾਂਜੀ, ਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ 2022 ਚ ਹੁਣ ਚੋਣਾਂ ਆ ਰਹੀਆਂ, ਵੀ ਇਹ ਜਿਹੜੇ ਅਤਿਆਚਾਰ ਕਰਦੇ ਆ ਵੀ ਇਹ ਲੋਕਾਂ ਨੂੰ ਮਤਲਬ ਕਿਵੇਂ ਵੋਟ ਕਿਸ ਮੂੰਹ ਨਾਲ ਮੰਗਣ ਜਾਣਗੇ ਉਹ ਲੋਕਾਂ ਕੋਲੇ? ਮੈਂ ਤੁਹਾਨੂੰ ਉਹੀ ਕਹਿੰਦਾ ਨਾ ਵੀ ਇੱਕ ਮਖੌਟਾ ਚੜਿਆ ਹੈ ਉਹਨਾਂ ਦੇ। ਜਦੋਂ ਗਰਾਊਂਡ 'ਚ ਜਿਹੜੇ ਵੜਨਗੇ ਬਾਈ, ਗਰਾਊਂਡ 'ਚ ਜੇ ਕੰਮ ਕਰਨਗੇ ਤਾਂ ਪਤਾ ਲੱਗੂਗਾ ਉਹਨਾਂ ਨੂੰ, ਲੋਕਾਂ ਨੂੰ ਤਾਂ ਮਿਲਦੇ ਹੀ ਨਹੀਂ ਹੋ ਜੀ। ਮੈਂ ਕਹਿੰਦਾ ਵੀ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ, ਕਿਸੇ ਬੰਦੇ ਨੂੰ ਜੇ ਮੁੱਖ ਮੰਤਰੀ ਨੂੰ ਮਿਲਣਾ, ਬਾਦਲ ਸਾਹਿਬ, ਸੁਖਬੀਰ ਨੂੰ, ਮਤਲਬ ਬੰਦਾ ਪੰਜਾਬ 'ਚ ਜਾਂ ਬਾਦਲ ਚਲੇ ਜਾਂਦੇ, ਚੰਡੀਗੜ੍ਹ ਦੇ ਮਿਲ ਜਾਣਾ ਹੁੰਦਾ ਸੀ, ਮਿਲ ਜਾਂਦੇ ਸੀ। ਅੱਜ ਦੀ ਘੜੀ ਮੈਂ ਸ਼ਰਤ ਲਾ ਕੇ ਕਹਿੰਦਾ ਵੀ ਕੋਈ ਐਮਐਲਏ ਨੇ ਜੇ ਮੁੱਖ ਮੰਤਰੀ ਨੂੰ ਮਿਲਣਾ, ਉਹਨੂੰ ਪਤਾ ਨਹੀਂ ਕਿੰਨੇ ਮਹੀਨੇ ਲੱਗ ਜਾਂਦੇ ਆ। ਹੈਰਾਨੀਜਨਕ ਗੱਲ ਇਹ ਹੈ ਵੀ ਐਮਐਲਏ ਜੇ ਕੋਈ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਉਂਦਾ ਨਾ, ਫੋਟੋ ਪਾਉਂਦਾ ਮੈਂ ਮੁੱਖ ਮੰਤਰੀ ਕੋਲ ਬੈਠਾ ਹਾਂ। ਇੱਕ ਐਮਐਲਏ ਸਾਡੇ ਇੱਕ ਵਰਕਰ ਨੇ ਗਰਾਊਂਡ ਲੈਵਲ ਦੇ, ਪਿੰਡ ਲੈਵਲ ਦੇ ਵਰਕਰ ਵੀ ਜਾ ਕੇ ਬਾਦਲ ਸਾਹਿਬ, ਸੁਖਬੀਰ ਜੀ ਕੋਲ ਮਿਲੇ ਹੁੰਦੇ ਸੀ, ਆਰਾਮ ਨਾਲ ਗੱਲਾਂ ਬਾਤਾਂ ਕਰਦੇ ਸੀ। ਉਹਨਾਂ ਵਾਸਤੇ ਬੜੀ ਵੱਡੀ ਉਪਲਬਧੀ ਹੈ ਇੱਕ ਮੁੱਖ ਮੰਤਰੀ ਨੂੰ ਮਿਲਣਾ ਐਮਐਲਏ ਵਾਸਤੇ। ਜੀ। ਸੋ ਅਵੇਲੇਬਿਲਿਟੀ ਬਹੁਤ ਘੱਟ ਆ। ਅਵੇਲੇਬਿਲਿਟੀ ਨਾ ਹੋਣ ਕਰਕੇ ਜੇ ਤੁਸੀਂ ਅਵੇਲੇਬਲ ਸਿਰ ਤੇ ਖੜ੍ਹ ਕੇ ਕੰਮ ਨਾ ਕਰਾਓਗੇ, ਕੰਮ ਨਹੀਂ ਹੁੰਦੇ ਜੀ। ਸੋ ਕੰਮ ਕੋਈ ਕੀਤੇ ਨਹੀਂਗੇ ਜੀ, ਸਿਰਫ ਹਵਾ ਦੇ ਵਿੱਚ ਝੂਠ ਝਾਟ ਬੋਲ ਕੇ ਵਾਅਦੇ ਨਾਲ ਸਰਕਾਰ ਆ ਗਈ। ਜੀ। ਹੁਣ 2022 ਦੇ ਵਿੱਚ ਉਹਨਾਂ ਵਾਅਦਿਆਂ ਦਾ ਜਿਹੜੇ ਝੂਠੇ ਲਾਰੇ ਲਾਇਆ ਵੱਡੇ ਵੱਡੇ, ਉਹਨਾਂ ਨੇ ਜਿਹੜੇ ਗੱਪ ਮਾਰੇ ਵੱਡੇ ਵੱਡੇ ਜੀ। ਮੈਂ ਗੱਲ ਕਹਿੰਦਾ ਵੀ ਹਰ ਬੰਦਾ ਅੱਜ ਕੱਲ੍ਹ ਤੁਸੀਂ ਦੇਖੋ ਜੀ, ਨੌਜਵਾਨ ਪੜ੍ਹੇ ਲਿਖੇ ਆ, ਹਰੇਕ ਬੰਦੇ ਨੂੰ ਸਵਾਲ ਪੁੱਛਣਾ ਆਉਂਦਾ ਤੇ ਪੁੱਛਣਾ ਵੀ ਚਾਹੀਦਾ। ਭਾਵੇਂ ਮੈਂ ਝੂਠ ਬੋਲ ਕੇ ਜਾਵਾਂ ਤੇ ਮੈਂ ਫਿਰ ਦੁਬਾਰਾ ਹਲਕੇ 'ਚ ਵੜਾਂ ਜਾਂ ਪਿੰਡ ਜਾਵਾਂ, ਮੈਨੂੰ ਪੁੱਛੋ ਵੀ ਆਹ ਬਾਤ ਲੱਗਿਆ ਕੀਤੀ ਕਿਉਂ ਨਹੀਂ। ਸੋ ਹੁਣ ਲੋਕ ਜਾਗਰੂਕ ਨੇ ਤੇ ਸੋਸ਼ਲ ਮੀਡੀਆ ਬੜਾ ਸਟਰੋਂਗ ਆ, ਇਲੈਕਟ੍ਰੋਨਿਕ ਮੀਡੀਆ ਬਹੁਤ ਸਟਰੋਂਗ ਆ। ਤੁਸੀਂ ਬੈਠੇ ਤੁਹਾਡੇ ਪੱਤਰਕਾਰ ਵੀ, ਤੁਸੀਂ ਵੀ ਹਰੇਕ ਚੀਜ਼ ਦੀ ਕਹਿੰਦੇ ਵੀ ਬਾਲ ਦੀ ਖਲ ਕੱਢਦੇ ਹੋ, ਐਵੇਂ ਨਹੀਂ ਮੈਂ ਆ ਕੇ ਤੁਹਾਡੇ ਕੋਲ ਝੂਠ ਬੋਲ ਕੇ ਮਾਰ ਜਾਓ, ਤੁਸੀਂ ਜਾਣ ਦੋਗੇ। ਤੁਸੀਂ ਕਹਿਣਾ ਬੈਠ ਇੱਥੇ ਢਾਲੀ ਵਾਲ ਵੀ ਗੱਲ ਕਰ, ਤੁਸੀਂ ਆਹ ਗੱਲ ਝੂਠ ਬੋਲੀ। ਸੋ ਇਹ ਸਵਾਲ ਜਵਾਬ ਉਹਨਾਂ ਨਾਲ ਹੋਣਗੇ, ਉਹਨਾਂ ਨੂੰ ਜਵਾਬ ਦੇਣਾ ਪਏਗਾ ਤੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ। ਬਿਲਕੁਲ। ਧਾਲੀਵਾਲ ਸਾਹਿਬ, ਇੱਕ ਹੋਰ ਬਹੁਤ ਹੀ ਭੱਦਾ ਇਲਜ਼ਾਮ ਲੱਗਿਆ ਅਕਾਲੀ ਦਲ ਤੇ ਜੀ, ਵੀ ਇਹਨਾਂ ਨੇ ਗੁਰੂ ਸਾਹਿਬਾਨ ਦੀ ਵਿਹੁਤ ਬੇਅਦਬੀ ਕਰਾਈ ਹੈ ਜੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਦੇਖੋ ਜੀ, ਮੈਂ ਗੱਲ ਕਹਿੰਦਾ ਵੀ ਅਕਾਲੀ ਦਲ ਪਾਰਟੀ ਜੀ ਸਿੱਖੀ ਸਿਧਾਂਤਾਂ 'ਤੇ ਚੱਲਣ ਵਾਲੀ ਪਾਰਟੀ ਆ। ਸਾਡੀ ਤਾਂ ਗੱਲ ਹੀ ਉੱਥੋਂ ਸ਼ੁਰੂ ਹੁੰਦੀ ਹੈ ਜੀ। ਪੰਥ ਤੇ ਗ੍ਰੰਥ ਤੋਂ ਸਾਡੀ ਗੱਲ ਸ਼ੁਰੂ ਹੁੰਦੀ ਹੈ। ਇਹ ਬਹੁਤ ਹੀ ਘਿਨਾਉਣਾ ਇਲਜ਼ਾਮ ਸਾਡੇ ਤੇ ਲਾਇਆ ਗਿਆ ਸੀਗਾ ਜੀ। ਮੈਂ ਤੁਹਾਨੂੰ ਫਿਰ ਕਹਿ ਰਿਹਾ ਵੀ ਕਾਂਗਰਸ ਸਰਕਾਰ ਨੇ ਡਿਵੈਲਪਮੈਂਟ ਦੇ ਮੁੱਦੇ ਤੇ ਵੋਟ ਨਹੀਂ ਮੰਗੀ, ਕੰਮਾਂ ਦੇ ਮੁੱਦੇ ਤੇ ਵੋਟ ਨਹੀਂ ਮੰਗੀ। ਐਦਾਂ ਦੀਆਂ ਗੱਲਾਂ ਲੋਕਾਂ ਦੇ ਅੱਗੇ ਲਿਆ ਕੇ ਵੀ ਸਾਰਾ ਉਸ ਟਾਈਮ ਦਾ ਡਰਾਮਾ ਰਚਿਆ ਹੋਇਆ, ਇਹਨਾਂ ਨੇ ਬੇਅਦਬੀ ਕਰਤੀ, ਐਂ ਕਰਤਾ। ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਅੱਜ 4.5 ਸਾਲ ਬੀਤ ਜਾਣ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਸਾਡੇ ਤੇ ਇਲਜ਼ਾਮ ਲਾਇਆ ਸੀਗਾ ਬੇਅਦਬੀ ਦਾ ਜਾਂ ਨਸ਼ੇ ਦਾ, 4.5 ਸਾਲਾਂ ਦੇ ਵਿੱਚ ਕਿਹੜਾ ਸਾਡੇ ਤੇ ਪਰਚਾ ਦਰਜ ਕਰਤਾ ਉਹਨਾਂ ਨੇ, ਕਿਹੜਾ ਸਾਡਾ ਲੀਡਰ ਚੱਕ ਕੇ ਅੰਦਰ ਦੇਤਾ ਉਹਨਾਂ ਨੇ। 4.5 ਸਾਲ ਪ੍ਰੂਵ ਹੋ ਗਿਆ, ਹੁਣ ਤਾਂ ਲੋਕਾਂ ਨੂੰ ਪ੍ਰੂਵ ਹੋ ਗਿਆ ਨਾ ਜੀ ਵੀ 4.5 ਸਾਲ ਬੀਤ ਜਾਣ ਤੋਂ ਬਾਅਦ ਵੀ ਕੁਝ ਨਹੀਂ ਹੋਇਆ ਇਹਨਾਂ ਤੋਂ। ਕਿਤੇ ਨੇੜੇ ਤੇੜੇ ਦੀ ਵੀ ਕੋਈ ਸਾਂਠ ਗਾਂਠ ਨਹੀਂ ਮਿਲੀ ਇਹਨਾਂ ਨੂੰ। ਜੇ ਕਿਤੇ ਕੋਈ ਨੇੜੇ ਤੇੜੇ ਕਿਤੇ ਕੋਈ ਗੱਲ ਵੈਸੇ ਵੀ ਹੋ ਜਾਂਦੀ ਨਾ ਜੀ, ਇਹਨਾਂ ਨੇ ਚੱਕ ਕੇ ਪਰਚਾ ਦੇ ਕੇ ਅੰਦਰ ਖੜਨਾ ਸੀਗਾ ਜੀ ਅੱਜ। ਪਰ ਮੈਂ ਗੱਲ ਵੀ ਖਦਸ਼ਾ ਮੈਨੂੰ ਹੈਗਾ ਵੀ ਹੁਣ ਵੋਟਾਂ ਨੇੜੇ ਗਏ, ਹੁਣ ਜ਼ਰੂਰ ਫਿਰ ਦੁਬਾਰਾ ਉਹ ਇੱਕ ਲੀਰਾਂ ਦੀ ਖੁੱਦੋ ਜੀ ਬਣਾ ਕੇ ਦੁਬਾਰਾ ਫਿਰ ਸਿੱਟਣਗੇ ਲੋਕਾਂ 'ਚ ਵੀ ਐਂ ਕਰ ਦਾਂਗੇ ਜੀ ਅਸੀਂ, ਆਹ ਹੋ ਗਿਆ ਜੀ ਫਲਾਨਾ। ਪਰ ਹੁਣ ਲੋਕ ਸਮਝ ਚੁੱਕੇ ਆ ਗੱਲ ਵੀ ਜੇ 1% ਵੀ ਕੋਈ ਇੱਦਾਂ ਦੀ ਗੱਲ ਹੁੰਦੀ ਤਾਂ ਇਹ ਜਦੇ ਹੀ ਹੋਣਾ ਸੀ ਕੰਮ। ਇੰਨੇ ਸਾਲ ਬੀਤ ਜਾਣ ਤੋਂ ਬਾਅਦ ਮੈਂ ਤਾਂ ਇਹ ਗੱਲ ਕਹਿੰਦਾ ਵੀ ਸਾਡੇ ਪਾਰਟੀ ਪ੍ਰਧਾਨ ਨੇ ਬੜਾ ਸਖਤ ਸਟੈਂਡ ਲਿਆ ਇਸ ਗੱਲ 'ਚ, ਓਪਨਲੀ ਆ ਕੇ ਗੱਲ ਕਹੀ ਹੈ। ਦੇਖੋ, ਪਰਿਵਾਰ ਤੋਂ ਵੱਡਾ ਕੋਈ ਨਹੀਂ ਹੁੰਦਾ ਬੰਦਾ, ਇਹ ਸਿਆਸਤਾਂ ਰਾਜਨੀਤੀ ਚੱਲਦੀਆਂ ਰਹਿੰਦੀਆਂ। ਲੋਕਾਂ ਦੀ ਕਚਹਿਰੀ ਜਾ ਕੇ ਉਹਨੇ ਗੱਲ ਕਹੀ ਵੀ ਜੇ ਸਾਡਾ 1% ਵੀ ਕੋਈ ਰੋਲ ਹੋਵੇ ਵੀ ਸਾਡਾ ਤੇ ਸਾਡੇ ਪਰਿਵਾਰ ਦਾ ਕੱਖ ਨਾ ਰਹੇ। ਬੜਾ ਵੱਡਾ ਸਟੈਂਡ ਹੁੰਦਾ ਲੋਕਾਂ ਦੀ ਕਚਹਿਰੀ ਜਾ ਕੇ ਗੱਲ ਕਹਿਣੀ। ਠੀਕ ਹੈ ਜੀ, ਉਹਨਾਂ ਨੇ ਇੱਥੋਂ ਤੱਕ ਇਹ ਗੱਲ ਕਹੀ ਤੇ ਨਾਲ ਇਹ ਵੀ ਕਹੀ ਵੀ ਜੇ ਸਾਡੇ ਤੇ ਕੋਈ ਰਾਜਨੀਤੀ ਕਰ ਰਿਹਾ ਤੇ ਉਹਨਾਂ ਦਾ ਵੀ ਕੱਖ ਨਾ ਰਹੇ। ਸੋ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਵਾ ਆਉਣ ਵਾਲੇ ਸਮੇਂ 'ਚ ਜਿਹੜੇ ਬੰਦੇ ਨੇ ਇਹਨਾਂ ਦੀ ਰਾਜਨੀਤੀ ਕੀਤੀ ਆ, ਭਾਵੇਂ ਰਾਹੁਲ ਗਾਂਧੀ ਕਹਿ ਕੇ ਗਏ ਇਹੋ ਜਿਹੀਆਂ ਗੱਲਾਂ ਬਾਤਾਂ, ਜਾਂ ਜਾਖੜ ਸਾਹਿਬ ਨੇ ਸ਼ੁਰੂ ਕੀਤੀਆਂ ਗੱਲਾਂ, ਜਾਂ ਨਵਜੋਤ ਸਿੱਧੂ ਨੇ ਕੀਤੀਆਂ, ਕੈਪਟਨ ਸਾਹਿਬ ਨੇ ਕੀਤੀਆਂ, ਤੇ ਆਪਾਂ ਰਿਜ਼ਲਟ ਵੀ ਦੇਖ ਰਹੇ ਵੀ ਅੱਜ ਕਿੱਥੇ ਖੜੇ ਆ, ਹਾਸ਼ੀ ਤੇ ਆਏ ਹੋਏ ਆ। ਸੋ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਰਾਜਨੀਤੀ ਦਾ ਇਸ਼ੂ ਨਹੀਂ ਗਾ, ਸਾਡੇ ਵਾਸਤੇ ਮਤਲਬ ਕਿ ਸਾਡਾ ਸਭ ਕੁਝ ਹੋਣੇ। ਅਸੀਂ ਉਸ ਮੁੱਦੇ ਤੇ ਰਾਜਨੀਤੀ ਨਹੀਂ ਕਰ ਸਕਦੇ। ਜਿਹੜੇ ਬੰਦੇ ਰਾਜਨੀਤੀ ਕਰਦੇ ਉਸ ਮੁੱਦੇ ਤੇ ਗੁਰੂ ਮਹਾਰਾਜ ਉਹਨਾਂ ਨੂੰ ਦੇਖ ਵੀ ਰਿਹਾ ਤੇ ਦੇਖੂਗਾ ਵੀ।
ਸੋ ਢਾਲੀਵਾਲ ਸਾਹਿਬ, ਤੁਸੀਂ ਸਾਡੇ ਸਟੂਡੀਓ ਆਏ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਲੋਕਾਂ ਨੂੰ ਸੱਚ ਬਾਰੇ ਜਾਣੂ ਕਰਾਇਆ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਜੀ। ਜਿਹੜਾ ਤੁਸੀਂ ਮੈਨੂੰ ਇਹਨੇ ਵਿਊਅਰਸ ਦੇ ਸਾਹਮਣੇ ਕਰਾਇਆ, ਉਹਨਾਂ ਦੀਆਂ ਗੱਲਾਂ ਬਾਤਾਂ ਕਰਾਈਆਂ, ਤੁਹਾਡੀ ਟੀਮ ਦਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ। ਸੋ ਜੋ ਸੱਚ ਹੋਇਆ ਲੋਕਾਂ ਤੱਕ ਜੀ ਉਹ ਪਹੁੰਚਾਇਆ। ਸੋ ਹੁਣ ਸਾਨੂੰ ਦਿਓ ਇਜਾਜ਼ਤ। ਮੈਂ ਤੁਹਾਡਾ ਆਪਣਾ ਰਾਜੂ ਢਾਲੀਵਾਲ, ਮੇਰੇ ਨਾਲ ਮੇਰਾ ਵੀਰ ਆਕਾਸ਼ ਅਰੋੜਾ। ਤੁਸੀਂ ਦੇਖ ਰਹੇ ਹੋ ਤਨੂੰ ਟੀਵੀ ਚੈਨਲ। ਧੰਨਵਾਦ ਜੀ ਸਾਰਿਆਂ ਦਾ।